ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਕੀ ਹਾਲ ਜੀ? ਮੈਂ ਹਾਂ ਬਲਕਾਰ ਸਿੰਘ ਤੇ ਮੇਰੇ ਨਾਲ ਸੰਜੀਵ ਖੰਨਾ ਜੀ ਬੈਠੇ ਨੇ ਤੇ ਅੱਜ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੁਹਾਡੇ ਲਈ ਪੰਜਾਬ ਫੋਕਸ। ਔਰ ਇਹਦੇ ਵਿੱਚ ਅਸੀਂ ਖਾਸ ਤੌਰ ਤੇ ਪੰਜਾਬ ਦੀਆਂ ਉਹ ਘਟਨਾਵਾਂ ਔਰ ਪੰਜਾਬ ਦੇ ਉਹ ਮੁੱਦੇ ਲੈਂਦੇ ਹਾਂ ਔਰ ਬਾਹਰਲੇ ਦੇਸ਼ਾਂ ਦੇ ਵੀ ਮੁੱਦੇ ਲਏ ਜਾਂਦੇ ਆ ਜਿਹਦੇ ਨਾਲ ਪੰਜਾਬ ਦਾ ਕੰਸਰਨ ਹੁੰਦਾ, ਪੰਜਾਬ ਦਾ ਸੰਬੰਧ ਹੁੰਦਾ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਖੰਨਾ ਜੀ ਨੂੰ ਕਿ ਉਹ ਮੁੱਦਾ ਲਓ ਜਿਹੜਾ ਪੰਜਾਬ ਨਾਲ ਵੀ ਸੰਬੰਧਿਤ ਹੈ ਤੇ ਹਿੰਦੁਸਤਾਨ ਦੀ ਸਿਆਸਤ ਨਾਲ ਵੀ ਸਰਗਰਮ ਆ। ਉਹ ਕੀ ਹੈ ਭਲਾ? ਦੇਖੋ, ਸਾਰੀ ਦੁਨੀਆ 'ਚ ਇੱਕ ਗੱਲ ਮਸ਼ਹੂਰ ਹੈ ਕਿ ਭਾਰਤ ਦੀ ਜਿਹੜੀ ਜਨਸੰਖਿਆ ਸਭ ਤੋਂ ਜ਼ਿਆਦਾ ਯੰਗ ਹੈ। ਬਿਲਕੁਲ, ਇਸ ਕਰਕੇ ਯੰਗ ਇੰਡੀਆ ਕਿਹਾ ਜਾਂਦਾ ਹੈ। Yes. ਇਸ ਕਰਕੇ ਭਾਰਤ ਵੱਲ ਸਾਰੇ ਮੁਲਕ ਦੇਖਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਿਰ ਕੱਢ ਦੇਸ਼ ਬਣ ਸਕਦਾ ਹੈ ਪੂਰੀ ਦੁਨੀਆ ਦੇ ਵਿੱਚ, ਇਹਨਾਂ ਯੰਗ ਇੰਡੀਅਨਸ ਦੇ ਭਰੋਸੇ, ਇਹਨਾਂ ਯੰਗ ਇੰਡੀਅਨਸ ਦੇ ਬਦੌਲਤ। ਸੋ ਨਾਲ ਅਸੀਂ ਗੱਲ ਕਰਾਂਗੇ, ਇੱਕ ਕੰਪਨੀ ਹੈ ਯੰਗ ਇੰਡੀਅਨ। ਯੈਸ। ਔਰ ਉਹੀ ਕੇਸ ਜੋ ਡਾਕਟਰ ਸੁਬਰਾਮਨੀਅਮ ਸਵਾਮੀ ਨੇ ਗਾਂਧੀ ਪਰਿਵਾਰ ਦੇ ਉੱਤੇ ਕੀਤਾ ਹੋਇਆ ਹੈ, ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਦਿੱਲੀ ਦੇ ਵਿੱਚ ਉਹਦੀਆਂ ਤਰੀਕਾਂ ਪੈ ਰਹੀਆਂ ਨੇ ਤੇ ਨਾਲ ਈਡੀ ਦੇ ਛਾਪੇ ਵੀ ਪੈ ਰਹੇ ਨੇ। ਹੁਣ ਇੱਕ ਨਵਾਂ ਈਡੀ ਦਾ ਛਾਪਾ ਪਿਆ ਹੈ ਯੰਗ ਇੰਡੀਅਨ ਦਫ਼ਤਰ ਦੇ ਵਿੱਚ। ਰਾਹੁਲ ਗਾਂਧੀ ਸਾਹਿਬ ਇਨਵੋਲਵ ਨੇ ਉਹਦੇ ਵਿੱਚ ਕਿਉਂਕਿ ਕੇਸ, ਉਹਨਾਂ ਦੀ ਮਾਤਾ ਜੀ ਵੀ ਇਨਵੋਲਵ ਨੇ ਕਿਉਂਕਿ ਕੇਸ, ਔਰ ਸਬੂਤ ਲੱਭਣ ਦੀ ਤਲਾਸ਼। ਤੇ ਜਿਹੜੇ ਕਾਂਗਰਸੀ ਆਗੂ ਨੇ ਮਲਿਕ ਅਰਜੁਨ, ਉਹਨਾਂ ਦੀ ਗਵਾਹੀ ਲਈ ਗਈ ਹੈ। ਸੋ ਕੇਸ ਨੂੰ ਹੋਰ ਸੋਲਿਡ ਬਣਾਉਣ ਵਾਸਤੇ ਕਾਰਵਾਈ ਜਾਰੀ ਹੈ ਈਡੀ ਵੱਲੋਂ। ਹਾਂ, ਇਹ ਮਸਲਾ ਬੜਾ ਗੰਭੀਰ ਹੈ ਔਰ ਅੱਜ ਦਾ ਨਿਗਾ। ਪਹਿਲੋਂ ਤਾਂ ਸੋਨੀਆ ਗਾਂਧੀ, ਫਿਰ ਰਾਹੁਲ ਗਾਂਧੀ, ਇਹਨਾਂ ਤੋਂ ਈਡੀ ਦੇ ਦਫ਼ਤਰ 'ਚ ਬੜੀ ਲੰਬੀ ਪੁੱਛ ਪੜਤਾਲ ਹੋਈ ਆ ਔਰ ਉਹਦੇ 'ਚ ਕੋਈ ਅਜੇ ਤੱਕ ਲੱਗਦਾ ਕੋਈ ਇੱਦਾਂ ਦਾ ਭੇਦ ਜਾਂ ਗਹਿਰਾ ਭੇਦ ਨਹੀਂ ਲੱਭਿਆ। ਪਰ ਹੁਣ ਇਹਨਾਂ ਨੇ ਉਹ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਨੂੰ ਨਾਲ ਲੈ ਕੇ ਉਹਨਾਂ ਦੀ ਯੋਗ ਅਗਵਾਈ 'ਚ ਜਾਂ ਉਹਨਾਂ ਨੂੰ ਦੱਸ ਕੇ ਕਿ ਤੁਹਾਡਾ ਸਾਹਮਣੇ ਅਸੀਂ ਉੱਥੇ ਇੱਦਾਂ ਦਾ ਰੇਡ ਕਰਾਂਗੇ ਤੇ ਜੇ ਸਾਨੂੰ ਕੁਝ ਲੱਭਿਆ ਤਾਂ ਤੁਹਾਡੀ ਹਾਜ਼ਰੀ ਉਹਦੇ 'ਚ ਲੱਗੂਗੀ। ਔਰ ਉਹਦੇ 'ਚ ਇਹਨਾਂ ਨੇ ਜੋ ਕੁਛ ਪੁੱਛ ਪੜਤਾਲ ਕੀਤੀ ਹੈ, ਜੋ ਭੱਜ ਦੌੜ ਕੀਤੀ ਆ, ਉਹਨਾਂ ਦੇ ਆਫਿਸਰਾਂ ਨੇ ਸਾਰੇ ਚਾਰੇ ਨੁੱਕਰਾਂ ਖੋਲ੍ਹੀਆਂ ਔਰ ਸੀਲ ਵੀ ਕਰ ਦਿੱਤਾ। ਉਹਨੂੰ ਆਫਿਸ ਨੂੰ ਸੀਲ ਕਰਕੇ ਅੰਦਰ ਵੀ ਵੜੇ ਆ, ਉਹ 'ਚ ਕਾਗਜ਼ ਪੱਤਰ ਵੀ ਖੋਲ੍ਹਿਆ, ਫਾਈਲਾਂ ਖੋਲ੍ਹੀਆਂ, ਬੜਾ ਕੁਝ ਕੀਤਾ ਜਿਸ ਤਰ੍ਹਾਂ ਕਰਦੀ ਆ ਪੁੱਛ ਪੜਤਾਲ CID ਵੀ ਕਰਦੀ ਆ। ਔਰ ਉਹ ਹੁਣ ਉਹਦੇ ਤੋਂ ਉਹਨਾਂ ਨੇ ਦੱਸਿਆ, ਜਿਹੜੇ ਮਲਿਕ ਅਰਜੁਨ ਨੇ, ਉਹਨਾਂ ਨੇ ਕਿਹਾ ਕਿ ਲੱਭਾ ਕੁਝ ਨਹੀਂ ਗਾ। ਮੇਰੇ ਤੇ ਵੀ ਇਹਨਾਂ ਨੇ ਵੈਸੇ ਥੋਪ ਦਿੱਤਾ, ਜ਼ਬਰਦਸਤੀ ਇਹਨਾਂ ਨੇ ਮੈਨੂੰ ਉੱਥੇ ਸੰਮਣ ਭੇਜੇ ਤਾਂ ਕਿ ਮੈਨੂੰ ਬੁਲਾਇਆ ਜਾ ਕੇ, ਬੁਲਾ ਕੇ ਮੈਨੂੰ ਕਹਿੰਦਾ ਮੈਂ ਕੋਈ, ਉਹਨਾਂ ਨੇ ਕਿਹਾ ਮੈਂ ਕੋਈ ਮੈਂਟਲੀ ਤੌਰ ਤੇ ਪ੍ਰਪੇਅਰ ਨਹੀਂ ਸੀ, ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਇਹਦੇ 'ਚ ਕੀ ਬਣ ਰਿਹਾ। ਪਰ ਅਚਾਨਕ ਜਿਹੜਾ ਛਾਪਾ ਵੱਜਣਾ, ਇਹ ਵੀ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇਹ ਪੁਰਾਣਾ ਦੇਰ ਹੋ ਗਿਆ ਜਿਸ 'ਚ ਇੱਕ ਵਾਰੀ ਦਿੱਲੀ 'ਚ ਕਾਂਗਰਸ ਦੇ ਬਹੁਤ ਪ੍ਰਦਰਸ਼ਨ ਹੋਇਆ ਸੀ, ਵਿਰੋਧੀ ਪ੍ਰਦਰਸ਼ਨ ਇਹਨਾਂ 'ਤੇ। ਉਹਦੇ 'ਚ ਤੋੜ ਭੰਨ ਵੀ ਹੋਈ, ਉਹਦੇ 'ਚ ਗਲੀਆਂ ਵਿੱਚ ਅੱਗ ਉੱਗ ਵੀ ਲਾਈ, ਇਹਨਾਂ ਨੇ ਬੜਾ ਕੁਝ ਕੀਤਾ। ਉਦੋਂ ਦੀ ਫਿਰ ਦਿੱਲੀ ਪੁਲਿਸ ਵੀ ਥੋੜ੍ਹੀ ਜਿਹੀ ਸੁਚੇਤ ਹੋਈ, ਉਹਨਾਂ ਨੇ ਵੀ ਲੋਕਾਂ ਨੂੰ ਮਾਰਿਆ ਕੁੱਟਿਆ। ਔਰ ਇਸੇ ਤਰ੍ਹਾਂ ਜਦੋਂ ਵਿਰੋਧਤਾ ਜਾਗ ਪੈਂਦੀ ਆ ਤਾਂ ਜਦੋਂ ਤੁਸੀਂ ਰੂਲਿੰਗ ਪਾਰਟੀ ਜਦੋਂ ਇਸ ਤਰ੍ਹਾਂ ਦੇ ਹਥਿਆਰ ਚੁੱਕਦੀ ਹੈ, ਇਹਦੇ 'ਤੇ ਫਿਰ ਜਨਤਾ ਦਾ ਵੀ ਵਿਰੋਧ ਹੁੰਦਾ, ਵਿਰੋਧੀ ਪਾਰਟੀਆਂ ਦਾ ਵੀ ਵਿਰੋਧ ਹੁੰਦਾ। ਇਸੇ ਕਰਕੇ ਇਸ ਸਮਾਗਮ 'ਚ, ਜਿਹੜਾ ਸਮਾਗਮ ਸੰਸਦ ਦਾ ਹੋਇਆ, ਸੈਸ਼ਨ ਹੋਇਆ, ਉਹਦੇ ਵਿੱਚ ਵੀ ਇਹ ਰੌਲਾ ਰਿਹਾ ਕਿ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਾਡੇ 'ਤੇ ਇਸ ਤਰ੍ਹਾਂ ਮਜਬੂਰੀ ਦੇ ਨਾਲ ਹੀ ਇਸ ਤਰ੍ਹਾਂ ਦੇ ਦੋਸ਼ ਥੋਪੇ ਜਾਂਦੇ, ਜਿਸ ਤਰ੍ਹਾਂ ਸੰਜੇ ਰਾਵਤ 'ਤੇ ਵੀ ਹੋਇਆ ਸੀ, ਜਿਹੜੇ ਸ਼ਿਵ ਸੈਨਾ ਦੇ ਅਧਿਕਾਰੀ ਬਿਲਕੁਲ ਹੋਇਆ ਹੈ ਨੇਤਾ ਨੇ। ਔਰ ਇਹੀ ਦੋਸ਼ ਲੱਗਦੇ ਨੇ ਕਿ ਇਹ ਅਪਮਾਨ ਕਰਨ ਦੇ ਮਨਸ਼ੇ ਦੇ ਨਾਲ ਇੱਦਾਂ ਦੇ ਰੇਡ ਕੀਤੇ ਜਾਂਦੇ ਨੇ, ਕਿਉਂਕਿ ਬਾਰ-ਬਾਰ ਰੇਡ ਕੀਤੇ ਜਾਂਦੇ ਨੇ, ਹਰ ਵਾਰ ਕੁਝ ਮਿਲਦਾ ਨਹੀਂ, ਫਿਰ ਦੁਬਾਰਾ ਰੇਡ ਕੀਤੇ ਜਾਂਦੇ ਨੇ। ਔਰ ਰਾਹੁਲ ਗਾਂਧੀ ਵੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਡਰਦਾ ਨਹੀਂ ਹਾਂ। ਉਹਨਾਂ ਕਿਹਾ ਔਰ ਕਰਨ ਦਿਓ ਰੇਡ, ਇਹਨਾਂ ਨੂੰ ਕੀ ਲੱਭਣਾ ਚਾਹੁੰਦੇ ਨੇ ਇਹਨਾਂ ਨੂੰ ਲੱਭਣ ਦਿਓ। ਠੀਕ ਆ, ਮਾਮਲਾ ਹੈ। ਖੈਰ, ਇਹਦਾ ਇੱਕ ਨੈਸ਼ਨਲ ਹੈਰਾਲਡ ਕੇਸ ਤਾਂ ਹੈ ਹੀ ਆ, ਉਹ ਸਾਰਾ ਬਣਿਆ ਹੋਇਆ, ਸਾਰਾ ਦੇਸ਼ ਵੀ ਦੇਖਦਾ ਕਿ ਹੁਣ ਇਸ ਮਸਲੇ ਦੇ ਵਿੱਚ ਨਵੀਂ ਡਿਵੈਲਪਮੈਂਟਸ ਕੀ ਆ। ਪਰ ਸਿੱਧੇ ਤੌਰ ਤੇ ਦੇਸ਼ ਦੀ ਰਾਜਨੀਤੀ ਦੇ ਉੱਤੇ ਜਾਂ ਦੇਸ਼ ਦੇ ਇਕਨੋਮਿਕ ਸਟਰਕਚਰ ਦੇ ਉੱਤੇ ਜਾਂ ਲੋਕਾਂ ਦੀ ਵੈਲਫੇਅਰ ਦੇ ਉੱਤੇ ਇਹਦਾ ਕੋਈ ਡਾਇਰੈਕਟ ਅਸਰ ਤਾਂ ਹੈ ਨਹੀਂ। ਇਹ ਤਾਂ ਇੱਕ ਫੈਮਿਲੀ ਇਸ਼ੂ ਹੈ, ਤੁਸੀਂ ਕਹਿ ਸਕਦੇ ਹੋ, ਜਾਂ ਇੱਕ ਡਿਪਾਰਟਮੈਂਟਲ ਇਸ਼ੂ ਆ ਜਿਹਦਾ ਡਾਇਰੈਕਟ ਰਿਲੇਸ਼ਨ ਨਹੀਂ ਹੈ। ਪਰ ਇੱਥੋਂ ਅਸੀਂ ਅੰਦਾਜ਼ਾ ਇਹ ਲਗਾਉਂਦੇ ਹਾਂ ਕਿ ਈਡੀ ਦੀ ਵਰਤੋਂ ਕਿੱਦਾਂ ਕੀਤੀ ਜਾ ਰਹੀ ਹੈ। ਪਿੱਛੇ ਜੇ ਅਸੀਂ ਇਹ ਵੀ ਦੇਖਿਆ ਕਿ ਉਹਦਾ ਕਾਰਜਕਾਲ 5 ਸਾਲ ਹੋਰ ਵਧਾ ਦਿੱਤਾ ਗਿਆ। ਔਰ ਹਾਂ, ਸੁਪਰੀਮ ਕੋਰਟ ਨੇ ਇਹ ਐਕਸਪਲੇਨੇਸ਼ਨ ਮੰਗੀ ਹੈ ਗਵਰਨਮੈਂਟ ਕੋਲੋਂ, ਸਰਕਾਰ ਕੋਲੋਂ, ਕੇਂਦਰ ਸਰਕਾਰ ਕੋਲੋਂ, ਕਿ ਤੁਸੀਂ ਇਹ ਕਿਸ ਕਾਨੂੰਨ ਦੇ ਤਹਿਤ, ਕੌਨਸਟੀਟਿਊਸ਼ਨ ਦੀ ਕਿਸ ਧਾਰਾ ਦੇ ਤਹਿਤ ਤੁਸੀਂ ਇਹਦਾ ਕਾਰਜਕਾਲ 5 ਸਾਲ ਹੋਰ ਵਧਾ ਦਿੱਤਾ ਹੈ। ਔਰ ਹੁਣ ਉਹ ਪੱਤਰ ਲਿਖ ਕੇ ਉਹਨਾਂ ਨੇ ਸੈਟਿਸਫਾਈ ਵੀ ਕਰਨਾ ਹੈ ਕੋਰਟ ਦੇ ਉਸ ਸਵਾਲ ਨੂੰ। ਉਹ ਵੀ ਇੱਕ ਮਾਮਲਾ ਹੈ, ਉਹ ਇੱਕ ਅਲੱਗ ਤੋਂ ਦੇਖਿਆ ਜਾ ਰਿਹਾ ਕਿਉਂਕਿ ਈਡੀ ਦਾ ਇਸਤੇਮਾਲ ਹਰ ਥਾਂ 'ਤੇ ਹੋ ਰਿਹਾ। ਬਾਕੀ ਦੇਖੋ, ਆਪਾਂ ਪਹਿਲਾਂ ਵੀ ਇਸ ਮਸਲੇ 'ਤੇ ਗੱਲ ਕੀਤੀ ਸੀ ਕਿ ਰਿਵਾਈਵ ਕਰ ਦਿੱਤਾ, ਨਵੇਂ ਤੌਰ ਦੇ ਉੱਤੇ ਕਾਰਜਕਾਲ ਵਧਾ ਦਿੱਤਾ,
ਚਲੋ ਠੀਕ ਹੈ, ਪੁਰਾਣੇ ਬੰਦੇ ਕੰਮ ਕਰਨਗੇ, ਉਹ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਇਸ ਕਰਕੇ ਉਹਨਾਂ ਨੂੰ ਕੋਈ ਔਖ ਨਹੀਂ ਹੋਏਗੀ ਹੈਂਡਲ ਕਰਨ ਲੱਗਿਆ ਉਹਨਾਂ ਸਾਰੇ ਮੈਟਰਸ ਨੂੰ। ਪਰ ਇਹਦੇ ਪਿੱਛੇ ਕੋਈ ਪੋਲੀਟੀਕਲ ਮੰਤਵ ਹੈ, ਕੋਈ ਪੋਲੀਟੀਕਲ ਰੀਜ਼ਨ ਹੈ ਜੋ ਈਡੀ ਦਾ ਕਾਰਜਕਾਲ ਵਧਾ ਦਿੱਤਾ ਗਿਆ। ਔਰ ਦੂਜਾ ਜੋ ਇਹ ਹੁਣ ਯੰਗ ਇੰਡੀਅਨ ਦੇ ਉੱਤੇ ਵੀ ਈਡੀ ਦਾ ਛਾਪਾ ਪਿਆ ਹੈ, ਇਹਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਹੈ ਜਾਂ ਇਹ ਸਿਰਫ ਇੱਕ ਰੂਟੀਨ ਦੀ ਕਾਰਵਾਈ ਹੈ, ਇਹ ਗਹਿਰਾਈ ਵਿੱਚ ਜਾਣਨ ਦੀ ਲੋੜ ਹੈ। ਇਸੇ ਕਰਕੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹ ਹੋ ਸਕਦਾ ਹੈ ਕਿ ਸਾਡਾ ਅਪਮਾਨ ਕਰਨ ਵਾਸਤੇ ਇੱਕ ਪੋਲੀਟੀਕਲ ਵੈਂਡੇਟਾ ਹੈ, ਸਾਡਾ ਅਪਮਾਨ ਕਰਨ ਵਾਸਤੇ ਸਾਡੇ ਉੱਤੇ ਈਡੀ ਦੇ ਰੇਡਸ ਕਰਵਾਏ ਜਾ ਰਹੇ ਨੇ। ਮਿਲਦਾ ਕੁਝ ਨਹੀਂ, ਲੱਭਦਾ ਕੁਝ ਨਹੀਂ, ਪਰ ਇਹ ਲਗਾਤਾਰ ਛਾਪੇ ਚੱਲਦੇ ਪਏ ਨੇ। ਪਰ ਇੱਕ ਗੱਲ ਇਹਦੇ ਵਿੱਚ ਇਹ ਵੀ ਆ ਰਹੀ ਹੈ ਕਿ ਜਿਸ ਤਰ੍ਹਾਂ ਹੁਣ 75 ਸਾਲ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ ਨੂੰ, ਔਰ ਉਦੋਂ ਤੋਂ ਹੁਣ ਤੱਕ ਦਾ ਇਤਿਹਾਸ ਜਿਹੜਾ ਜੇ ਦੁਹਰਾਇਆ ਜਾਵੇ ਜਾਂ ਵੇਖਿਆ ਜਾਵੇ, ਕੋਈ ਵੀ ਸਰਕਾਰ ਇਹਨਾਂ ਗੱਲਾਂ ਤੋਂ ਊਣੀ ਨਹੀਂ ਰਹੀ। ਹਰ ਸਰਕਾਰ ਤੇ ਕੋਈ ਨਾ ਕੋਈ ਇਦਾਂ ਦਾ ਧੱਬਾ ਲੱਗਦਾ ਰਿਹਾ। ਜਾਂ ਤਾਂ ਐਨਡੀਏ ਉਸ ਤੋਂ ਬਾਅਦ ਆਈ ਹੈ, ਪਹਿਲੋਂ ਕਾਂਗਰਸ, ਨੈਸ਼ਨਲ ਕਾਂਗਰਸ ਰਹੀ ਆ, ਔਰ ਉਹਦੇ ਵਿੱਚ ਉਦੋਂ ਤੱਕ ਜਿੰਨੇ ਉਹਨਾਂ ਤੇ ਇਹ ਦੋਸ਼ ਥੋਪੇ ਗਏ ਆ, ਕਈ ਤਾਂ ਬਿਲਕੁਲ ਸਾਹਮਣੇ ਵੀ ਆ ਗਏ ਲੋਕਾਂ ਦੇ। ਔਰ ਜਿਹੜੀ ਐਨਡੀਏ ਸਰਕਾਰ ਇਹਦੇ ਤੇ ਵੀ ਬੜੀਆਂ ਕੁਛ ਦੂਸ਼ਣ ਲੱਗਦੇ ਰਹੇ ਆ। ਜਦੋਂ ਸਰਕਾਰ ਰੂਲਿੰਗ ਪਾਰਟੀ ਆਪ ਪਾਵਰ 'ਚ ਹੁੰਦੀ ਆ, ਉਦੋਂ ਇਹ ਗੱਲ ਦੁਬਾਰਾ ਦੁਹਰਾਈ ਜਾਂਦੀ ਹੈ ਕਿ ਜਿਹੜੀ ਓਪੋਜੀਸ਼ਨ ਆ ਉਹਨਾਂ ਤੇ ਉੱਦਾਂ ਦਾ ਰਿਵੈਂਜਫੁਲੀ ਜਾਂ ਉਹਦੇ ਤੇ ਇੱਕ ਇਸ ਤਰ੍ਹਾਂ ਦਾ ਲੋਕਾਂ ਕੋ ਉਹਨਾਂ ਤੇ ਕੱਸ ਕੇ ਤਣਾਅ ਕਰਕੇ ਉਹਨਾਂ ਦਾ, ਤੇ ਫਿਰ ਉਹਨਾਂ ਨੂੰ ਮਾਨਸਿਕ ਤੌਰ ਤੇ ਬੜਾ ਖਰਾਬ ਕੀਤਾ ਜਾਂਦਾ। ਉਹ ਵਿਚਾਰੇ ਚਿੰਤਾਜਨਕ ਵੀ ਹੋ ਜਾਂਦੇ ਆ। ਜਦੋਂ ਵੀ ਤੁਹਾਨੂੰ ਕਿਸੇ ਵਿਰੋਧੀ ਦੀ ਜਾਂ ਕਿਸੇ ਪਾਰਟੀ ਦੀ ਜਾਂ ਕੋਈ ਇੱਦਾਂ ਦਾ ਲੈਟਰ ਆ ਜਾਏ ਜਾਂ ਸਮਨ ਆ ਜਾਣ ਜਾਂ ਕੁਛ ਹੋ ਜਾਏ, ਤਾਂ ਨੀਂਦ ਤਾਂ ਹਰਾਮ ਹੋ ਹੀ ਜਾਂਦੀ ਆ। ਫਿਰ ਉਹਦੇ 'ਚ ਕਿਉਂਕਿ ਪਾਵਰ ਇਹਨਾਂ ਕੋਲ ਆ, ਇਹਨਾਂ ਕੋਲ ਜੁਡੀਸ਼ਰੀ ਵੀ ਹੈ, ਇਹਨਾਂ ਕੋਲ ਈਡੀ ਸਾਹਿਬ ਜਿਹੜੇ ਅੱਜ ਕੱਲ੍ਹ ਕਰ ਰਹੇ ਨੇ ਉਹ ਵੀ ਇਹਨਾਂ ਦੇ ਅੰਡਰ ਕੰਮ ਕਰ ਰਹੇ ਆ। ਆਲਮੋਸਟ ਤਾਂ ਸਾਰੇ ਅਧਿਕਾਰੀ ਨੇ, ਕਰਮਚਾਰੀ ਆ ਜਿਹੜੇ ਕੰਮ ਕਰ ਰਹੇ ਆ। ਹਦਾਇਤਾਂ ਕਿੱਥੋਂ ਆ ਰਹੀਆਂ? ਉਹਨਾਂ ਨੂੰ ਪਿੱਛੋਂ ਆ ਰਹੀਆਂ। ਹੁਣ ਤੱਕ ਜਦੋਂ ਤੱਕ ਰਾਹੁਲ ਜੀ ਆਪਣੇ ਜਿਹੜੇ ਨੇ ਕਾਂਗਰਸ ਦੇ, ਤੇ ਉਹਨਾਂ ਰਾਹੁਲ ਗਾਂਧੀ ਜੀ ਉਹ ਨੇ, ਔਰ ਸੋਨੀਆ ਗਾਂਧੀ, ਉਹਨਾਂ ਤੇ ਜਦੋਂ ਇਹ ਕੇਸ ਹੋਇਆ ਉਦੋਂ ਇਹ ਤਾਂ ਬਹੁਤ ਛੋਟਾ ਸੀ, ਔਰ ਉਹ ਇਟਲੀ ਦੇ ਵਸਨੀਕ ਨੇ ਸੋਨੀਆ ਗਾਂਧੀ ਜੀ। ਔਰ ਜੇ ਹਾਰਵਰਡ ਨੈਸ਼ਨਲ ਅਖਬਾਰ ਹੈ, ਬੜੀ ਪੁਰਾਣੀ ਅਖਬਾਰ ਹੈ, 50 ਸਾਲ ਦਾ ਜਿਹੜਾ ਪੁਰਾਣਾ ਕਿੱਸਾ ਇਹਨਾਂ ਨੂੰ ਦੁਬਾਰਾ ਪੁੱਟਿਆ, ਜਿੱਦਾਂ ਕਬਰਾਂ ਪੁੱਟਦੇ ਆ ਨਾ, ਉਹ ਗੱਲ ਹੋਈ ਹੁਣ। ਔਰ ਉਹਦੇ 'ਚ ਰਾਹੁਲ ਗਾਂਧੀ ਨੇ ਦੁਬਾਰਾ ਕਹਿ ਦਿੱਤਾ ਕਿ ਮੈਂ ਇਸ ਗੱਲ ਤੋਂ ਡਰਦਾ ਨਹੀਂ ਗਾ, ਜੋ ਇਹਨਾਂ ਦੀ ਮਰਜ਼ੀ ਹੈ ਕਰੀ ਜਾਣ, ਜੋ ਮੇਰੇ 'ਤੇ ਹੱਲਾ ਬੋਲਿਆ ਮੈਂ ਉਹਨੂੰ ਐਕਸੈਪਟ ਕਰੂੰਗਾ, ਮੰਨੂਗਾ ਵੀ। ਪਰ ਮੰਤਵ ਆਂਦਾ ਇਹਨਾਂ ਦੇ ਪਿੱਛੇ ਜਿਹੜਾ ਹੈਗਾ ਉਹ ਸਿਰਫ ਬਦਲਾ ਨੀਤੀ ਦਾ ਹੈਗਾ। ਪਰ ਮੈਂ ਆਂਦਾ ਇਸ ਕਰਕੇ ਨਹੀਂ ਡਰਦਾ ਕਿ ਮੇਰੇ 'ਚ ਕੋਈ ਊਣਤਾਈ ਨਹੀਂ, ਔਰ ਮੈਨੂੰ ਪਤਾ ਹੈ ਕਿ ਮੈਂ ਫੜਿਆ ਨਹੀਂ ਜਾ ਸਕਦਾ, ਇਸ ਊਣਤਾਈ ਦੇ ਨਾਲ ਮੇਰੇ 'ਤੇ ਕੋਈ ਦੋਸ਼ ਨਹੀਂ ਮੜਿਆ ਜਾ ਸਕਦਾ। ਰਾਈਟ। ਔਰ ਹੁਣ ਫਰਦਰ ਕੀ ਡਿਵੈਲਪਮੈਂਟ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਔਰ ਅਸੀਂ ਉਸ ਦੇ ਮੁਤਾਬਿਕ ਆਪਣੇ ਦਰਸ਼ਕਾਂ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕਰਾਂਗੇ। ਹੁਣ ਅੱਗੇ ਵਧਦੇ ਹਾਂ ਜੀ, ਹੁਣ ਥੋੜਾ ਇੰਟਰਨੈਸ਼ਨਲ ਮਾਮਲੇ ਤੇ ਆ ਜਾਈਏ, ਜੀਓ ਪੋਲਿਟਿਕਸ ਤੇ ਆ ਜਾਈਏ। ਚੀਨ ਨੇ ਪਹਿਲਾਂ ਹੀ ਅਮਰੀਕਾ ਨੂੰ ਕਿਹਾ ਹੋਇਆ ਸੀ ਆਪਣੇ ਦੇਸ਼ ਦਾ ਕੁਝ ਨਾ ਕੁਝ ਇਦਾਂ ਦਾ ਹੋਣਾ ਹੀ ਆ, ਕੁਝ ਨਾ ਕੁਝ ਊਣਤਾਈਆਂ, ਕੁਝ ਨਾ ਕੁਝ ਦੂਸ਼ਣਬਾਜ਼ੀ, ਬੜਾ ਕੁਝ ਹੁੰਦਾ। ਹੁਣ ਤੁਸੀਂ ਬਾਹਰਲੇ ਦੇਸ਼ਾਂ ਜਾ ਕੇ ਉੱਥੇ ਵੀ ਇਹੀ ਕੁਝ ਹੈ, ਸਾਰੀ ਦੁਨੀਆ 'ਚ ਇਹੀ ਕੁਝ ਹੈ, ਜਿੱਥੋਂ ਮਰਜ਼ੀ ਫੜ ਲਓ। ਗੱਲ ਹਿਊਮਨ ਬਿਹੇਵੀਅਰ, ਹਿਊਮਨ ਸਾਈਕੀ, ਗੱਲ ਇਹ ਹੈ ਕਿ ਮੇਰਾ ਕੀ ਫਾਇਦਾ, ਮੇਰਾ ਕੀ ਫਾਇਦਾ। ਸ਼ਾਂਤੀ ਕਿਤੇ ਵੀ ਨਹੀਂ, ਸ਼ਾਂਤੀ ਕਿਤੇ ਵੀ ਨਹੀਂ, ਇਹੀ ਕੁਝ ਚੱਲਦਾ ਪਿਆ। ਹਿਸਟਰੀ ਵੀ ਦੇਖ ਲਓ, ਕਿਤੇ ਜੰਗਾਂ ਹੀ ਲੱਗੀਆਂ ਹੋਈਆਂ ਨੇ। ਵਰਲਡ ਵਾਰ ਆ 1918, 1939, 45, ਕਿੱਥੇ ਦੀ ਕਿੱਥੇ ਜਾਪਾਨ ਆ, ਕਿੱਥੇ ਇੰਗਲੈਂਡ ਆ, ਕਿੱਥੇ ਗਰੁੱਪ ਬਣ ਗਏ ਚੱਲੀ ਜਾਂਦਾ ਹੈ ਨਾ, ਕਿੱਥੇ ਫਰਾਂਸ ਆ, ਕਿੱਥੇ ਇੰਡੀਆ ਵੀ ਇਨਵੋਲਵ ਹੋ ਗਿਆ। ਕੋਈ ਦੇਸ਼ ਵਰਲਡ ਵਾਰ 'ਚ ਕੋਈ ਬਚਦਾ ਨਹੀਂਗਾ, ਸਾਰੀ ਦੁਨੀਆ ਉਹਦੇ ਉਸ ਅੱਗ 'ਚ ਭੱਠੀ 'ਚ। ਇੱਕ ਉਹ ਬੜਾ ਪਿਆਰਾ ਕਿਸੇ ਨੇ ਕਿਹਾ ਹੈ ਨਾ, ਈਵਨ ਇਫ ਯੂ ਆਰ ਨਾਟ ਇੰਟਰਸਟਿਡ ਇਨ ਪੋਲਿਟਿਕਸ, ਪੋਲਿਟਿਕਸ ਇਜ਼ ਇੰਟਰਸਟਿਡ ਇਨ ਯੂ। ਪੋਲਿਟਿਕਸ ਤੁਹਾਨੂੰ ਆਪਣੇ ਆਪ ਇਨਵੋਲਵ ਕਰ ਲੇਗਾ ਆਪਣੇ ਕੰਮਾਂ ਦੇ ਵਿੱਚ, ਭਾਵੇਂ ਤੁਸੀਂ ਕੋਈ ਦਿਲਚਸਪੀ ਨਹੀਂ ਲੈਂਦੇ। ਸੋ ਤਾਈਵਾਨ ਨੇ ਪਹਿਲਾਂ ਹੀ ਕਿਹਾ ਸੀ ਅਮਰੀਕਾ ਨੂੰ, ਡੋਂਟ ਪਲੇ ਵਿਦ ਫਾਇਰ, ਅੱਗ ਨਾਲ ਨਾ ਖੇਡੋ। ਉਹਨਾਂ ਬਾਈਡਨ ਨੂੰ ਕਿਹਾ ਹੈ। ਲੇਡੀ ਨੈਂਸੀ ਜਦੋਂ ਪਹੁੰਚੇ ਨੇ ਮਨਾ ਵੀ ਕੀਤਾ, ਪਰ ਫਿਰ ਵੀ ਉਹ ਪਹੁੰਚੇ। ਬੰਬਾਰਡਮੈਂਟ ਸ਼ੁਰੂ ਹੋ ਗਈ ਹੈ। ਹਾਲਾਂਕਿ ਉਹਨਾਂ ਦਾ ਜਿਹੜੇ ਰਾਜਦੂਤ ਬੈਠੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੇ ਇਹ ਅਨਾਉਂਸ ਕੀਤਾ ਸੀਗਾ ਕਿ ਸਾਡੀ ਸੈਨਾ ਸਿਰਫ ਯੁੱਧ ਅਭਿਆਸ ਕਰੇਗੀ। ਪਰ ਯੁੱਧ ਅਭਿਆਸ ਕੀ ਹੁੰਦਾ ਹੈ ਤੇ ਵਾਰ ਕੀ ਹੁੰਦੀ ਹੈ, ਉਹਦਾ ਡਿਫਰੈਂਸ ਸ਼ਾਇਦ ਸਭ ਨੂੰ ਪਤਾ ਹੈ। ਜਿੱਦਾਂ ਮਿਜ਼ਾਈਲਾਂ ਦਾਗ ਰਹੇ ਨੇ, ਜਿੱਦਾਂ ਉਹ ਬੰਬਾਰਡਮੈਂਟ ਕਰ ਰਹੇ ਨੇ, ਸੋ ਇਹ ਮਿਜ਼ਾਈਲਾਂ ਦਾ ਅਟੈਕ, ਬੰਬਾਰਡਮੈਂਟ, ਇਹ ਸਭ ਕੁਝ ਯੁੱਧ ਅਭਿਆਸ ਤੋਂ ਕਿਤੇ 2 ਕਦਮ ਅੱਗੇ ਹੀ ਲੱਗਦਾ ਪਿਆ। ਪਰ ਕਿਉਂਕਿ ਇਹਨੇ ਪਹਿਲਾਂ ਇਹਨਾਂ ਦੀ ਫੋਨ ਤੇ ਗੱਲ ਹੋਈ ਬਾਈਡਨ ਜੀ ਨਾਲ, ਬਿਲਕੁਲ ਹੋਈ ਹੈ। ਚੀਨ ਦੇ ਹੈ ਨੇ ਪ੍ਰੈਜ਼ੀਡੈਂਟ, ਔਰ ਉਹਨਾਂ ਨੇ ਜਿਨਪਿੰਗ, ਉਹਨਾਂ ਨੇ 1.5-2 ਘੰਟਾ ਬੜੀ ਲੰਬੀ ਵਾਰਤਾ ਕੀਤੀ। ਔਰ ਉਹਦੇ 'ਚ ਉਹਨਾਂ ਨੇ ਪੂਰਾ ਉਹਦੇ 'ਚ ਇਹਨਾਂ ਨੇ ਧਮਕੀ ਵੀ ਦਿੱਤੀ ਸੀ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਕਿ ਇਹ ਗੱਲ ਬਹੁਤ ਮਾੜੀ ਹੈ, ਜੇ ਨੈਂਸੀ ਪੋਲਿਸੀ ਜਿਹੜੀ ਉੱਤੋਂ ਦੀ ਲੰਘੂਗੀ, ਸਿੱਧੀ ਜਾਊਗੀ, ਤੇ ਫਿਰ ਇਹਦੇ 'ਚ ਕੋਈ ਬਚਾਅ ਨਹੀਂਗਾ। ਜੇ ਉਹਨੇ ਤਾਇਵਾਨ ਨਾਲ ਸਿੱਧਾ ਸੰਪਰਕ ਕਰ ਲਏ ਤਾਂ ਅਸੀਂ ਵਿਚਕਾਰ ਹੈਗੇ ਹਾਂ, ਜਾਂ ਤਾਂ ਅਸੀਂ ਜਹਾਜ਼ ਉਡਾ ਦਾਂਗੇ, ਜਾਂ ਅਸੀਂ ਉਹਨੂੰ ਉੱਥੋਂ ਲੈ ਕੇ ਕੈਪਚਰ ਵੀ ਕਰ ਸਕਦੇ ਹਾਂ। ਪਰ ਉਹ ਨਹੀਂ ਮੰਨੀ, ਉਹਨੇ ਸਿੱਧੀ ਉਡਾਨ ਉੱਥੇ ਲੈ ਕੇ ਗਈ, ਔਰ ਉੱਥੇ ਜਾ ਕੇ ਉਹਨੇ ਲੈਂਡ ਕੀਤਾ। ਉੱਥੇ ਜਾ ਕੇ ਉਹਨਾਂ ਨੇ ਵਾਰਤਾ ਕੀਤੀ, ਗੱਲਬਾਤ ਕੀਤੀ। ਉਹ ਅਸਲ 'ਚ ਉਹਨਾਂ ਦੀ ਅਮਰੀਕਨ ਸੰਸਦ ਦੀ ਜਿਹੜੀ ਸਪੀਕਰ
ਔਰ ਉਹਨਾਂ ਨੇ ਖਾਸ ਤੌਰ ਤੇ ਜੋ ਕੁਝ ਬੋਲਿਆ ਹੈਗਾ ਉਹ ਵੀ ਇਹਨਾਂ ਦੇ ਚਾਈਨਾ ਦੇ ਉਲਟ ਬੋਲਿਆ ਗਿਆ, ਕਿਉਂਕਿ ਉਹਨਾਂ ਕੋਲ ਤਾਂ ਨਿਊਜ਼ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕਦਮ 'ਚ ਚੱਲ ਜਾਂਦਾ। ਔਰ ਇਸੇ ਹੀ ਜਿਹੜੇ ਗੁੱਸੇ 'ਚ, ਇਸੇ ਹੀ ਰੌਲੇ 'ਚ ਫਿਰ ਇਹਨਾਂ ਨੇ ਬੰਬਾਰਮੈਂਟ ਕੀਤੀ, 6 ਜਗ੍ਹਾ ਤੋਂ ਤਾਇਵਾਨ ਨੂੰ ਘੇਰਿਆ, ਕਿਉਂਕਿ ਅੱਗੇ ਇਹ ਜਿਹੜੀ ਯੁੱਧ ਪ੍ਰਕਿਰਿਆ ਕਰਦੇ ਆ, ਜਿਹੜੀ ਐਕਸਰਸਾਈਜ਼ ਕਰਦੇ ਆ, ਉਹ ਸਿਰਫ ਕਰਦੇ ਸੀ 160 ਕਿਲੋਮੀਟਰ ਤੇ, ਐਤਕੀ 14 ਕਿਲੋਮੀਟਰ ਦੇ ਨੇੜਿਓਂ ਕੀਤੀ ਇਹਨਾਂ ਨੇ। ਔਰ ਉਹਦੇ 'ਚ ਸਿੱਧਾ ਤਾਇਵਾਨ 'ਚ ਜਿਹੜੀ ਬੰਬਾਰਮੈਂਟ ਕੀਤੀ ਉਹਨਾਂ ਨੇ, ਇਨਵੋਲਵ ਆ। ਉਹਨਾਂ ਨੇ ਡਰਾਇਆ ਧਮਕਾਇਆ, ਕਿਉਂਕਿ ਤੇ ਮਿਜ਼ਾਈਲ ਜਦੋਂ ਚੱਲਦੀ ਹੈ ਇਹਦੀ ਤਾਂ ਥਰਥਰਾਹਟ ਹੀ ਬੜੀ ਦੂਰ ਤੱਕ ਹੁੰਦੀ ਹੈ ਜਿੱਦਾਂ ਇਹਨਾਂ ਨੇ। ਪਰ ਅਮਰੀਕਾ ਨੇ ਚੁਣ ਕੇ ਮਾਰਿਆ ਜਵਾਹਰ ਨੂੰ। ਦੇਖੋ ਉਹੀ ਗੱਲ, ਉਹਦੀ ਫੈਮਿਲੀ ਉੱਥੇ ਬੈਠੀ ਰਹੀ ਹੈ, ਉਹ ਬਚ ਗਈ ਹੈਗੀ, ਉਹ ਬਾਲਕੋਨੀ ਦੇ ਵਿੱਚ ਨਾਲ ਘੁੰਮ ਰਹੇ ਸੀਗੇ, ਸੈਰ ਕਰ ਰਹੇ ਸੀ, ਉਹਨੂੰ ਉਸੇ ਤਰ੍ਹਾਂ ਪਿਕਅਪ ਕੀਤਾ, ਉੱਥੇ ਮਾਰ ਕੇ ਢੇਰੀ ਕਰ ਦਿੱਤਾ। ਪਰ ਹੁਣ ਅਮਰੀਕਾ ਦਾ ਇਹ ਲਹਿਜ਼ਾ ਹੈਗਾ ਬੋਲਣ ਦਾ ਵੀ, ਉਹਨਾਂ ਨੇ ਕਿਹਾ ਕਿ ਅਸੀਂ ਤਾਇਵਾਨ ਨਾਲ ਪਹਿਲੋਂ ਸੰਧੀ ਕਰ ਚੁੱਕੇ ਹਾਂ, ਕਿ ਉਹਨਾਂ ਨਾਲ ਇਹ ਟ੍ਰੀਟਮੈਂਟ ਹੋਊਗੀ ਸਾਡੇ ਨਾਲ, ਕਿ ਜਦੋਂ ਕੋਈ ਤੁਹਾਡੇ 'ਤੇ ਬਾਹਰੀ ਹਮਲਾ ਹੋਊਗਾ ਜਾਂ ਕੁਝ ਤੁਹਾਨੂੰ ਪ੍ਰੋਟੈਕਟ ਕਰਾਂਗੇ, ਤੁਹਾਨੂੰ ਅਸੀਂ ਤੁਹਾਨੂੰ ਵੈਪਨ ਵੀ ਦੇਵਾਂਗੇ, ਪ੍ਰੋਟੈਕਟ ਵੀ ਕਰਾਂਗੇ, ਤੁਹਾਡੀ ਰੱਖਿਆ ਵੀ ਕਰਾਂਗੇ। ਪਰ ਹੋ ਸਕਦਾ ਕਿ ਸਾਡੇ ਫੌਜੀ ਨਾ ਇਹਦੇ 'ਚ ਲੜਨ, ਕਿਉਂਕਿ ਸੈਨਿਕ ਇਹ ਬਹੁਤ ਬਚਾਉਂਦੇ ਆ, ਘੱਟ ਲੜਾਉਂਦੇ ਆ, ਇਸ ਕਰਕੇ ਆਪਣੀ ਸੈਨਾ ਨੂੰ ਇੰਨਾ ਨੁਕਸਾਨ ਨਹੀਂ ਦਿੰਦੇ, ਕਿਉਂਕਿ ਬਾਕੀ ਵੈਪਨ ਤਾਂ ਇਹਨਾਂ ਕੋਲ ਬੜੇ ਵੱਡੇ ਵਾਰਫੇਅਰ, ਬੜਾ ਕੁਝ ਹੈਗਾ, ਜ਼ਖੀਰਾ ਬਹੁਤ ਵੱਡਾ ਹੈ ਬਸ। ਪਰ ਉੱਧਰੋਂ ਇੱਕ ਨੀਤੀ ਹੋਰ ਹੈਗੀ ਇਹਨਾਂ ਦੀ ਤਾਇਵਾਨ ਦੀ। ਤਾਇਵਾਨ ਇੱਕ ਜਿਹੜੀ ਆ ਗੁਰੀਲਾ ਯੁੱਧ ਨਾਲ ਵੀ ਉਹ ਬਿਲਕੁਲ ਨਿਪੁੰਨਤਾ ਕਰ ਰਿਹਾ, ਲੋਕੇ ਵਾਰ ਕਰਨ ਦਾ ਜਿਹੜਾ ਗੱਲ ਇਹ ਹੈ ਨਾ। ਚੀਨ ਕਹਿੰਦਾ ਕਿ ਤਾਇਵਾਨ ਮੇਰਾ ਹਿੱਸਾ ਹੈ, ਉਹਨਾਂ ਕਿਹਾ। ਤਾਇਵਾਨ ਕਹਿੰਦਾ ਕਿ ਨਹੀਂ, ਮੈਂ ਇੰਡੀਪੈਂਡੈਂਟ ਹਾਂ, ਮੈਂ ਕਿਸੇ ਦਾ ਹਿੱਸਾ ਨਹੀਂ ਹਾਂ। ਇਸ ਚੀਜ਼ ਦਾ ਝਗੜਾ, ਇਹ ਸਿਰਫ ਜਿਹੜਾ ਯੂਕਰੇਨ ਦਾ ਮਸਲਾ, ਅਮਰੀਕਾ ਫਿਰ ਉੱਧਰ ਹੈ, ਯੂਰਪੀਅਨ ਕੰਟਰੀ ਦੂਜੇ ਗਰੁੱਪ 'ਚ ਦੋ ਲੌਬੀ ਬਣ ਗਈਆਂ, ਰਸ਼ੀਆ ਤੇ ਚਾਈਨਾ ਆਉਣਾ ਚਾਹੁੰਦਾ, ਇੱਧਰ ਚਾਈਨਾ ਇਹਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ, ਤੇ ਅਮਰੀਕਾ ਫਿਰ ਰੋਕ ਰਿਹਾ। ਦੇਖੋ ਨਾ, ਰਸ਼ੀਆ ਦੀ ਤੇ ਚੀਨ ਦੀ ਜਿਹੜੀ ਹਿਸਟਰੀ ਹੈ ਸੇਮ ਆ, ਬਿਕੋਜ਼ ਦੋਨੋਂ ਹੀ ਕਮਿਊਨਿਸਟ ਕੰਟਰੀਜ਼ ਨੇ। ਇੱਕ ਨੀਤੀ ਹੈ, ਇੱਕ ਕੋਈ ਸੋਚ ਹੈ ਨਾ, ਠੀਕ ਹੈ ਨਾ। ਉਹ ਠੀਕ ਹੈ ਕਿ ਅੱਜ ਉਹ ਮਾਡਰਨ ਕਮਿਊਨਿਜ਼ਮ ਹੈ, ਕੈਪੀਟਲਿਸਟ ਕਮਿਊਨਿਜ਼ਮ ਹੈ, ਕਿਉਂਕਿ ਕਮਿਊਨਿਜ਼ਮ ਜੋ ਪਿਓਰ ਕਮਿਊਨਿਜ਼ਮ ਹੈ ਉਹ ਤਾਂ ਕਿਤੇ ਦੋਵੇਂ ਕੰਟਰੀਜ਼ 'ਚ ਦੇਖਣ ਨੂੰ ਮਿਲਦਾ ਨਹੀਂ। ਜੋ ਲਾਈਫ ਸਟਾਈਲ ਪੁਤਿਨ ਸਾਹਿਬ ਦਾ ਹੈ, ਜੋ ਲਾਈਫ ਸਟਾਈਲ ਜਿਨਪਿੰਗ ਸਾਹਿਬ ਦਾ ਹੈ, ਉਹ ਤੇ ਬੜੀ ਹਾਈ ਫਾਈ ਲਾਈਫ ਸਟਾਈਲ ਨੇ, ਔਰ ਮਾਰਕਸਿਜ਼ਮ ਇਸ ਚੀਜ਼ ਦੀ ਇਜਾਜ਼ਤ ਹੀ ਨਹੀਂ ਦਿੰਦਾ। ਸੋ ਉਹ ਤਾਂ ਗੱਲ ਵੱਖਰੀ ਰਹਿ ਗਈ। ਔਰ ਜਿਹੜੀਆਂ ਅੰਦਰ ਦੀਆਂ ਦਬੀਆਂ ਹੋਈਆਂ ਖਬਰਾਂ ਪਹੁੰਚਦੀਆਂ ਨੇ ਰਸ਼ੀਆ ਬਾਰੇ ਵੀ ਔਰ ਚੀਨ ਬਾਰੇ ਵੀ, ਜਿੱਦਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਸੱਚਾਈ ਬਾਹਰ ਨਹੀਂ ਆਉਣ ਦਿੱਤੀ ਜਾਂਦੀ, ਸੋ ਉਹ ਚੀਜ਼ਾਂ ਮਾਰਕਸਿਜ਼ਮ ਵੱਲ ਨਹੀਂ ਜਾਂਦੀਆਂ। ਇਹ ਕੁਝ ਮਾਡਰਨ ਕਮਿਊਨਿਜ਼ਮ ਹੈ ਜਿਹੜਾ ਇਹਨਾਂ ਨੂੰ ਸੂਟ ਕਰਦਾ, ਇਹਨਾਂ ਦੀਆਂ ਨੀਤੀਆਂ ਨੂੰ, ਇਹਨਾਂ ਦੇ ਏਜੰਡੇ ਨੂੰ ਸੂਟ ਕਰਦਾ। ਪਰ ਆਪਾਂ ਜੇ ਛੋਟੇ ਦਾਇਰੇ 'ਚ ਵੀ ਕੋਈ ਗੱਲ ਕਰੀਏ ਨਾ, ਕਦੇ ਜੇ ਕਿਤੇ ਕਿਸੇ ਜ਼ਮੀਨ ਦਾ ਪੰਜਾਬ 'ਚ ਝਗੜਾ ਹੋਵੇ, ਜਾਂ ਸਮਝ ਲਓ ਹਰਿਆਣੇ 'ਚ ਝਗੜਾ ਹੋਵੇ, ਜਾਂ ਕਿਤੇ ਯੂਪੀ ਬਿਹਾਰ 'ਚ ਹੋਵੇ, ਕਿਤੇ ਜ਼ਮੀਨ ਦਾ ਝਗੜਾ ਹੈਗਾ, ਔਰ ਜਿਸ 'ਚ ਸੁਲਹ ਸਫਾਈ ਕਰਾਉਣ ਵਾਲੇ ਜਿਹੜੀ ਪਾਵਰਫੁਲ ਲੋਕ ਨੇ, ਜਿਹੜੇ ਉੱਥੇ ਵੱਡੇ ਲੋਕ ਨੇ, ਜਿਨ੍ਹਾਂ ਕੋਲ ਵੱਡਾ ਗ੍ਰਿਪ ਹੈਗਾ, ਉਹ ਕਈ ਵਾਰੀ ਉਹਨਾਂ ਦੀ ਲੜਾਈ ਖਤਮ ਕਰਕੇ ਕਬਜ਼ਾ ਆਪ ਮਰ ਜਾਂਦੇ। ਇਹ ਹਿਊਮਨ ਸਾਈਕੀ ਹੈ ਇੱਥੇ ਵੀ। ਹੁਣ ਵੀ ਜਿਹੜਾ ਇਹ ਰੌਲਾ ਹੈਗਾ, ਰਸ਼ੀਆ ਉੱਧਰੋਂ ਕਹਿ ਰਿਹਾ ਕਿ ਮੈਂ ਇਹਦਾ ਯੂਕਰੇਨ ਮੇਰੇ ਲਈ ਆ, ਮੇਰੇ ਕੰਟਰੀ 'ਚ ਰਿਹਾ ਹੈਗਾ, ਮੇਰਾ ਇਹਦੇ 'ਤੇ ਸਾਰਾ ਕਬਜ਼ਾ ਹੈ। ਔਰ ਇਸੇ ਤਰ੍ਹਾਂ ਚਾਈਨਾ, ਪਰ ਵਿੱਚ ਕੌਣ ਹੈਗਾ ਫਿਰ? ਅਮਰੀਕਾ ਦੋਨੇ ਪਾਸੇ ਆ। ਔਰ ਉਹਦੇ 'ਚ ਬ੍ਰਿਟੇਨ ਵੀ ਨਾਲ ਹੈ, ਯੂਰਪੀਅਨ ਕੰਟਰੀ ਵੀ ਨਾਲ ਹੈ। ਇਸ ਵਕਤ ਚੀਨ ਤੇ ਰੂਸ ਇੱਕ ਖੇਮਾ ਬਣਿਆ ਹੋਇਆ, ਜੋ ਇਹਨਾਂ ਦੇ ਨਾਲ ਕੰਟਰੀਜ਼ ਹੋਰ ਆਉਣਾ ਚਾਹੁੰਦੀਆਂ ਨੇ, ਕੁਝ ਇਹਦੇ ਨਾਲ ਇਸਲਾਮਿਕ ਕੰਟਰੀਜ਼ ਵੀ ਆਉਣਾ ਚਾਹੁੰਦੀਆਂ ਨੇ। ਦੂਜਾ ਖੇਮਾ ਬਣਿਆ ਹੋਇਆ ਅਮਰੀਕਾ ਤੇ ਯੂਰਪ, ਉਹ ਇੱਕ ਦੂਜਾ ਖੇਮਾ ਹੈ। ਹੁਣ ਦੋ ਧੜਿਆਂ ਦੇ ਵਿੱਚ ਜੋ ਅੱਗੇ ਚੱਲ ਕੇ ਪੂਰਾ ਜੀਓਪੋਲਿਟਿਕਸ ਬਣਨਾ, ਇਹ ਦੋ ਧੜਿਆਂ ਦਾ ਬਣਨਾ। ਹੁਣ ਅੱਗੇ ਜਾ ਕੇ ਰਿਜ਼ਲਟ ਕਿੱਧਰ ਨੂੰ ਜਾਣਗੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਵਕਤ ਕੀ ਹੈ ਕਿ ਜੋ ਚੀਨ ਹੈ ਨਾ, ਇਹਦੇ ਜਿਹੜੇ ਸਾਰੇ ਬਾਰਡਰਸ ਨੇ, ਆਪਣੇ ਸਾਰੇ ਗੁਆਂਢੀਆਂ ਮੁਲਕਾਂ ਨਾਲ ਇਹਦਾ ਰੌਲਾ ਹੀ ਰੌਲਾ ਹੈ। ਇੰਡੀਆ ਨਾਲ ਵੀ ਉਹੀ ਰੌਲਾ ਹੈਗਾ। ਇੰਡੀਆ ਦਾ ਅਰੁਣਾਚਲ ਪ੍ਰਦੇਸ਼ ਕਹਿੰਦਾ ਮੇਰਾ ਹਿੱਸਾ ਹੈ, ਉਹ ਪਾਸੇ ਸਾਰੇ ਪਾਸੇ ਕਿ ਉਹ ਨਹੀਂ ਮੰਨਦਾ। ਹੁਣ ਕੀ ਕੀਤਾ ਕਿ ਇਹਨੇ ਆਪਣੀ ਫੌਜ ਦੇ ਵਿੱਚ ਤਿੱਬਤ ਦੇ ਤੇ ਨੇਪਾਲ ਦੇ ਨੌਜਵਾਨਾਂ ਨੂੰ ਭਰਤੀ ਕਰਨ ਲੱਗ ਪਏ, ਜਿਹੜੇ ਹਿੰਦੀ ਜਾਣਦੇ ਨੇ, ਤਾਂ ਕਿ ਉਹਨਾਂ ਨੂੰ ਜਾਸੂਸੀ ਵਾਸਤੇ ਵਰਤਿਆ ਜਾ ਸਕੇ। ਇੱਕ ਨਵੀਂ ਸਟ੍ਰੈਟਜੀ ਲੈ ਕੇ ਆ ਗਿਆ। ਲੋਕਲ ਲੋਕ ਹੈ ਨਾ, ਉਹਨਾਂ ਨੂੰ ਪਤਾ ਉੱਥੋਂ ਦੀ ਸਾਰੀ ਦੁਨੀਆ ਦਾ, ਏਰੀਆ ਦਾ, ਬੋਲੀ ਦਾ, ਉਹ ਸਾਰਾ ਪਤਾ ਹੈਗਾ। ਔਰ ਇਹਨਾਂ ਤੋਂ ਇੱਕ ਤਾਂ ਇਹਨਾਂ ਕੋਲ ਆਰਮੀ ਬਹੁਤ ਹੈਗੀ ਆ, ਔਰ ਸੈਨਿਕ ਬਹੁਤ, ਜਨਸੰਖਿਆ ਬਹੁਤ ਹੈ, ਪਾਵਰਫੁਲ ਵੀ ਬਹੁਤ ਹੈਗੇ ਆ, ਦਿਮਾਗੀ ਵੀ ਹੈਗੇ ਆ। 1962 'ਚ ਦੇਖ ਲਓ ਇੰਡੀਆ ਨਾਲ ਕੀ ਕੀਤਾ ਇਹਨਾਂ ਨੇ। ਔਰ ਇਹਨੇ ਜਿਹੜੀ ਭਿਆਨਕ ਯੁੱਧ ਹੋਇਆ, ਕਈ ਵਾਰ ਕਈ ਫੌਜੀ ਜਿਹੜੇ ਦੱਸਦੇ ਨੇ, ਜਿਹੜੇ ਭਿਆਨਕ ਯੁੱਧ ਵਿੱਚੋਂ ਨਿਕਲ ਕੇ ਆਏ, ਉਹ ਕਹਿੰਦੇ ਸੀ ਬਹੁਤ ਵੈਪਨ ਨਹੀਂ ਸਾਡੇ ਕੋਲ, ਇੰਡੀਆ ਨੇ ਸਪਲਾਈ ਨਹੀਂ ਕੀਤੀ। ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਹੀ, ਉਹ ਵੀ ਸ਼ਾਇਦ ਇਹਨਾਂ ਦੇ ਪੱਖ ਵਿੱਚ ਸੀਗਾ। ਕਈ ਵਿਚਾਰੇ ਨਿਹੱਥੇ ਸੀਗੇ, ਔਰ ਪਹਾੜੀਆਂ ਦੇ ਵਿੱਚ ਦੀ ਕਿਸ ਹੀਲੇ ਨਾਲ ਕਿਸ ਤਰ੍ਹਾਂ ਵਿਚਾਰੇ ਉੱਥੋਂ ਆਏ, ਉਹ ਜਿਹੜੇ ਉੱਥੋਂ ਅੱਖਾਂ ਨਾਲ ਵੇਖਿਆ ਜਿਨ੍ਹਾਂ ਨੇ, ਕੋਈ ਤਾਂ ਮਰ ਗਏ ਭੁੱਖ ਨਾਲ, ਕੋਈ ਵਿਚਾਰੇ ਉੱਥੋਂ ਪਹਾੜੀਆਂ ਦੇ ਗਰੁੱਪ 'ਚ ਆ ਕੇ ਪੈਦਲ ਚੱਲ ਕੇ ਕਿਸ ਤਰ੍ਹਾਂ ਨਿਕਲ ਕੇ ਆਏ ਉੱਥੋਂ। ਇਹ ਹਾਲਤ ਸੀ ਉਦੋਂ। ਬਾੜ ਤੋਂ ਬਾਅਦ ਫਿਰ ਛੋਟੀ ਮੋਟੀ ਲੜਾਈ ਹੁੰਦੀ ਰਹੀ। ਅਜੇ ਵੀ ਇਹਨਾਂ ਨੇ ਮਾਰੇ ਇੱਕ ਘਾਟੀ ਦੇ ਨਾਲ, ਉਹਦੇ 'ਚੋਂ 10-12 ਮੁੰਡੇ ਮਾਰ ਦਿੱਤੇ ਹੱਥੋਂ ਪਾਈ ਨਾਲ ਹੀ। ਔਰ ਦੇਖ ਲਓ ਆਪਾਂ ਕਹਿੰਦੇ ਕੱਦ 'ਚ ਛੋਟੇ, ਗਲਵਾਨ ਘਾਟੀ ਕੱਦ 'ਚ ਨਹੀਂ, ਗਲਵਾਨ ਘਾਟੀ ਦੇ ਵਿੱਚ,
ਕਿਉਂਕਿ ਇਹ 'ਚ ਪੰਜਾਬੀ ਤਕੜੇ ਆ, ਹਿੰਦੁਸਤਾਨ ਦੇ ਲੰਬੇ ਉੱਚੇ ਲੋਕ ਹੈ, ਪਰ ਉਹ ਦੇਖ ਲਓ ਉਹਨਾਂ ਨੇ ਹੱਥੋਂ ਪਾਈ ਕਰਕੇ ਮਾਰ ਦਿੱਤੇ। ਦੇਖੋ ਇਹ ਸਾਰੀ ਸਟ੍ਰੈਟਜੀ ਹੈ, ਬੇਸਿਕਲੀ ਤਾਂ ਸਾਰਾ ਟ੍ਰੇਡ ਆ, ਬੇਸਿਕਲੀ ਤਾਂ ਸਾਰੀ ਮਾਰਕੀਟ ਆ। ਜਿਹਦੇ ਕੋਲ ਜਿਹੜੀ ਚੀਜ਼ ਹੈ ਉਹਨੂੰ ਉਹਦੀ ਮਾਰਕੀਟ ਚਾਹੀਦੀ ਹੈ। ਅਮਰੀਕਾ ਕੋਲ ਹਥਿਆਰ ਨੇ, ਉਹਨੂੰ ਹਥਿਆਰਾਂ ਵਾਸਤੇ ਮੰਡੀ ਚਾਹੀਦੀ ਹੈ। ਚੀਨ ਕੋਲ ਇਲੈਕਟ੍ਰੋਨਿਕ ਆਈਟਮਸ ਨੇ, ਉਹਨੂੰ ਇਲੈਕਟ੍ਰੋਨਿਕਸ ਵਾਸਤੇ ਮੰਡੀ ਚਾਹੀਦੀ ਹੈ, ਜਾਂ ਹੋਰ ਜਿਹੜੇ ਉਹਦੇ ਕੋਲ ਹੈਂਡੀਕ੍ਰਾਫਟਸ ਖੋਲੇ ਹੋਏ ਨੇ ਉਹਦੇ ਵਾਸਤੇ ਮੰਡੀ ਚਾਹੀਦੀ ਹੈ। ਹੁਣ ਤਾਈਵਾਨ ਨੇ ਆਪਣੇ ਮੈਨੂਫੈਕਚਰਿੰਗ ਯੂਨਿਟਸ ਜਿਹੜੇ ਨੇ ਅਮਰੀਕਾ ਦੇ ਵਿੱਚ ਸ਼ਿਫਟ ਕੀਤੇ, ਉਧਰ ਕਰ ਦਿੱਤੇ ਕਿ ਹਮਲਾ ਹੋਵੇਗਾ ਤੇ ਕੋਈ ਖਤਰਾ ਨਾ ਹੋਵੇ, ਕੋਈ ਨੁਕਸਾਨ ਨਾ ਹੋਵੇ, ਉਹ ਵੀ ਸੋਚ ਕੇ ਚੱਲਦਾ ਪਿਆ। ਚਿਪ ਬਣ ਰਿਹਾ, ਚਿਪ ਜਿਹੜੇ ਹੈਗੇ 60% ਤਾਇਵਾਨ ਪ੍ਰੋਡਿਊਸ ਕਰਦਾ। ਉਹਦੇ ਵਿੱਚ ਦੇਖੋ ਬਾਕੀ ਜਿਹੜੇ ਆ ਕੰਟਰੀ, ਚਾਈਨਾ ਕੋ ਵੀ ਥੋੜਾ ਹੈਗਾ, ਅਮਰੀਕਾ ਤੋਂ ਵੀ ਹੈਗਾ, ਪਰ ਅਬਵ ਜਿਹੜਾ ਪਰਸੈਂਟੇਜ ਹੈਗੇ 60% ਇਕੱਲਾ ਤਾਇਵਾਨ ਕਰਦਾ। ਔਰ ਉਹਦੇ ਨਾਲ ਇਹਦੇ ਅਮਰੀਕਾ ਦੇ ਸੰਬੰਧ ਇਸੇ ਕਰਕੇ ਵੇਖ ਗਿਆ ਕਿ ਇਹਨਾਂ ਦੀ ਮਾਰਕੀਟ ਇਕੱਠੀ ਰਹੀ। ਉਹ ਇਹ ਦਿੰਦਾ ਇਲੈਕਟ੍ਰੋਨਿਕਸ ਦਾ ਸਮਾਨ, ਉਹ ਦੇ ਰਿਹਾ ਵੈਪਨ, ਜਿੰਨੇ ਐਕਸਚੇਂਜ ਹੁੰਦਾ ਰਿਹਾ, ਜਿਹਦੇ ਚ ਟੈਂਕ ਵੀ ਆ ਗਏ ਇਹਨਾਂ ਕੋਲ, ਮਿਜ਼ਾਈਲਾਂ ਵੀ ਆ ਗਈਆਂ ਇਹਨਾਂ ਕੋਲ, ਵੈਪਨ। ਇੱਕ ਪੁਰਾਣਾ ਆਰਟੀਕਲ ਹੈ, ਉਹਦੇ ਵਿੱਚ ਇਹ ਚੀਜ਼ ਛਪੀ ਸੀ, ਚਾਈਨਾ ਦਾ ਦੂਜਾ ਨਾਂ ਡਰੈਗਨ ਹੈ, ਕਿ ਡਰੈਗਨ ਨੇ ਆਪਣੀ ਹਿਸਟਰੀ ਵਿੱਚੋਂ ਉਹ ਨਕਸ਼ਾ ਲੱਭ ਲਿਆ ਜਿਹੜਾ ਉਹਨੂੰ ਪੂਰੀ ਦੁਨੀਆ ਦੇ ਉੱਤੇ ਕਾਬਜ਼ ਕਰਵਾ ਸਕਦਾ ਹੈ। ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਉਸ ਨਕਸ਼ੇ ਦੇ ਆਧਾਰ ਦੇ ਉੱਤੇ ਉਹਨੇ ਸਿਲਕ ਰੋਡ ਡਿਵੈਲਪ ਕੀਤੀ ਸੀ, ਕਿਉਂਕਿ ਉੱਥੋਂ ਸਿਲਕ ਦਾ ਸਾਰਾ ਵਪਾਰ ਹੁੰਦਾ ਸੀ, ਭਾਰਤ ਤੱਕ ਹੁੰਦਾ ਸੀ ਇਹ ਸਾਰਾ ਕੁਝ। ਅਸੀਂ ਦੇਖਦੇ ਹਾਂ ਕਿ ਜਿੱਦਾਂ ਅੰਗਰੇਜ਼ ਆਏ ਨੇ, ਸਾਡੀ ਇਕਨੋਮੀ ਬਹੁਤ ਸਟਰੋਂਗ ਸੀ, ਫਿਰ ਹੌਲੀ ਹੌਲੀ ਚੀਨ ਦੀ ਵੀ ਇਕਨੋਮੀ ਬਹੁਤ ਸਟਰੋਂਗ ਸੀ, ਲੇਕਿਨ ਗੇਮ ਖੇਡੀ ਗਈ, ਅਫੀਮ ਦੀ ਲੱਤ ਲਗਾ ਦਿੱਤੀ ਗਈ। ਉਹਨਾਂ ਨੂੰ ਜਿੱਥੇ ਭਾਰਤ ਦੇ ਵਿੱਚ ਸ਼ਰਾਬ ਦੀ ਦੁਕਾਨ ਖੋਲੀ ਗਈ ਪਹਿਲੀ, ਉਦੋਂ ਕੁਝ ਹੋਰ ਹੀ ਸਿਸਟਮ ਬਣਾ ਕੇ ਰੱਖ ਦਿੱਤਾ, ਲੋਕਾਂ ਨੂੰ ਨਸ਼ੇ ਵੱਲ ਲੈ ਗਏ। ਚੀਨ ਦੇ ਵਿੱਚ ਅਫੀਮ ਦੀ ਲੱਤ ਲਾ ਦਿੱਤੀ, ਉਹਦੀ ਇਕਨੋਮੀ ਜਿਹੜੀ ਸੀ ਕਮਜ਼ੋਰ ਕੀਤੀ। ਇੱਧਰ ਭਾਰਤ ਦੀ ਇਕਨੋਮੀ ਕਮਜ਼ੋਰ ਕੀਤੀ, ਲੁੱਟਣਾ ਸ਼ੁਰੂ ਕੀਤਾ, ਜਹਾਜ਼ ਭਰ ਕੇ ਬ੍ਰਿਟੇਨ ਜਾ ਰਹੇ ਨੇ ਸਾਰੇ ਮਾਲ ਦੇ। ਸੋ ਇਕਨੋਮੀ ਨੂੰ ਉਹਨਾਂ ਨੇ ਕਮਜ਼ੋਰ ਕਰ ਦਿੱਤਾ। ਪਾਲਿਸੀ ਹੁੰਦੀ ਹੈ ਜਿੱਥੇ ਕੋਈ ਬਿਲਕੁਲ ਇਹ ਸਾਰਾ ਕੁਝ ਅਸਲ 'ਚ ਟ੍ਰੇਡ ਆ। ਮਾਰਿਆ ਪਤਾ ਕੌਣ ਜਾਂਦਾ? ਡਿਵੈਲਪਿੰਗ ਕੰਟਰੀ। ਜਿਹੜੇ ਇਹ ਲੋਕ ਆ ਨਾ, ਜਿਹੜੇ ਡਿਵੈਲਪ ਕੰਟਰੀ ਆ, ਹੁਣ ਦੇਖੋ ਮੂੰਹ ਤੋੜਵਾਂ ਜਵਾਬ ਚਾਈਨਾ ਨੇ ਅਮਰੀਕਾ ਨੂੰ ਦਿੱਤਾ, ਅਮਰੀਕਾ ਨੂੰ ਹੋਰ ਤਾਂ ਕੋਈ ਨਹੀਂ ਦੇ ਸਕਦਾ। 1.5-2 ਘੰਟੇ ਜਦੋਂ ਉਹਨਾਂ ਦੀ ਟਾਕ ਹੋਈ ਆ ਬਾਈਡਨ ਨਾਲ, ਤਾਂ ਬਾਈਡਨ ਨੂੰ ਉਹਨਾਂ ਨੇ ਸਿੱਧੇ ਜਵਾਬ ਦਿੱਤੇ ਇਹਨਾਂ ਨੇ ਚਾਈਨਾ ਦੇ ਉੱਧਰੋਂ। ਤੇ ਹੁਣ ਉੱਧਰੋਂ ਬਾਈਡਨ ਚੁੱਪ ਹੋ ਗਿਆ। ਚੁੱਪ ਹੋਣ ਤੋਂ ਬਾਅਦ ਉਹ ਜਦੋਂ ਗਈ ਨਾਂਸੀ ਪੈਲੋਸੀ ਜਦੋਂ ਉੱਪਰ ਦੀ ਗਈ ਆ, ਉਦੋਂ ਬਾਅਦ ਇਹਨੂੰ ਗੁੱਸਾ ਚੜਿਆ ਨੇ, ਫਿਰ ਮੂੰਹ ਤੋੜਵਾਂ ਜਵਾਬ ਦੇ ਕੇ ਫਿਰ ਹਮਲਾ ਕੀਤਾ। ਇਹ ਹੁਣ ਕਿਸੇ ਦੀ ਉਹ ਗੱਲ ਨਹੀਂ ਮੰਨਦੇ, ਕਿਉਂਕਿ ਬਰਾਬਰ ਕੰਟਰੀ ਹੈਗੀਆਂ। ਡਰੂਗਾ ਕੌਣ? ਅਮਰੀਕਾ ਤੋਂ ਪਾਕਿਸਤਾਨ ਡਰੂਗਾ, ਇੰਡੀਆ ਡਰੂਗਾ, ਹੈ ਨਾ, ਬੰਗਲਾਦੇਸ਼ ਡਰੂਗਾ, ਹੈ ਨਾ, ਦੂਸਰੇ ਨੇਪਾਲ ਡਰੂਗਾ। ਛੋਟੇ ਕੰਟਰੀ, ਵੱਡਾ ਕੰਟਰੀ ਤੇ ਸਾਹਮਣੇ ਆਉਂਦੇ ਆ, ਪਰ ਇਹ ਵੀ ਉਹਨਾਂ ਨੂੰ ਅੱਖਾਂ ਦਿਖਾ ਦਿੰਦੇ ਆ, ਮੁੜ ਕੇ ਪ੍ਰੈਕਟੀਕਲੀ ਕੁਝ ਨਹੀਂ ਕਰ ਸਕਦੇ। ਜਿੱਦਾਂ ਵੀ ਬ੍ਰਿਟੇਨ ਭਾਵੇਂ ਛੋਟਾ ਦੇਸ਼ ਹੈ, ਉਹਦੇ ਸਾਹਮਣੇ ਵੀ ਨਹੀਂ ਕੋਈ ਖੰਘ ਸਕਦਾ, ਇੱਦਾਂ ਦੀ ਗੱਲ ਹੈ। ਕਿਉਂਕਿ ਉਹਦੀ ਵੀਟੋ ਪਾਵਰ ਵਾਲੇ ਕੰਟਰੀ ਜਿਹੜੇ ਆ ਸਿਰਫ ਤੇ ਸਿਰਫ ਮਾਰਕੀਟ ਬਣਾਉਂਦੇ ਆ ਆਪਣੀਆਂ ਬਾਕੀ ਕੰਟਰੀਆਂ। ਦੈਟ ਇਜ਼ ਬੇਸਿਕਲੀ ਟ੍ਰੇਡ ਬਿਜ਼ਨਸ ਹੈ, ਕਿਉਂਕਿ ਬ੍ਰਿਟੇਨ ਦਾ ਨੈਟਵਰਕ ਐਡਾ ਜ਼ਬਰਦਸਤ ਹੈ ਕਿ ਜੇ ਖੁਦਾ ਨਾ ਖਾਸਤਾ ਬ੍ਰਿਟੇਨ ਦੇ ਖਿਲਾਫ ਕੋਈ ਕੰਟਰੀ ਖੜਾ ਹੁੰਦਾ ਤੇ ਉਹਦੇ ਸਪੋਰਟਰਸ ਬਹੁਤ ਆ ਜਾਣਗੇ, ਕਿਉਂਕਿ ਉਹ ਇੰਟਰਨੈਸ਼ਨਲ ਮਾਰਕੀਟ ਉੱਥੋਂ ਹੀ ਕੰਟਰੋਲ ਹੁੰਦੀ ਹੈ ਸਾਰੀ, ਗੋਲਡ ਦੀ ਤਾਂ ਖਾਸ ਕਰਕੇ ਹੁੰਦੀ ਹੈ, ਜੋ ਸਾਰੀ ਇਕਨੋਮੀ ਦਾ ਬੇਸ ਬਣਦਾ ਹੈ। ਸੋ ਤਾਈਵਾਨ ਦਾ ਵੀ ਉਦਾਂ ਹੀ ਹੈ ਕਿ ਇੱਕ ਛੋਟਾ ਕੰਟਰੀ ਆ, ਤਾਂ ਉਹਨਾਂ ਨੇ ਆਪਣੀ ਸਪੇਸ ਦੇ ਮੁਤਾਬਿਕ ਆਪਣੀ ਟੈਕਨੋਲੋਜੀ ਡਿਵੈਲਪ ਕੀਤੀ, ਉਸ ਦੇ ਬੇਸ ਦੇ ਉੱਤੇ ਉਹ ਸਾਰੀ ਮਾਰਕੀਟ ਲੱਭਦੇ ਨੇ। ਸੋ ਚੀਨ ਦਾ ਉਹ ਕੰਪੀਟੀਟਰ ਵੀ ਇੱਕ ਤਰ੍ਹਾਂ ਦੇ ਨਾਲ, ਚੀਨ ਔਰ ਉਧਰ ਜੋ ਕੋਰੀਆ ਵਾਲੇ ਸਾਡੇ ਭਾਈ ਸਾਹਿਬ ਨੇ, ਚਾਈਨਾ ਤੋਂ ਮਾਲ ਜਾਂਦਾ। ਹੁਣ ਅਗਲਾ ਜਿਹੜੇ ਦੋ ਉਹਨਾਂ ਨੂੰ ਤੇ ਸਾਡੇ ਭਾਈ ਸਾਹਿਬ ਵੀ ਕਹਿੰਦਾ, ਜਿਹੜੇ ਹਮੇਸ਼ਾ ਹੀ ਤੇਜ਼ ਰਹਿੰਦੇ ਨੇ। ਦੋ ਹਲਵਾਈ ਜਦੋਂ ਮਿਠਾਈ ਵੇਚਣ ਬਾਹਰ ਨਿਕਲਦੇ ਆ, ਜਦੋਂ ਹੋਕਾ ਦਿੰਦੇ ਆ ਤਾਂ ਉਹ ਇੱਕ ਦੂਜੇ ਨਾਲ ਉਹਨਾਂ ਦੀ ਚੜਤ ਹੋ ਜਾਂਦੀ ਹੈ। ਇੱਕ ਕਹਿੰਦਾ ਮੇਰਾ ਵਿਕ ਜੇ, ਇੱਕ ਕਹਿੰਦਾ ਮੇਰਾ ਵਿਕ ਜੇ। ਹੁਣ ਇਹਨਾਂ ਦੋਨਾਂ ਕੰਟਰੀ ਦੀ, ਚਾਈਨਾ ਤੇ ਜਿਹੜੇ ਤਾਈਵਾਨ, ਇਹਨਾਂ ਦਾ ਇਹੋ ਹੀ ਆ ਕਿ ਸਾਡਾ ਮਾਲ ਵਿਕੇ। ਮਾਲ ਕਿਹੜਾ? ਇਲੈਕਟ੍ਰੋਨਿਕਸ, ਜਿਹੜਾ ਮਾਲ ਇਹਨਾਂ ਕੋਲ ਹੈਗਾ, ਜਿਹਦੇ ਚਿੱਪ ਆ, ਜਿਹਦੇ ਮੋਬਾਈਲ ਆ, ਕੁਝ ਵੀ ਹੈ, ਔਰ ਉਹ ਗੈਜਟਸ ਬਹੁਤ ਨੇ। ਤੇ ਜਿਹੜਾ ਅਮਰੀਕਾ ਉਹ ਆਂਦਾ ਮੇਰੇ ਵੈਪਨ ਵਿਕ ਜਾਣ, ਜਿਹੜੇ ਉਹਦੇ ਕੋਲ ਪਏ ਆ, ਜਿਹੜੇ ਜਗਾਲੇ ਗਏ। ਵੈਪਨ ਦੀ ਗੱਲ ਤੁਸੀਂ ਕਹਿ ਰਹੇ ਆ, ਜਿਹੜੇ ਉਹ ਕੋਰੀਆ ਵਾਲੇ ਆਪਣੇ ਹੈਗੇ ਨੇ, ਸਾਊਥ ਕੋਰੀਆ ਵਾਲੇ, ਉਹ ਕੁਝ ਵੀ ਗੱਲ ਹੋਵੇ, ਮੈਂ ਤਿਆਰ ਹਾਂ, ਮੇਰੀਆਂ ਮਿਜ਼ਾਈਲਾਂ ਤਿਆਰ ਨੇ, ਮੇਰੇ ਐਟਮ ਬੰਬ ਤਿਆਰ ਨੇ। ਡਿਕਟੇਟਰਸ਼ਿਪ ਹੈ ਨਾ ਉੱਥੇ, ਤਾਨਾਸ਼ਾਹੀ ਹੈ ਨਾ ਉੱਥੇ, ਤਾਂ ਉਹ ਚੀਨ ਨੂੰ ਸਪੋਰਟ ਕਰਦੇ ਨੇ, ਉੱਥੇ ਬਾਕੀ ਜਨਤਾ ਨਹੀਂ ਕੁਝ ਸਕਦੀ। ਯੈਸ, ਹਾਂ, ਉੱਥੇ ਸਿਰਫ ਤੇ ਸਿਰਫ ਉਹ ਆਪ ਹੀ ਹੈ, ਸਾਰਾ ਕੁਝ ਆਪ ਹੀ ਹੈ, ਮੈਂ ਹੀ ਮੈਂ ਹੂੰ। ਹਾਂ, ਸੋ ਉਹ ਚੀਨ ਨੂੰ ਸਪੋਰਟ ਕਰਦੇ ਨੇ, ਔਰ ਚੀਨ ਉਹਨਾਂ ਨੂੰ ਸਪੋਰਟ ਕਰਦਾ ਹੈ। ਪਰ ਫਿਰ ਵੀ ਜੇ ਡਿਕਟੇਟਰਸ਼ਿਪ ਆ ਜਾਂ ਤਾਨਾਸ਼ਾਹੀ ਹੈ, ਫਿਰ ਵੀ ਡਿਵੈਲਪ ਕੰਟਰੀ ਆ। ਦੇਖੋ ਕਿੰਨਾ ਕੁਝ ਉਹਦੇ ਕੋਲ ਹੈਗਾ। ਬਟ ਨਹੀਂ, ਜੋ ਅੰਦਰ ਦੀ ਜੋ ਨਿਊਜ਼ ਹੈ ਉਹਦੇ ਮੁਤਾਬਿਕ ਇਹ ਹੈ ਕਿ ਡਿਵੈਲਪਡ ਕੰਟਰੀ ਸ਼ੋਅ ਕੀਤਾ ਜਾਂਦਾ, ਪਰ ਜਿਸ ਲੈਵਲ ਦੇ ਉੱਤੇ ਉੱਥੇ ਗਰੀਬੀ ਹੈ, ਉਹ ਲੈਵਲ ਕਦੀ ਬਾਹਰ ਨਹੀਂ ਆ ਸਕਦੀ ਗੱਲ, ਕਿਉਂਕਿ ਉਹ ਨਿਊਜ਼ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਉਹਨਾਂ ਨੇ, ਫਿਲਟਰ ਹੋ ਕੇ ਆਉਂਦੀਆਂ ਨੇ। ਗੇਟ ਕੀਪਰਸ ਬੜੇ ਜ਼ਬਰਦਸਤ ਨੇ ਜੋ ਮੀਡੀਆ ਹਾਊਸਸ ਦੇ ਨੇ, ਉਹਨਾਂ ਦੇ ਜਿਹੜੀਆਂ ਉਹਨਾਂ ਦੇ ਪ੍ਰੋਡਕਟ ਆ ਰਹੀਆਂ ਬਾਹਰ ਸਾਊਥ ਕੋਰੀਆ ਦੀਆਂ, ਬੜੀ ਸੋਲਿਡ ਔਰ ਵਿਕ ਰਹੀਆਂ ਮਾਰਕੀਟ 'ਚ। ਤੁਸੀਂ ਗੱਡੀਆਂ ਦੀ ਦੇਖ ਲਓ, ਤੁਸੀਂ ਵੈਪਨ ਦੇਖ ਲਓ, ਤੁਸੀਂ ਦੂਸਰਾ ਸਮਾਨ ਦੇਖ ਲਓ, ਜਿਹੜਾ ਸਾਊਥ ਕੋਰੀਆ ਦਾ ਇੰਡੀਆ ਨਾਲੋਂ ਕਿਤੇ ਬਿਹਤਰ ਹੈਗਾ, ਬਿਹਤਰ ਹੈ। ਔਰ ਇੰਡੀਆ ਨੂੰ ਤੇ ਕਰਪਸ਼ਨ ਨਹੀਂ ਮਾਰ ਲਿਆ, ਹਰ ਥਾਂ ਦੇ ਉੱਤੇ ਕਰਪਸ਼ਨ। ਇੱਥੇ ਡਿਕਟੇਟਰਸ਼ਿਪ ਹੋ ਜੇ ਤਾਂ ਜ਼ਿਆਦਾ ਬੈਟਰ ਆ, ਕਰਪਸ਼ਨ ਨਹੀਂ ਇੱਥੇ ਹੋ ਨਹੀਂ ਸਕਦੀ, ਕਿਉਂਕਿ ਲੋਕਤੰਤਰ ਹੈ। ਪਰ ਲੋਕਤੰਤਰ ਹੈ, ਪਰ ਕਹਿਣ ਵਾਲੇ ਇਹ ਕਹਿੰਦੇ ਨੇ ਕਿ ਲੋਕਤੰਤਰ ਦੇ ਪਰਦੇ ਦੇ ਵਿੱਚ ਚੱਲਦੀ ਡਿਕਟੇਟਰਸ਼ਿਪ ਹੀ ਪਈ ਆ। ਉਹੀ ਹੈ, ਪਰਦੇ ਪਿੱਛੇ ਉਹੀ ਚੱਲ, ਪਰਦੇ ਪਿੱਛੇ ਹੋਈ ਚੱਲਦੀ ਪਈ ਆ। ਸਭ ਕੁਝ
ਹੁਣ ਉੱਦਾਂ ਹੀ ਕੰਟਰੋਲ ਕੀਤਾ ਜਾਂਦਾ ਹੈ। ਡਿਸਕਸ ਕੀਤਾ ਕਿ ਰੇਡਸ ਹੋ ਰਹੇ ਆ, ਜਿਹਦੇ 'ਚ ਛਾਪੇ ਪੈ ਰਹੇ ਆ, ਜਿਹਦੇ 'ਚ ਮਾਨਸਿਕ ਤੌਰ ਤੇ ਲੋਕਾਂ ਨੂੰ ਚਿੰਤਾਜਨਕ ਕੀਤਾ ਜਾਂਦਾ ਹੈ। ਇਹਦਾ ਬਦਲਾ ਤਾਂ ਉਹੀ ਹੈ, ਉਹੀ ਕੰਮ ਹੈਗਾ। ਡਿਕਟੇਟਰਸ਼ਿਪ 'ਚ ਵੀ ਇਹੀ ਹੁੰਦਾ। ਯੈਸ, ਡਿਕਟੇਟਰਸ਼ਿਪ ਇਨ ਗਾਈਜ਼ ਆਫ ਡੈਮੋਕ੍ਰੇਸੀ। ਲਬਾਦਾ ਪਾਇਆ ਹੋਇਆ ਡੈਮੋਕ੍ਰੇਸੀ ਦਾ, ਪਰ ਅੰਦਰ ਡਿਕਟੇਟਰਸ਼ਿਪ ਹੈ। ਕਾਗਜ਼ਾਂ 'ਚ ਲੋਕਤੰਤਰ, ਕਾਗਜ਼ਾਂ 'ਚ ਲੋਕਤੰਤਰ ਹੈ, ਪ੍ਰੈਕਟੀਕਲੀ ਡਿਕਟੇਟਰਸ਼ਿਪ ਹੈ। ਸੋ ਆਪਾਂ ਅੱਗੇ ਵਧਦੇ ਆ ਜੀ। ਪਿੱਛੇ ਜੇ ਆਪਣੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਬਹੁਤ ਵਧੀਆ ਕੰਮ ਕਰਕੇ ਆਏ ਨੇ, ਵੀਸੀ ਸਾਹਿਬ ਦਾ ਬਹੁਤ ਵਧੀਆ। ਤਾਂ ਇਸ ਕਰਕੇ ਕਹਿੰਦੇ ਪਏ ਆ ਨਾ ਕਿ ਜੋ ਨਹੀਂ ਕਰਨਾ ਚਾਹੀਦਾ ਸੀ, ਪਰ ਉਹ ਆਪਣੇ ਵੱਲੋਂ ਚੁੱਪ ਨੇ, ਕਿਉਂਕਿ ਉਹਨਾਂ ਨੂੰ ਬਹੁਤ ਵਧੀਆ ਲੱਗਾ ਨਾ, ਤਾਂ ਹੀ ਕਰਕੇ ਆਏ ਨੇ। ਤਾਂ ਕਰਕੇ ਅਸੀਂ ਕਹਿੰਦੇ ਪਏ ਆ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਾ, ਤਾਂ ਅਸੀਂ ਵੀ ਕਹਿੰਦੇ ਨੇ ਵੀ ਬਹੁਤ ਵਧੀਆ ਕੰਮ ਕਰਕੇ ਆਏ ਨੇ। ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਕੋਈ ਸਟੇਟਮੈਂਟ ਆਣੀ ਚਾਹੀਦੀ ਸੀ, ਕੋਈ ਮੁਆਫੀਨਾਮਾ ਆਉਣਾ ਚਾਹੀਦਾ ਸੀ ਵੀਸੀ ਸਾਹਿਬ ਦੇ ਅੱਗੇ। ਉਹਨਾਂ ਨੂੰ ਜਾ ਕੇ ਰਿਕੁਐਸਟ ਕਰਨੀ ਚਾਹੀਦੀ ਸੀ, ਆਈ ਐਮ ਸੌਰੀ, ਗਲਤੀ ਹੋ ਗਈ, ਕਿਉਂਕਿ ਬਜ਼ੁਰਗ ਨੇ, ਸਟੇਟਸ ਹੈ। ਖੈਰ, ਹੁਣ ਸਿਹਤ ਵਿਭਾਗ ਦੀ ਮੀਟਿੰਗ ਹੋਈ ਹੈ। ਮੁੱਖ ਮੰਤਰੀ ਸਾਹਿਬ ਨੇ ਸਾਰੇ ਕਰਮਚਾਰੀਆਂ ਨਾਲ, ਆਫਿਸਰਸ ਨਾਲ, ਬਿਊਰੋਕਰੇਟਸ ਨਾਲ ਗੱਲ ਕੀਤੀ ਹੈ, ਪਰ ਜਿਹੜੇ ਸਾਡੇ ਸਿਹਤ ਮੰਤਰੀ ਨੇ ਜੋੜੇ ਮਾਜਰਾ ਸਾਹਿਬ, ਉਹਨਾਂ ਨੂੰ ਅਵੋਇਡ ਕੀਤਾ ਹੈ, ਉਹਨਾਂ ਨਾਲ ਜ਼ਿਆਦਾ ਇੰਟਰੈਕਸ਼ਨ ਨਹੀਂ ਕੀਤੀ। ਖਫਾ ਨੇ, ਨਾਰਾਜ਼ ਨੇ। ਹੁਣ ਇਹ ਤਾਂ ਤੁਸੀਂ ਦੱਸੋ, ਤੁਹਾਡੇ ਅੰਦਰ ਦੇ ਸੂਤਰ ਕੀ ਕਹਿੰਦੇ ਨੇ? ਇਹ ਜਿੱਦਾਂ ਤੁਸੀਂ ਕਿਹਾ ਨਾ ਕਿ ਕਈ ਵਾਰੀ ਹੁੰਦਾ ਉੱਪਰੋਂ ਕੁਝ ਤਾਂ ਥੱਲੇ ਹੋ ਸਕਦਾ ਕਿ ਉਹਨਾਂ ਦੇ ਕੈਬਨਿਟ ਮੰਤਰੀ ਹੈ, ਸੀਨੀਅਰ ਮੰਤਰੀ ਆ, ਔਰ ਜਦੋਂ ਕਿ ਬਾਹਰੋਂ ਕੈਮਰਾ ਆਉਂਦਾ ਜਾਂ ਕਈ ਕੁਝ ਹੁੰਦਾ, ਉਦੋਂ ਵੀ ਕਈ ਚੀਜ਼ਾਂ ਅਵਾਇਡ ਹੁੰਦੀਆਂ, ਅੰਦਰੋਂ ਗੱਲ ਹੋਰ ਹੁੰਦੀ ਆ। ਪਰ ਉਹਨਾਂ ਨੇ ਇਹ ਵੇਖਣ ਚਾਹਿਆ ਕਿ ਜਿਹੜੇ ਉਹਨਾਂ ਦੇ ਉੱਚ ਅਧਿਕਾਰੀ ਆ ਸਿਹਤ ਦੇ, ਉਹਨਾਂ ਨਾਲ ਗੱਲ ਕੀਤੀ ਹੈ। ਪਰ ਡਿਸੀਜਨ ਮੇਕਰ ਕੌਣ ਹੁੰਦਾ? ਫਿਰ ਵੀ ਜੋ ਕੰਮ ਤਾਂ ਮੰਤਰੀ ਨੇ ਕਰਨਾ, ਮੰਤਰੀ ਕੋਲ ਤਾਂ ਪੋਰਟਫੋਲੀਓ ਹੈ, ਹੈੱਡ ਆ ਉਹਦੇ, ਔਰ ਇਹਨਾਂ ਦੀ ਹਦਾਇਤ ਤੇ ਕਰਨਗੇ, ਜਿਹੜੇ ਮੁੱਖ ਮੰਤਰੀ ਦੀ ਹਦਾਇਤ ਤੇ ਜੋ ਕੁਛ ਹੋਣਾ। ਔਰ ਜੋ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਇਹਨਾਂ ਨੇ ਸਿਹਤ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਫਿਰ ਅਸੀਂ ਪੁਰਜ਼ੋਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਵਾਂਗੇ, ਔਰ ਉਹਦੇ ਵਿੱਚ ਜਿਹੜੀਆਂ ਵੀ ਨਵੀਆਂ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਨਜਿੱਠਣ ਲਈ ਉਹਨਾਂ ਨੇ ਕਿਹਾ ਕਿ ਜਿੰਨੇ ਸਿਹਤ ਅਧਿਕਾਰੀ ਨੇ ਉਹਨਾਂ ਨੂੰ ਇਸ ਵੇਲੇ ਅਲਰਟ ਹੋਣਾ ਚਾਹੀਦਾ, ਤਾਂ ਕਿ ਬਰਸਾਤ ਦਾ ਮੌਸਮ ਹੈ, ਬਰਸਾਤ ਦੇ ਮੌਸਮ 'ਚ ਕਈ ਬਿਮਾਰੀਆਂ ਅੱਗੇ ਆ ਜਾਂਦੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹ ਸਹੂਲਤਾਂ ਦੇਣ ਲਈ ਜਿੰਨਾ ਕੁ ਬਜਟ ਤੋਂ ਪੈਸਾ ਅਸੀਂ ਉਹ ਥੋੜ੍ਹਾ ਜਿਹਾ ਸਰਪਲਸ ਰੱਖਾਂਗੇ, ਕਿਉਂਕਿ ਇਸ ਵੇਲੇ ਮਾਹੌਲ ਇੱਦਾਂ ਦਾ ਹੈਗਾ। ਪਰ ਇਹਦੇ ਵਿੱਚ ਕੁਝ ਵੇਖਣ ਵਾਲੀਆਂ ਗੱਲਾਂ ਹੋਰ ਵੀ ਆਈਆਂ ਕਿ ਜਿੱਦਾਂ ਹੜ੍ਹ ਆ ਗਏ, ਪਾਣੀ ਬਹੁਤ ਆ ਗਿਆ ਪਿੰਡਾਂ 'ਚ, ਉਹਦੇ 'ਚ ਕਈ ਲੋਕ ਇਸ ਗੱਲ ਤੋਂ ਬਹੁਤ ਨਾਰਾਜ਼ ਹੈ। ਅਤੇ ਜਿਹਦੇ ਵਿੱਚ ਮੁੱਦਾ ਕਿਹਨੇ ਚੁੱਕਿਆ ਕਿ ਸੁਖਬੀਰ ਬਾਦਲ ਨੇ ਉਹਨਾਂ ਇਲਾਕਿਆਂ 'ਚ ਪਾਈਪ ਔਰ ਜਨਰੇਟਰ 'ਤੇ ਦੇ ਕੇ ਪਾਣੀ ਕਢਵਾਇਆ ਗਿਆ, ਕਿਉਂਕਿ ਹੋ ਸਕਦਾ ਮਾਲਵਾ ਏਰੀਆ ਜਿਹੜਾ ਪਾਣੀ ਤੋਂ ਜ਼ਿਆਦਾ ਗ੍ਰਸਤ ਹੋ ਗਿਆ। ਉਹਨਾਂ ਨੇ ਪਾਣੀ ਕਢਵਾਇਆ ਔਰ ਡਾਕਟਰ ਵੀ ਉੱਥੇ ਲਾਏ ਉਹਨਾਂ ਨੇ, ਔਰ ਮੈਡੀਸਨ ਵੀ ਵੰਡੀ ਉਹਨਾਂ ਨੇ, ਔਰ ਇਹਦੇ 'ਚ ਵੀਡੀਓ ਵੀ ਵਾਇਰਲ ਹੋ ਰਹੀ ਹੈ ਵਾਰ-ਵਾਰ। ਔਰ ਉਹ ਬਾਕਾਇਦਾ ਉਹਨਾਂ ਨੇ ਜੁੱਤੀ ਨਹੀਂ ਪਾਈ, ਉਹ ਭੱਜੇ ਫਿਰਦੇ, ਉਹਦੇ ਵੀ ਸਰਕਾਰ ਨੂੰ ਸ਼ਾਇਦ ਇਹਦੇ 'ਚ ਨੀਂਦ ਆ ਗਈ ਆ। ਪਰ ਉਹਨਾਂ ਨੇ ਆਪਣੇ ਇਲਾਕੇ ਨੂੰ ਫਿਰ ਉਸੇ ਤਰ੍ਹਾਂ ਹੀ ਵੇਖਿਆ। ਹੋ ਸਕਦਾ ਬਾਕੀ ਇਲਾਕੇ 'ਚ ਨਹੀਂ ਆਏ, ਪਰ ਹੜ੍ਹ ਜ਼ਿਆਦਾ ਉਸ ਇਲਾਕੇ 'ਚ ਆਏ ਆ। ਉਹਨਾਂ ਨੇ ਇਸ ਤਰੀਕੇ ਨਾਲ ਘੇਰਾ ਪਾਇਆ ਪੰਜਾਬ ਗੌਰਮੈਂਟ ਨੂੰ ਕਿ ਇਹ ਗੌਰਮੈਂਟ ਸ਼ਾਇਦ ਲੋਕਾਂ ਤੋਂ ਦੂਰ ਇਸ ਕਰਕੇ ਹੋ ਗਈ ਕਿ ਇੱਥੇ ਪੈਸਾ ਅਤੇ ਮੁਆਵਜ਼ਾ ਦੇਣਾ ਪੈਣਾ, ਕਿਉਂਕਿ ਨਰਮੇ ਜਿਹੜੇ ਆ ਪਾਣੀ 'ਚ ਡੁੱਬ ਗਿਆ, ਝੋਨਾ ਪਾਣੀ 'ਚ ਡੁੱਬ ਗਿਆ, ਲੋਕ ਪਾਣੀ 'ਚ ਬਹੁਤ ਡੁੱਬ ਗਏ, ਕਿਉਂਕਿ ਲਗਾਤਾਰ ਪਾਣੀ ਆਇਆ। ਉਹ 'ਚ ਕਈ ਜਗ੍ਹਾ 'ਤੇ ਨਹਿਰਾਂ ਵੀ ਟੁੱਟੀਆਂ, ਰੋਈਆਂ ਜਿਹੜੀਆਂ ਉਛਾਲਾ ਦਿੱਤਾ, ਔਰ ਪਾਣੀ ਬਾਕਾਇਦਾ ਤੌਰ 'ਤੇ ਆਇਆ। ਉਹਦੇ 'ਚ ਇਹ ਲੱਗਦਾ ਕਿ ਜਲੰਧਰ ਥੋੜ੍ਹਾ ਜਿਹਾ ਬਚਿਆ ਰਿਹਾ, ਔਰ ਉੱਧਰੋਂ ਗੁਰਦਾਸਪੁਰ ਦਾ ਏਰੀਆ ਬਚਿਆ ਰਿਹਾ। ਮਾਨਸਾ ਬਠਿੰਡਾ ਦਾ ਅੱਗੇ ਜਿਹੜਾ ਮਲੇਰਕੋਟਲਾ ਏਰੀਆ ਪਾਣੀ ਨਾਲ ਬਹੁਤ ਹੜ੍ਹਾਂ ਨਾਲ ਡੁੱਬ ਗਿਆ, ਔਰ ਦਰਿਆ ਜਿਹੜਾ ਸਤਲੁਜ ਔਰ ਬਿਆਸ ਹੈ ਇਹ ਵੀ ਜ਼ਿਆਦਾ ਓਵਰਫਲੋ ਹੋ ਗਿਆ, ਪਾਣੀ ਜਿਹੜਾ ਬਾਹਰ ਵੀ ਆਇਆ ਇਹਨਾਂ ਤੋਂ। ਹੜ੍ਹ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਪਾਣੀ ਬਾਰਿਸ਼ ਦਾ ਹਿਮਾਚਲ 'ਚ ਹੋਇਆ, ਉਸ ਤੋਂ ਪਾਣੀ ਨੂੰ ਜਿਹੜਾ ਮੈਦਾਨਾਂ ਵੱਲ ਨੂੰ ਆਉਣਾ, ਮੈਦਾਨਾਂ ਤੋਂ ਬਾਅਦ ਫਿਰ ਜਿਹੜਾ ਨੀਵੇਂ ਵੱਲ ਏਰੀਆ, ਪਾਣੀ ਨੀਵੇਂ ਵੱਲ ਨੂੰ ਰਿੜਦਾ ਹੀ ਹੈ, ਔਰ ਉਹਦੇ ਨਾਲ ਜਿੱਥੇ ਜ਼ਮੀਨ ਨੀਵੀਂ ਹੈ ਉਹ ਫਿਰ ਤਬਾਹ ਹੋ ਗਈ। ਹੁਣ ਮੁਆਵਜ਼ਾ ਉਹ ਮੰਗ ਰਹੇ ਆ, ਪਰ ਇਹ 'ਚ ਸੁਖਬੀਰ ਬਾਦਲ ਨੇ ਦਲੇਰੀ ਕੀਤੀ, ਉਹਨੇ ਆਪਣੇ ਕੋਲੋਂ ਪੈਸਾ ਲਾਇਆ। ਲੋਕ ਉਸ ਗੱਲ ਤੋਂ ਖੁਸ਼ ਹੈ, ਕਿਉਂਕਿ ਫੇਸਬੁੱਕ 'ਤੇ ਤੁਸੀਂ ਦੇਖੋਗੇ ਲੋਕ ਇਸ ਗੱਲ ਦਾ ਅੱਛਾ ਗਾਰਾ ਦੇ ਰਹੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਖੁਦ ਉੱਥੇ ਆ ਕੇ ਸਾਡੀ ਬਾਂਹ ਫੜੀ ਆ। ਬਿਲਕੁਲ ਠੀਕ ਹੈ, ਬਟ ਇਹ ਮਾਮਲਾ ਜਿੰਨੀ ਜਲਦੀ ਸੋਲਵ ਹੋ ਸਕੇ ਜ਼ਰੂਰ ਹੋਵੇ। ਜ਼ਰੂਰ ਜੋ ਇਹ ਵੀਸੀ ਸਾਹਿਬ ਦਾ ਹੈ, ਔਰ ਉਹਨਾਂ ਨੂੰ CMO ਬਣਨ ਦਾ ਵੀ ਆਫਰ ਦਿੱਤਾ ਗਿਆ, ਦਾਵਤ ਦਿੱਤੀ ਹੈ, ਪਰ ਉਹਨਾਂ ਨੇ ਆਪਣੀਆਂ ਜਿਹੜੀਆਂ ਫੈਸਿਲਿਟੀਜ਼ ਵੀ ਸੀ ਉਹ ਵੀ ਵਾਪਸ ਕਰ ਦਿੱਤੀਆਂ ਨੇ। ਉਹ ਆਪਣੀ ਗੱਲ ਦੇ ਉੱਤੇ ਡਿਸੀਜਨ ਲੈ ਚੁੱਕੇ ਨੇ, ਫਰਮ ਨੇ, ਪੱਕੇ ਤੌਰ ਤੇ ਖੜੇ ਨੇ ਕਿ ਨਹੀਂ ਮੈਂ ਰਿਜ਼ਾਈਨ ਕਰਾਂਗਾ, ਕਿਉਂਕਿ ਡਿਗਨਿਟੀ ਦੀ ਗੱਲ ਆ ਜਾਂਦੀ ਹੈ। ਹੁਣ ਦੇਖੋ ਗੱਲ ਕਿੱਦਾਂ ਸੋਲਵ ਹੁੰਦੀ ਹੈ, ਬਟ ਜੋ ਵੀ ਮੈਟਰਸ ਨੇ ਨਾ, ਜੇ ਉਹ ਖਫਾ ਵੀ ਨੇ ਜੋੜੇ ਮਾਜਰਾ ਸਾਹਿਬ ਨਾਲ ਸਾਡੇ CM ਜੀ, ਉਹ ਇਹ ਖਫਾ ਰਹਿਣਾ ਮਿਨਿਸਟਰੀ ਵਾਸਤੇ ਜਾਂ ਕੰਮ ਵਾਸਤੇ ਠੀਕ ਨਹੀਂ ਹੈ। ਸੈਟਬੈਕ ਨੂੰ ਰੱਖੋ
ਮਹਿਕਮੇ ਨੂੰ ਲੱਗੇਗਾ ਪਿੱਛੇ ਚੱਲ ਜਾਏਗਾ। ਇਹ ਨਾਰਾਜ਼ਗੀਆਂ ਦੂਰ ਹੋਣੀ ਚਾਹੀਦੀਆਂ, ਛੋਟੇ-ਮੋਟੇ ਖੁੱਲ ਕੇ ਹੁੰਦੇ ਗੱਲ ਕੰਮ ਕਰੋ। ਇਹ ਕੋਈ ਹੁੰਦੇ ਆ। ਘਰੇਲੂ ਝਗੜੇ ਥੋੜਾ ਨੇ ਕਿ ਰੁੱਸੇ ਬੈਠੇ ਹਾਂ ਅਸੀਂ, ਵਾਹ ਜਾਂ ਕੋਈ ਪੰਜਾਬੀ ਵਿਆਹ ਥੋੜਾ ਕਿ ਜਿਹਦੇ ਚ ਫੁੱਫੜ ਨਾਲ ਰੁੱਸੇ ਤੇ ਵਿਆਹ ਪੂਰਾ ਨਹੀਂ ਹੁੰਦਾ, ਉਹ ਚੀਜ਼ ਨਹੀਂ ਹੈ। ਫੁੱਫੜ ਜ਼ਿਆਦਾ ਰੁੱਸਦੇ ਹੋ, ਉਹ ਕਹਿੰਦੇ ਤੁਸੀਂ ਆਪਣੇ ਜਿਹੜੇ ਜਵਾਈ ਆ, ਜਿਹੜੇ ਨਵੇਂ ਮੁੰਡੇ ਆਏ ਆ, ਉਹਨਾਂ ਨੂੰ ਜ਼ਿਆਦਾ ਨੇੜੇ ਲਾ ਦਿਆ। ਅਸੀਂ ਕੋਈ ਸੈਕਿੰਡ ਹੈਂਡ ਤਾਂ ਹੋ ਨਹੀਂ ਗਏ, ਅਸੀਂ ਵੀ ਤਾਂ ਫਰੈਸ਼ ਹੈਗੇ ਆ। ਵਿਆਹ 'ਚ ਲੜਾਈ ਹੁੰਦੀ, ਫੁੱਫੜ ਸਭ ਤੋਂ ਪਹਿਲਾਂ ਰੁੱਸਦਾ। ਯੈਸ, ਇੱਕ ਜਾਪਾਨ ਦੀ ਕਵਿਤਾ ਸ਼ੈਲੀ ਹੈ ਹਾਈਕੂ। 3 ਲਾਈਨਾਂ ਦੀ ਕਵਿਤਾ ਹੁੰਦੀ ਹੈ ਤੇ ਉਹਦੇ ਉੱਤੇ ਕਿਸੇ ਨੇ ਪੰਜਾਬੀ ਦੇ ਵਿੱਚ ਇੱਕ ਹਾਈਕੂ ਲਿਖੀ ਹੈ 3 ਲਾਈਨਾਂ ਦੀ। ਪੋਹ ਦਾ ਮਹੀਨਾ, ਜਦੋਂ ਸਰਦੀਆਂ ਬਹੁਤ ਪੈਂਦੀਆਂ ਨੇ, ਪੋਹ ਦਾ ਮਹੀਨਾ, ਫੁੱਫੜ ਮਹਿਮਾਨ, ਕੁੱਕੜ ਨੂੰ ਪਸੀਨਾ। ਕੁੱਕੜ ਨੂੰ ਪਸੀਨਾ ਵੀ ਆ ਗਿਆ। ਕੁੱਕੜ ਨੂੰ ਪਤਾ ਵੀ ਮੈਨੂੰ ਝਟਕਾਇਆ ਜਾਣਾ ਹੁਣੇ, ਔਰ ਇਹਨੇ ਵਧੀਆ ਤਰੀਕੇ ਦੀ ਤਰੀ ਔਰ ਚੰਗੀਆਂ ਪੀਸ ਬਣਾ ਕੇ ਖਾਣੇ ਫੁੱਫੜ ਨੇ। ਸੋ ਅੱਗੇ ਵੱਧਦੇ ਹਾਂ ਅਸੀਂ। ਕਾਫੀ ਇੱਕ ਸੈਂਸਿਟਿਵ ਮਾਮਲਾ ਹੈ ਸਾਡਾ, ਜਿਹੜਾ GST ਲਗਾਈ ਗਈ ਹੈ ਧਾਰਮਿਕ ਸਰਾਵਾਂ ਦੇ ਉੱਤੇ, ਖਾਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੋ ਸਰਾਵਾਂ ਨੇ ਉਹਦੇ ਉੱਤੇ GST ਲਗਾਈ ਗਈ ਹੈ। ਹਾਲਾਂਕਿ ਸਾਰੀ ਸੰਗਤ ਨੇ ਇਹਦਾ ਵਿਰੋਧ ਵੀ ਕੀਤਾ ਹੈ। ਭਗਵੰਤ ਮਾਨ ਜੀ ਦੀ ਸਟੇਟਮੈਂਟ ਕੀ ਆਈ ਹੈ ਕਿ ਹੁਣ ਤਾਂ ਸਾਹਾਂ ਤੇ ਉਹਨਾਂ ਕਿ ਆਪਾਂ ਪਿਛਲੇ GST ਲੱਗਣੀ ਬਾਕੀ ਰਹਿ ਗਈ ਹੈ। ਠੀਕ ਹੈ, ਔਰ ਸਾਰਿਆਂ ਦਾ ਵਿਰੋਧ ਹੈ। ਕੁਝ ਕਹਿੰਦੇ ਨੇ ਅਸੀਂ ਜਿੰਨਾ ਅੰਨ ਖਾਵਾਂਗੇ ਜਾ ਕੇ ਲੰਗਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ, ਕਈ ਸੰਗਤ ਦੇ ਵਿੱਚੋਂ ਇਹ ਵੀ ਕਹਿੰਦੇ ਨੇ ਉਹਦੇ ਤੇ ਵੀ GST ਲਗਾ ਦਿਓ ਕਿ ਅਸੀਂ ਕਿੰਨੀਆਂ ਗਰਾਈਆਂ ਮੂੰਹ 'ਚ ਪਾਉਂਦੇ ਪਏ ਆ, ਉੱਤੇ ਵੀ GST ਲਾ ਦਿਓ। ਮਤਲਬ ਦਿਲ ਦੇ ਵਿੱਚ ਦੁੱਖ ਹੈ ਇਸ ਚੀਜ਼ ਨੂੰ ਲੈ ਕੇ। ਸੋ ਇਸ ਪੁਆਇੰਟ ਦੇ ਉੱਤੇ ਮਿਕਸ ਸਾਰਿਆਂ ਦੇ ਵਿਚਾਰ ਬਣਦੇ ਪਏ ਨੇ। ਇੱਕ ਤਾਂ ਵਿਚਾਰ ਇਹ ਬਣਦਾ ਕਿ ਜਦੀ ਬਿਲਕੁਲ GST ਹੋਣਾ ਨਹੀਂ ਚਾਹੀਦਾ। ਸਾਰੀਆਂ ਧਾਰਮਿਕ ਸਥਾਵਾਂ ਜਿਹੜੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਹੋਰ ਵੀ ਸਭ ਥਾਂ ਦੇ ਉੱਤੇ ਜਿਹੜੇ ਮੁੱਖ ਤੌਰ ਦੇ ਉੱਤੇ ਧਾਰਮਿਕ ਸਥਾਨ ਨੇ ਸਾਡੇ ਪੂਰੇ ਪੰਜਾਬ ਦੇ ਵਿੱਚ, ਕਿਤੇ ਵੀ GST ਨਹੀਂ ਲੱਗਣਾ ਚਾਹੀਦਾ। ਦੂਜਾ ਪੁਆਇੰਟ ਇਹ ਹੁੰਦਾ ਪਿਆ ਕਿ ਜਦੋਂ ਸਰਾਵਾਂ 5 ਸਟਾਰ ਹੋਟਲ ਵਰਗੀਆਂ ਫੈਸਿਲਿਟੀਆਂ ਦਿੰਦੇ ਪਏ ਨੇ ਔਰ ਉੱਥੇ ਚਾਰजेस ਵੀ ਲੈਂਦੇ ਨੇ 1000 ਰੁਪਏ ਤੋਂ 1500 ਰੁਪਏ ਪਰ ਡੇ ਦੇ ਹਿਸਾਬ ਨਾਲ ਲੈਂਦੇ ਨੇ, ਤਾਂ ਫਿਰ ਕਿਉਂ ਨਾ GST ਲੱਗੇ। ਜਵਾਬ ਇਹ ਦਿੰਦੇ ਨੇ ਕਿ ਇਹ ਸਾਰਾ ਜਿਹੜਾ ਪੈਸਾ ਲਿੱਤਾ ਜਾਂਦਾ ਹੈ ਇਹ ਮੇਨਟੇਨੈਂਸ ਵਾਸਤੇ ਹੈ। ਜਿਹੜਾ ਖਰਚਾ ਹੋਵੇ ਉਹ ਪੂਰਾ ਕਰਨਾ, AC ਦੇ ਕਿਰਾਏ ਦੇਣੇ ਨੇ, ਉਹ ਸਾਰੀ ਮੇਨਟੇਨੈਂਸ ਕਿੱਥੋਂ ਕਰਨੀ ਹੈ। ਇਹ ਸਿਰਫ ਉਹਦੇ ਵਾਸਤੇ, ਇਹਦੇ 'ਚ ਪ੍ਰੋਫਿਟ ਨਹੀਂ ਲਿੱਤਾ ਜਾਂਦਾ। GST ਤਾਂ ਜੇ ਉੱਤੇ ਪ੍ਰੋਫਿਟ ਲਿੱਤਾ ਜਾਵੇ, ਤੁਸੀਂ ਸਾਰਾ ਅਕਾਊਂਟਸ ਦੇਖ ਸਕਦੇ ਹੋ, ਜੇ ਉਹਦੇ 'ਚ ਕੋਈ ਪ੍ਰੋਫਿਟ ਹੈ ਦੈਨ ਓਕੇ ਕਿ ਤੁਸੀਂ GST ਲੈ ਸਕਦੇ ਹੋ। ਪਰ ਜਦੋਂ ਕੋਈ ਪ੍ਰੋਫਿਟ ਹੀ ਨਹੀਂ ਹੈ, SGPC ਇਹ ਕਹਿ ਰਹੀ ਹੈ ਤੁਸੀਂ GST ਕਿਉਂ ਲੈ ਰਹੇ ਹੋ। ਗਵਰਨਮੈਂਟ ਆਪਣੇ ਪੁਆਇੰਟ ਤੇ ਅੜੀ ਹੈ, ਸੰਗਤ ਆਪਣੇ ਦੁੱਖ ਦੀ ਗੱਲ ਕਰਦੀ ਪਈ ਹੈ, SGPC ਆਪਣਾ ਪੁਆਇੰਟ ਦਿੰਦੀ ਪਈ ਹੈ। ਸਭ ਤੋਂ ਪਹਿਲਾਂ ਇਹ ਮੁੱਦਾ ਜਿਹੜਾ ਇਹ ਸੈਂਟਰ ਦਾ ਮੁੱਦਾ, ਔਰ ਇਹਦੇ 'ਚ ਹੋ ਸਕਦਾ ਕਿ ਇਹ ਜਿਹੜੀ ਕੇਂਦਰ ਸਰਕਾਰ ਨੇ ਇਹ GST ਨੂੰ ਇਸ ਟੈਕਸ ਨਾਲ ਜੋੜ ਦਿੱਤਾ। ਜਿਹੜੀਆਂ ਧਾਰਮਿਕ ਸੰਸਥਾਵਾਂ, ਇਹਨਾਂ ਨੂੰ ਸ਼ਾਇਦ ਇਹਨਾਂ ਦੀ ਇੰਨੀ ਪਵਿੱਤਰਤਾ ਦਾ ਨਹੀਂ, ਇੰਨਾ ਅੰਦਾਜ਼ਾ ਨਹੀਂ ਹੈ, ਪਤਾ ਨਹੀਂ ਹੋਊਗਾ। ਕਿਉਂਕਿ ਜਿਹੜੇ ਯਾਤਰੂ ਆਉਂਦੇ ਨੇ ਉਹ ਸ਼ਰਧਾ ਪੂਰਵਕ ਉੱਥੇ ਆ ਕੇ ਮੱਥਾ ਟੇਕਦੇ ਆ, ਸਜਦਾ ਕਰਦੇ ਆ। ਦਰਬਾਰ ਸਾਹਿਬ ਗੋਲਡਨ ਟੈਂਪਲ ਆਉਂਦੇ ਆ, ਉਹਦੇ 'ਚ NRI ਵੀ ਲੋਕ ਆਉਂਦੇ ਆ, ਉਹ 'ਚ ਬੱਚੇ ਆਉਂਦੇ ਆ, ਜਨਾਨੀਆਂ ਔਰ ਸਾਰੇ ਬਜ਼ੁਰਗ ਆਉਂਦੇ ਆ। ਔਰ ਇਹ ਸਰਾਵਾਂ ਦਾ ਮਕਸਦ ਬਣਾਉਣ ਦਾ ਇਹਨਾਂ ਦਾ ਉਹੀ ਹੈ ਕਿ ਉਹਨਾਂ ਯਾਤਰੂਆਂ ਨੂੰ ਉੱਥੇ ਆਰਾਮਦਾਇਕ ਜਗ੍ਹਾ 'ਤੇ ਦਿੱਤੀਆਂ ਜਾਣ ਔਰ ਉੱਥੇ ਆਰਾਮ ਕਰਨ, ਉੱਥੇ ਆਪਣਾ ਥਕਾਵਾਂ ਲਾਉਣ ਔਰ ਬਾਬੇ ਦੇ ਜਾ ਕੇ ਮੱਥਾ ਟੇਕਣ। ਬੱਚੇ ਇੱਥੇ ਰਾਤ ਨੂੰ ਸੌਣ ਚੱਜ ਨਾਲ, ਉੱਥੇ ਰੋਟੀ ਪਾਣੀ ਵੀ ਮਿਲ ਜਾਂਦਾ, ਸਾਰਾ ਕੁਛ ਹੈਗਾ। ਪਰ ਇਹ 12% ਜਦੋਂ ਉੱਤੇ ਟੈਕਸ ਲਾ ਦਿੱਤਾ ਗਿਆ, ਇਹਦੀ ਨਾਰਾਜ਼ਗੀ ਪ੍ਰਗਟਾਈ ਹੈ। ਔਰ ਇਹ ਰਾਘਵ ਚੱਡਾ ਨੇ, ਜਿਹੜੀ ਫਾਈਨਾਂਸ ਮਿਨਿਸਟਰ ਆ, ਉਹਨਾਂ ਨਾਲ ਗੱਲ ਕੀਤੀ, ਜਾ ਕੇ ਖੁਦ ਬਣਾ ਕੇ ਪੈਕੇਜ ਲੈ ਕੇ ਗਏ ਉੱਥੇ ਵੀ ਆਹ ਦੇਖੋ। ਸਭ ਤੋਂ ਵੱਡੀ ਗੱਲ ਇਹ ਹੈਗਾ, ਮੈਂ ਰਾਜ ਸਭਾ 'ਚ ਵੀ ਇਹ ਗੱਲ ਕੀਤੀ ਹੈ, ਪਰ ਤੁਸੀਂ ਫਾਈਨਾਂਸ ਮਿਨਿਸਟਰ ਜੀ, ਤੁਸੀਂ ਇਹ ਦੇਖੋ ਕਿ ਜਿਹੜਾ ਮੂਲ ਮੁੱਦਾ ਤੁਸੀਂ ਚੁੱਕਿਆ ਹੈ ਚੰਗਾ ਹੈਗਾ, ਤੁਸੀਂ ਇਹਦੇ 'ਤੇ ਇਹਨੂੰ ਥੋੜ੍ਹਾ ਜਿਹਾ ਜਾਂ ਆਪਣੀ ਕੈਬਨਿਟ ਮੀਟਿੰਗ ਰੱਖ ਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਕੇ ਇਹ ਜ਼ਰੂਰ ਹਟਾਓ। ਕਿਉਂਕਿ ਇਹ 'ਚ ਸਾਰੀ ਸਿੱਖ ਸੰਗਤ ਨਹੀਂ, ਸਾਰੀਆਂ ਜਿਹੜੀ ਸੰਗਤ ਹੈ ਉਹ 'ਚ ਨਾਰਾਜ਼ ਹੈ। ਕਿਉਂਕਿ ਦਰਬਾਰ ਸਾਹਿਬ ਸਿਰਫ ਸਿੱਖ ਕਮਿਊਨਿਟੀ ਨਹੀਂ ਜਾਂਦੀ, ਸਾਰੇ ਉਹ 'ਚ ਮੁਸਲਿਮ ਵੀ ਆਉਂਦੇ ਆ, ਸਾਈ ਵੀ ਆਉਂਦੇ ਆ, ਸਿੰਧੀ ਵੀ ਆਉਂਦੇ ਆ, ਸਾਰੇ ਲੋਕ, ਅੰਗਰੇਜ਼ ਵੀ ਆਉਂਦੇ ਆ। ਟਰੂਡੋ ਜੀ ਆਪ ਖੁਦ ਆਏ ਇੱਥੇ, ਉਹਨਾਂ ਨੇ ਆਪ ਜਸਟਿਨ ਟਰੂਡੋ ਇੱਥੇ ਆਇਆ। ਕਿਹੜਾ ਦੁਨੀਆ ਦਾ ਵਸਿੰਦਾ ਜਿਹੜਾ ਰਹਿੰਦਾ ਵਾਸੀ ਆ, ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨਾ ਹੈ। ਔਰ ਉਹਨੂੰ ਬਾਅਦ ਉਹਨਾਂ ਨੇ ਯਕੀਨ ਦਵਾਇਆ ਸੀਤਾਰਮਨ ਜੀ ਨੇ ਕਿ ਮੈਂ ਇੱਥੇ ਗੌਰ ਕਰੂੰਗੀ ਔਰ ਇਹਨੂੰ ਕਰੂੰਗੀ, ਇਹਦੇ ਦੂਰ ਕਰੂੰਗੀ। ਔਰ ਇਹ ਹੋ ਸਕਦਾ ਹੈ ਅਸੀਂ ਟੈਕਸ ਮੁਕਤ ਕਰ ਦਈਏ। GST ਦਾ ਮਤਲਬ ਉੱਥੇ ਹੋਣਾ ਚਾਹੀਦਾ ਜਿੱਥੇ ਇੰਡਸਟਰੀ ਨਾਲ ਰਿਲੇਟਡ ਹੈਗੀ ਆ, ਜਾਂ ਜਿੱਥੇ ਕੋਈ ਰੈਸਟੋਰੈਂਟ ਹੈ। ਰੈਸਟੋਰੈਂਟ ਤਾਂ ਹੈ ਨਹੀਂ, ਹੁਣ ਇਹਨਾਂ ਨੂੰ ਇਹਦੇ 'ਚ ਮਤਲਬ ਡਿਫਰੈਂਸ਼ੀਏਟ ਨਹੀਂ ਕਰ ਸਕੇ ਕਿ ਰੈਸਟੋਰੈਂਟ 'ਤੇ ਲਾ ਦਿਓ, ਕਿਉਂਕਿ ਉੱਥੇ ਤਾਂ ਆ ਰਹੇ ਆ ਲੋਕਾਂ ਨੇ ਖਾਣ ਪੀਣ ਕਰਨਾ, ਉੱਥੇ ਯਾਤਰੂ ਨਹੀਂ, ਉੱਥੇ ਲੋਕ ਦੂਜੇ ਆ ਰਹੇ ਆ, ਪੈਸੇ ਵਾਲੇ ਆ ਰਹੇ ਆ, ਇੱਥੇ ਤਾਂ ਵਿਚਾਰੇ ਮੱਥਾ ਟੇਕਣ ਆ ਰਹੇ। ਔਰ ਇਹਦੇ 'ਤੇ ਉਹਨਾਂ ਨੇ ਚੰਗੀ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ। ਦੂਜੇ ਫਿਰ ਉਹਨਾਂ ਨੇ ਇੱਕ ਦੂਜੀ ਗੱਲ ਇਹਦੇ ਨਾਲ ਹੋਰ ਕੀਤੀ, ਉਹਨਾਂ ਨੇ ਇਸ ਪੈਕੇਜ ਵੀ ਜਿਹੜਾ ਪਾਣੀ ਦੀ ਸਤ੍ਹਾ ਥੱਲੇ ਚਲ ਗਈ ਪੰਜਾਬ ਦੀ, ਉਹਦੇ 'ਚ ਪੰਜਾਬ ਦੇ ਕਿਸਾਨ ਵਿਚਾਰੇ ਆ ਰਹੇ ਆ, ਦੁਖੀ ਹੋ ਰਹੇ ਆ,
ਉਹਦੇ 'ਚ ਤਾਂ ਤੁਸੀਂ ਜਿਹੜੀਆਂ ਸਹੂਲਤਾਂ ਦੇ ਰਹੀਆਂ ਜਾਂ ਕਰਜ਼ਾ ਮਾਫੀ ਦਾ ਕੰਮ ਹੈਗਾ ਫਾਈਨਾਂਸ ਮਿਨਿਸਟਰ ਦੇ, ਤੁਸੀਂ ਪੰਜਾਬ ਦੇ ਕਿਸਾਨ ਦੀ ਵੀ ਗੱਲ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਜਾਓ। ਚਲੋ ਹੁਣ ਉਹਨਾਂ ਨੇ ਗੱਲ ਤਾਂ ਉੱਥੋਂ ਤੱਕ ਪਹੁੰਚਾਈ ਹੈ, ਗੱਲ ਪਹੁੰਚਣ ਨਾਲ ਹੁਣ ਕੇਂਦਰ ਸਰਕਾਰ ਜਾਂ ਕੈਬਨਿਟ ਮੰਤਰੀ ਨੇ ਉਹ ਟੈਕਸ ਤਾਂ ਉਹੀ ਲਾਉਂਦੇ ਜਦੋਂ ਕੈਬਨਿਟ ਮਿਨਿਸਟਰ ਦੀ ਮੀਟਿੰਗ ਹੁੰਦੀ ਸਾਰਿਆਂ ਨੂੰ। ਹੁਣ ਜੇ ਇਹਨੂੰ ਬਾਕੀ ਤਾਂ ਛੱਡੀ ਗੱਲ ਜਿਹੜਾ ਹੁੰਦਾ, ਇਹਦੇ 'ਤੇ ਹਰ ਬੰਦੇ ਦੀ ਅੱਖ ਹੈ, ਹਰ ਬੰਦਾ ਇਹਦੇ ਤੋਂ ਨਾਰਾਜ਼ ਹੈ ਕਿ GST ਜਿਹੜਾ ਇੱਥੇ ਕਿਉਂ ਲਾਤਾ। ਇੰਡਸਟਰੀ ਜਿਹੜੀਆਂ ਚੀਜ਼ਾਂ ਬਣਦੀਆਂ ਜਿੱਥੇ ਕੁਝ ਬਣ ਕੇ ਬਾਹਰ ਨਿਕਲਦਾ, ਜਿਹੜਾ ਨਿਕਲ ਕੇ ਬਾਹਰਲੇ ਦੇਸ਼ਾਂ ਜਾਂਦਾ, ਉਹ 'ਚੋਂ ਤਾਂ ਫਾਇਦਾ ਹੁੰਦਾ, ਇਹ 'ਚੋਂ ਕੀ ਫਾਇਦਾ ਹੋਣਾ? ਕਿਉਂਕਿ ਇਹ 'ਚ ਨੋਮੀਨਲ ਚਾਰਜ ਲੈਂਦੀ ਸੀ ਸ਼੍ਰੋਮਣੀ ਕਮੇਟੀ, ਜ਼ਰੂਰ ਪੈਸੇ ਲੈਂਦੀ ਇਹਦੇ 'ਚ, ਪਰ ਇੰਨਾ ਪੈਸਾ ਨਹੀਂ। ਮੰਨ ਲਓ ਜਿਹੜਾ ਉਹ ਵੀ ਪੈਸਾ ਆ ਗਿਆ ਤਾਂ 12% ਹੋ ਗਿਆ, ਤਾਂ ਕੌਣ ਇਹ 'ਚ ਰਗੜਿਆ ਗਿਆ? ਕੌਣ ਇਹ 'ਚ ਨੁਕਸਾਨਦੇਹ ਆ? ਜਿਹੜਾ ਬੰਦਾ ਬਾਹਰੋਂ ਆ ਰਿਹਾ। ਤੁਹਾਨੂੰ ਲੱਗਦਾ ਨਹੀਂ ਕਿ ਇਹ ਮਤਲਬ ਜਿਵੇਂ ਹੁੰਦਾ ਨਾ ਕਿ ਕਿਸੇ ਨੂੰ ਐਵੇਂ ਉਂਗਲ ਲਾਈ ਜਾਣੀ, ਬਸ ਛੇੜੀ ਜਾਣਾ, ਉਂਗਲ ਲਾਈ ਜਾਣੀ, ਛੇੜੀ ਜਾਣਾ, ਚਵੰਤੀ ਲਾਉਣੀ, ਤੀਲੀ ਲਾਉਣੀ। ਮਤਲਬ ਕੋਈ ਬੈਠਾ ਤੇ ਉਹਦੀ ਬੱਖੀ 'ਚ ਇਦਾਂ ਲਾ ਦਿਓ, ਥੋੜੀ ਦੇਰ ਬਾਅਦ ਉਹਦੀ ਬੱਖੀ 'ਚ ਇਦਾਂ ਲਾ ਦਿਓ, ਉਹ ਉਛਲੇ ਔਰ ਫਿਰ ਅੱਗੇ ਉਹ ਭੜਕੇਗਾ, ਭਾਂਬੜ ਬੜੇ ਉੱਚੋਂ ਫਰੇ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜਾਣਬੁੱਝ ਕੇ ਚੁਆਤੀ ਲਾਈ ਜਾਂਦੀ ਹੈ, ਤੀਲੀ ਲਾਈ ਜਾਂਦੀ ਹੈ, ਛੇੜਿਆ ਜਾਂਦਾ ਹੈ? ਇਹ ਗੱਲ ਬਿਲਕੁਲ ਤੁਹਾਡੀ 16 ਨੇ ਜਿਹਨੂੰ ਕਹਿੰਦੇ ਪੰਜਾਬੀ 'ਚ ਉਹ ਆ, ਕਿਉਂਕਿ ਬਾਕੀ ਸੂਬਿਆਂ 'ਚ ਤਾਂ ਕਦੀ ਇਦਾਂ ਦੀ ਗੱਲ ਨਹੀਂ ਕਰਦੇ। ਜਿਹਦੇ 'ਚ ਇਹਨਾਂ ਨੇ ਕਹਿਤਾ, ਜਦੋਂ ਅਮਿਤ ਸ਼ਾਹ ਜੀ ਆਏ ਉਹਨਾਂ ਪਹਿਲਾਂ ਕਹਿੰਦੇ ਯੂਨੀਵਰਸਿਟੀ ਦਾ ਕੇਂਦਰੀਕਰਨ, ਇਹਦਾ ਕੇਂਦਰੀਕਰਨ ਹੋ ਜਾਊਗਾ, ਇਹ ਸੈਂਟਰ ਦੇ ਹਵਾਲੇ ਕਰ ਦਿਓ। ਬਾਕੀ ਜਿਹੜੇ ਰਹਿ ਰਹੇ ਆ ਕਰਮਚਾਰੀ ਜਿਹੜੇ ਉੱਥੇ ਨੌਕਰੀ ਕਰ ਰਹੇ ਆ, ਉਹਨਾਂ ਨੂੰ ਸਾਰੀ ਫੈਸਿਲਿਟੀ ਦੇ ਦਿਓ ਸੈਂਟਰ ਗਵਰਨਮੈਂਟ ਦੀ। ਫਿਰ ਹਰਿਆਣੇ ਨੂੰ ਦੇ ਦਿਓ ਵੱਖਰੀ ਜਗ੍ਹਾ, ਵਿਧਾਨ ਸਭਾ ਦਾ। ਇਹ 'ਚ ਆਪੋਜੀਸ਼ਨ ਚੁੱਪ ਹੋ ਗਈ। ਭਗਵੰਤ ਮਾਨ ਨੇ ਪਾਣੀ ਦਾ ਮੁੱਦਾ ਉੱਥੇ ਹੀ, ਭਗਵੰਤ ਮਾਨ ਨੇ ਗੱਲ ਕੀਤੀ, ਕਿਸਾਨਾਂ ਦੀ ਕਮੇਟੀ ਬਣੀ, ਉਸ 'ਚ ਪੰਜਾਬ ਬਾਹਰ। ਤੁਹਾਡੀ ਗੱਲ ਉਹੀ ਮੈਂ ਤਾਂ ਸਿੱਧੀ ਆਈ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਉੱਤੇ GST ਆ ਸਭ ਤੋਂ ਵੱਡੀ ਤਾਂ ਮਾੜੀ ਗੱਲ ਇਹ ਹੈ। ਤੁਹਾਨੂੰ ਲੱਗਦਾ ਨਹੀਂ ਪੰਜਾਬ ਨੂੰ ਛੇੜਨ ਦੀ ਕੋਸ਼ਿਸ਼? ਤੁਸੀਂ ਜੇ ਕੱਲ ਜਾਓਗੇ ਜਾਂ ਅਸੀਂ ਜਾਂਦੇ ਹਾਂ ਯਾਤਰੂ ਦੇ ਤੌਰ ਤੇ ਨਾ, ਸ਼ਰਧਾ ਪੂਰਵਕ ਆਪਾਂ ਜਾਂਦੇ, ਮੱਥਾ ਟੇਕਣ ਦੀ ਰਾਤ ਰਹਿੰਦੇ, ਬੱਚੇ ਤੁਹਾਡੇ ਨਾਲ ਆ, ਤੁਸੀਂ ਉੱਥੇ ਰਹੋਗੇ ਤੇ ਉਹ ਪਹਿਲਾਂ ਤੁਸੀਂ ਫੋਨ ਕਰੋਗੇ, ਬੁੱਕ ਕਰਾਓਗੇ ਸਰਾਂ ਦਾ ਕੋਈ ਕਮਰਾ, ਤੁਹਾਨੂੰ ਬੁੱਕ ਹੋ ਗਿਆ। ਬੁੱਕ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਯਾਰ ਅਗਲੀ ਵਾਰ ਤਾਂ ਅਸੀਂ 500 ਰੁਪਏ ਦਿੱਤਾ ਹੈ, ਐਤਕੀ 950 ਆ ਗਿਆ, ਇਹ ਕੀ ਮਤਲਬ ਹੈ ਨਾ? ਫਿਰ ਤੁਹਾਡੇ ਮਨ 'ਚ ਤਾਂ ਹਰ ਚੀਜ਼ ਆਪਾਂ ਦੇਖਦੇ ਪਏ ਹਾਂ। ਬਾਕੀ ਮੈਂ ਕਿਰਾਇਆ ਦਿੱਤਾ, ਗੱਡੀ ਲੈ ਕੇ ਪੰਜਾਬ ਨੂੰ ਛੇੜਨ ਦੀ ਕੋਸ਼ਿਸ਼, ਔਰ ਪਟਿਆਲਾ ਦੇ ਵਿੱਚ ਧਾਰਮਿਕ ਮਾਹੌਲ ਨਾਅਰੇਬਾਜ਼ੀ ਖਰਾਬ ਕੀਤਾ, ਖਾਲਿਸਤਾਨ ਦਾ ਏਜੰਡਾ ਚੁੱਕਿਆ ਗਿਆ, ਥਾਂ ਥਾਂ ਦੇ ਉੱਤੇ ਕੰਧਾਂ ਦੇ ਉੱਤੇ ਨਾਅਰੇਬਾਜ਼ੀ ਲਿਖਣ ਨੂੰ ਮਿਲਦੀ ਆ। ਸ਼ਰਾਰਤੀ ਅਨਸਰ ਹੈ ਇਹਦੇ ਪਿੱਛੇ ਨਾ। ਇਹ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇਹ ਹੁਣ ਕੋਈ ਨਵਾਂ ਹੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ? ਇਹ ਗੱਲ ਸਹੀ ਹੈ, ਕਿਉਂਕਿ ਆਉਣ ਵਾਲੀ ਹੈ ਇਲੈਕਸ਼ਨ ਆਉਣ ਤੋਂ ਬਾਅਦ ਇਸ ਤਰ੍ਹਾਂ ਦਾ ਭੜਥੂ ਜ਼ਰੂਰ ਪਊਗਾ, ਜਿਹਦੇ 'ਚ ਲੋਕ ਆਪਣੀਆਂ ਲੌਬੀਆਂ ਬਣਾਉਣਗੇ, ਲੋਕ ਡੰਡਾ ਮਾਰਨਗੇ, ਇੱਕ ਦੂਜੇ ਦੇ ਲੱਤਾਂ ਤੋੜਨਗੇ, ਭੱਜ ਦੌੜ ਹੋਊਗੀ। ਫਿਰ ਇਹਨਾਂ ਨੇ ਕਹਿਣਾ ਕਿ ਇਹਦੇ 'ਤੇ ਆਹ ਕੇਸ ਲਾ ਦਿਓ, ਉਹ ਬੰਦੇ ਅੰਦਰ ਹੋ ਜਾਣਗੇ, ਉਹਦੇ ਬਾਅਦ ਸ਼ਾਂਤੀਪੂਰਵਕ ਜਾ ਕੇ ਆਪਣੀ ਇਲੈਕਸ਼ਨ ਕਰ ਲੈਣਗੇ। ਇਹ ਬੜੇ ਵੱਡੇ ਜਿਹੜੇ ਆ ਛੜਯੰਤਰ ਰਚੇ ਜਾਂਦੇ ਆ ਇਸੇ ਤਰ੍ਹਾਂ ਦੇ। ਹੁਣ ਇਹ ਦੇਖੋ, ਜੇ ਧਾਰਮਿਕ ਸੰਸਥਾ ਨੂੰ ਨਹੀਂ ਤੁਸੀਂ ਦੇ ਸਕਦੇ, ਮੁਕਤ ਕਰ ਸਕਦੇ ਟੈਕਸ ਤੋਂ, ਇਹ ਕੋਈ ਟੈਕਸ ਤਾਂ ਇੰਗਲੈਂਡ ਦੀ ਸਰਕਾਰ ਨੇ ਤਾਂ ਨਹੀਂ ਲਾਇਆ, ਬ੍ਰਿਟਿਸ਼ ਗੌਰਮੈਂਟ ਤਾਂ ਨਹੀਂ ਇੱਥੇ ਬੈਠੀ, ਸਾਡੀ ਆਪਣੀ ਸਰਕਾਰ ਹੈ, ਸਾਡੀ ਆਪਣੀ ਚੁਣੀ ਹੋਈ ਨੁਮਾਇੰਦੇ ਨੇ ਜਿਹੜੇ ਉੱਥੇ ਬੈਠੇ ਆ। ਉਹਨਾਂ ਨੂੰ ਕੀ ਹੈ ਕਿ ਜਿਹੜੀ ਧਾਰਮਿਕ ਸੰਸਥਾਵਾਂ, ਜੇ ਅਸੀਂ ਪਾਰਟੀ ਕੋਲ ਨਾਂ ਲਈਏ, ਉਹਨਾਂ ਸੰਸਥਾਵਾਂ ਦੀ ਜਿਹੜੀ ਮਰਿਆਦਾ ਵਾ ਜਾਂ ਉਹਨਾਂ ਦਾ ਜਿਹੜੀ ਪਰੰਪਰਾ ਵਾ ਜਾਂ ਉਹਨਾਂ ਦੇ ਪਿੱਛੇ ਜੋ ਸ਼ਰਧਾ ਵਾ, ਉਹ ਨਹੀਂ ਉਹਨਾਂ ਨੂੰ ਪਤਾ। ਪੰਜਾਬ ਦੇ ਇਤਿਹਾਸ ਨਾਲ ਛੇੜਖਾਨੀ, ਸਿੱਖ ਇਤਿਹਾਸ ਨਾਲ ਛੇੜਖਾਨੀ, ਬਿਲਕੁਲ ਜ਼ਿਲ੍ਹਿਆਂ ਵਾਲੇ ਬਾਗ ਨਾਲ ਛੇੜਖਾਨੀ। ਆ ਦੇਖ ਲਓ ਹੁਣ ਤੱਕ ਉਹ ਵੀ ਧਾਰਮਿਕ ਸਥਾਨ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਨੇ, ਉਹ ਜਿਹੜੇ ਧਾਰਮਿਕ ਸਥਾਨ ਜਿਸ ਰੂਪ ਵਿੱਚ ਹੈਗੇ ਨੇ, ਉਹਨਾਂ ਰੂਪਾਂ ਨੂੰ ਬਦਲਣ ਦੀ ਕੋਸ਼ਿਸ਼। ਉਹਨਾਂ ਦਾ ਇਹ ਹੈ ਕਿ ਜਵਾਨ ਬੱਚੇ ਤੇ ਜਿਹੜੇ ਆਉਣ ਵਾਲੀ ਜਨਰੇਸ਼ਨ ਬੱਚੇ ਜਿਹੜੇ ਵੱਡੇ ਹੋ ਰਹੇ, ਉਹਨਾਂ ਨੂੰ ਇਹਦਾ ਪਤਾ ਨਾ ਲੱਗੇ ਕਿ ਇਤਿਹਾਸ ਕੀ ਸੀ, ਇਹਦੇ ਵਿੱਚ ਕਿੰਨੀ ਇਹਨਾਂ ਦੀ ਜਿਹੜਾ ਇਤਿਹਾਸ ਕਿੰਨਾ ਕੁ ਅਮੀਰ ਆ, ਇਹਦੇ ਵਿੱਚ ਕੀ ਪਿਛੋਕੜ ਆ, ਕਿੰਨੀਆਂ ਬਹਾਦਰੀਆਂ ਇਹਨਾਂ 'ਚ, ਕਿੰਨੀ ਸੂਰਬੀਰਤਾ ਵਾ। ਉਹ ਆਂਦੇ ਵੀ ਇਹ ਤੋਂ ਬਚ ਕੇ ਨਿਕਲ ਜਾਣ, ਤੇ ਬੱਚੇ ਕਹਿਣ ਤੇ ਉਹੀ ਲੋਕ, ਇਹੀ ਖੇਤੀਬਾੜੀ ਹੈ ਸਾਡਾ ਪੰਜਾਬ, ਤੇ ਐਡਾ ਵੱਡਾ। ਤੁਸੀਂ ਦੇਖੋ ਬਲਕਾਰ ਜੀ, ਇਹ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇੱਕੋ ਹੀ ਮਾਨਸਿਕਤਾ ਦੇ ਨਾਲ ਇਹ ਸਾਰੀ ਗੇਮ ਪਲਾਨ ਕੀਤੀ ਜਾ ਰਹੀ ਹੈ? ਸਾਊਥ ਦੇ ਵਿੱਚ ਬੱਚਿਆਂ ਦੇ ਸਿਲੇਬਸ 'ਚੋਂ, ਸਕੂਲ ਦੇ ਸਿਲੇਬਸ 'ਚੋਂ ਸ਼ਹੀਦ ਭਗਤ ਸਿੰਘ ਜੀ ਦਾ ਚੈਪਟਰ, ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਨੂੰ ਹਟਾ ਦੇਣਾ, ਠੀਕ ਹੈ। ਫਿਰ ਪੰਜਾਬ ਦੇ ਅੰਦਰ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਭਗਤ ਸਿੰਘ ਅੱਤਵਾਦੀ ਸੀ, ਸਰਦਾਰ ਭਗਤ ਸਿੰਘ ਅੱਤਵਾਦੀ ਸੀ। ਫਿਰ ਉਹਨਾਂ ਦੇ ਬੇਟੇ ਕਹਿ ਰਹੇ ਨੇ ਕਿ ਸਿੱਖ ਅਜਾਇਬ ਘਰ ਦੇ ਵਿੱਚੋਂ ਸਰਦਾਰ ਭਗਤ ਸਿੰਘ ਦੀ ਫੋਟੋ ਹਟਾ ਦਿਓ। ਇਹ ਤਾਂ ਗੱਲ ਉਹ ਕਹਿ ਰਿਹਾ ਕਿ ਜਿਹੜੇ ਥਾਲੀ 'ਚ ਖਾ ਰਹੇ ਆ ਨਾ, ਉਹ ਉਹਦੇ 'ਚ ਸ਼ੇਕ ਕਰ ਰਹੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਾਰੀ ਗੇਮ ਪਲਾਨ ਚੱਲਦੀ ਪਈ ਆ ਉਹਦੇ 'ਚ? ਭਾਵੇਂ ਸਿਮਰਨਜੀਤ ਮਾਨ ਜੀ ਹੋਣ ਜਾਂ ਜਿਹੜੇ ਹੋਣ, ਇਹ ਤਾਂ ਇੱਕ ਧਰਤੀ ਸਾਡੀ ਹੈ ਜਿਹਦੇ 'ਚ ਅਸੀਂ ਬੈਠੇ ਹਾਂ, ਜੰਮੇ ਪਲੇ ਹਾਂ, ਜਿਸ 'ਚ ਅਸੀਂ ਸ਼ਹੀਦ ਸਾਡੇ ਬਿਲਕੁਲ ਆਦਰਸ਼ ਨੇ, ਸਾਡੇ ਮਾਡਲ ਨੇ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਦੇਸ਼ ਦੀਆਂ ਵਾਗਡੋਰ ਸਾਡੇ ਹੱਥ 'ਚ ਫੜਾਈ ਆ। ਆ ਜਿਹੜੀ ਵਾਗਡੋਰ ਜਿਹੜੀ ਹੁਣ ਕਨਸਟੀਟਿਊਸ਼ਨ ਦੀਆਂ ਸਹੁੰਆਂ ਖਾ ਰਹੇ ਆ,
ਜਾਂ ਕਰ ਰਹੇ ਹੋ ਕਾਹਦੀ ਬਦੌਲਤ ਹੈਗੀ ਹੈ। ਜੇ ਬ੍ਰਿਟਿਸ਼ ਹਕੂਮਤ ਗਈ ਹੈ ਤਾਂ ਤਾਦੇ ਅਸੀਂ ਇਹ ਗੁਲਾਮੀ ਦੀ ਸਾਰੀਆਂ ਜੰਜੀਰਾਂ ਨੂੰ ਤੋੜ ਕੇ ਤਾਂ ਅੱਗੇ ਆਏ ਹਾਂ। ਅਤੇ ਇਸੇ ਨੂੰ ਜੇ ਅਸੀਂ ਕਹਾਂਗੇ ਨਹੀਂ ਜੀ ਉਹ ਅੱਤਵਾਦੀ ਸੀ, ਨਾ ਜੀ ਉਗਰਵਾਦੀ ਸੀ, ਉਹ ਜੋ ਫਲਾਨਾਵਾਦੀ ਸੀ, ਤਾਂ ਤੁਸੀਂ ਖੁਦ ਕੀ ਜੀ, ਤੁਸੀਂ ਕੀ ਕਰ ਰਹੇ ਜੀ? ਇਹੀ ਹੈ ਨਾ। ਫਿਰ ਜਿਹੜੀ ਅਸੀਂ ਨਹੀਂ ਪੁੱਛਾਂਗੇ, ਜਿਹੜੀ ਆਉਣ ਵਾਲੀ ਜਵਾਨ ਲੋਕ ਨੇ, ਬੱਚੇ ਨੇ, ਉਹ ਪੁੱਛਣਗੇ, ਅਗਲੀ ਜਨਰੇਸ਼ਨ ਪੁੱਛੂਗੀ ਕਿ ਤੁਸੀਂ ਕੀ ਕਰ ਰਹੇ ਜੀ। ਦੇਖੋ ਦੇਸ਼ ਸਾਡਾ ਸਾਰਿਆਂ ਦਾ ਸਾਂਝਾ ਹੈ। ਹਾਂ, ਕੋਈ ਤੁਹਾਡੀ ਕੋਈ ਜੱਦੀ ਜਾਇਦਾਦ ਤਾਂ ਹੈ ਨਹੀਂ, ਕੋਈ ਜੱਦੀ ਜਾਗੀਰ ਤਾਂ ਹੈ ਨਹੀਂ ਕਿ ਭਾਰਤ ਦੇਸ਼ ਤੁਹਾਡੀ ਜੱਦੀ ਜਾਗੀਰ ਹੈ, ਤੁਹਾਡਾ ਕੋਈ ਜੱਦੀ ਜਾਇਦਾਦ ਹੈ, ਜਿਵੇਂ ਮਰਜ਼ੀ ਇਹਦਾ ਇਸਤੇਮਾਲ ਕਰੋ। ਇਹ ਤਾਂ ਸਾਡਾ ਸਾਰਿਆਂ ਦਾ ਸਾਂਝਾ ਹੈ। ਇਹ ਨਹੀਂ ਕਿ ਕੋਈ ਬੰਦਾ ਕੋਈ ਤੁਹਾਨੂੰ ਸਵਾਲ ਪੁੱਛੇ ਤੇ ਲਗਾ ਦਿਓ ਉਹਦੇ ਮਗਰ ਈਡੀ, ਲਗਾ ਦਿਓ ਉਹਦੇ ਮਗਰ CBI, ਲਗਾ ਦਿਓ ਉਹਦੇ ਮਗਰ ਏਜੰਸੀਆਂ। ਇਹ ਕੋਈ ਤਰੀਕਾ ਤਾਂ ਨਹੀਂ ਹੈ ਕਿ ਕੋਈ ਬੰਦਾ ਤੁਹਾਨੂੰ ਸਵਾਲ ਹੀ ਨਾ ਪੁੱਛੇ, ਅੱਗੋਂ ਕੋਈ ਤੁਹਾਨੂੰ ਕੋਈ ਪੁੱਛਣ ਵਾਲਾ ਜੰਮਿਆ ਹੀ ਨਹੀਂ, ਮਤਲਬ ਕੋਈ ਪੁੱਛ ਨਹੀਂ ਸਕਦਾ ਤੁਹਾਨੂੰ। ਜੇ ਤੁਸੀਂ ਦੇਖੋ ਜਿਸ ਧਰਤੀ ਤੇ ਬੈਠੇ, ਆਪਾਂ ਧਰਤੀ ਦੀ ਗੱਲ ਕਰੀਏ, ਜਿੱਦਾਂ ਟੈਗੋਰ ਜੀ ਨੇ ਕੌਮੀ ਤਰਾਨਾ ਲਿਖਿਆ, ਜਿਹਨੂੰ ਨੈਸ਼ਨਲ ਐਂਥਮ ਕਰਦੇ ਆਪਾਂ ਕਹਿੰਦੇ ਹਾਂ, ਜਨ ਗਣ ਮਨ। ਅਤੇ ਜਨ ਗਣ ਮਨ ਦਾ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਦੇ ਵੀ ਰਹੇ, ਸਕੂਲ 'ਚ ਕਰਦੇ ਵੀ ਹਾਂ, ਮੈਨੂੰ ਉਦੋਂ ਦਾ ਯਾਦ ਆ, ਔਰ ਮਾਸਟਰ ਸਾਡੇ ਕਹਿੰਦੇ ਵੀ ਸੀਗੇ ਕਿ ਸਭ ਤੋਂ ਪਹਿਲਾਂ ਪੰਜਾਬ ਦਾ ਨਾਂ ਆਉਂਦਾ। ਵੇਖੋ ਟੈਗੋਰ ਜੀ ਨੇ ਕਿੰਨਾ ਸਤਿਕਾਰ, ਔਰ ਦਰਬਾਰ ਸਾਹਿਬ ਵੀ ਆਏ, ਉਹਨਾਂ ਨੇ ਆ ਕੇ ਮੱਥਾ ਟੇਕਿਆ ਅਤੇ ਸਜਦਾ ਕੀਤਾ ਦਰਬਾਰ ਸਾਹਿਬ ਆ ਕੇ। ਔਰ ਉਹਨਾਂ ਨੇ ਕਿੰਨੇ ਸਕਾਲਰ ਸੀ, ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਪੰਜਾਬ ਦਾ ਨਾਮ ਪਹਿਲਾਂ ਆਇਆ, ਸਭ ਤੋਂ ਪਹਿਲਾਂ ਆਇਆ। ਦੇਖੋ ਜਦੋਂ ਰਵਿੰਦਰਨਾਥ ਟੈਗੋਰ ਆਏ ਨੇ, ਰਵਿੰਦਰਨਾਥ ਟੈਗੋਰ ਜੀ ਨੂੰ ਕਿਹਾ ਗਿਆ ਕਿ ਤੁਸੀਂ ਦੇਸ਼ ਵਾਸਤੇ ਲਿਖਿਆ, ਤਰਾਨਾ ਲਿਖਿਆ, ਤੁਸੀਂ ਦੁਨੀਆ ਵਾਸਤੇ ਵੀ ਤਰਾਨਾ ਲਿਖ ਦਿਓ। ਕਹਿੰਦੇ ਦੁਨੀਆ ਵਾਸਤੇ ਤਰਾਨਾ ਦਾ ਬਹੁਤ ਪਹਿਲਾਂ ਗੁਰੂ ਨਾਨਕ ਸਾਹਿਬ ਲਿਖ ਕੇ ਗਏ ਨੇ। ਕਹਿੰਦੇ ਉਹ ਕਿਹੜਾ? ਗगन में थाल रवचंद दीपक बने तारका मंडल जनक मोती। ਕਹਿੰਦੇ ਇਹ ਦੁਨੀਆ ਵਾਸਤੇ ਤਰਾਨਾ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਲਿਖ ਕੇ ਗਏ ਹੋਏ ਨੇ, ਤੇ ਮੈਂ ਕੀ ਲਿਖਣਾ? ਸੋ ਐਡਾ ਵੱਡਾ ਇਤਿਹਾਸ ਹੋਵੇ ਪੰਜਾਬ ਦਾ, ਐਡਾ ਵੱਡਾ ਇਤਿਹਾਸ ਹੋਵੇ ਸਿੱਖ ਇਤਿਹਾਸ, ਤੇ ਤੁਸੀਂ ਸਿੱਖ ਇਤਿਹਾਸ ਨਾਲ ਛੇੜਖਾਨੀ ਕਰੋ। ਨਹੀਂ, ਇਹ ਗਲਤ ਕੀਤੀ ਹੈ। ਇਹਦੇ 'ਚ ਇੱਕ ਬੰਦਾ ਨਹੀਂਗਾ, ਬੱਚੇ ਤੋਂ ਲੈ ਕੇ ਬੁੜੇ ਤੱਕ ਸਾਰੇ ਬੰਦਿਆਂ ਨੇ ਵਿਰੋਧਤਾ ਕੀਤੀ ਹੈ ਕਿ ਇਹ ਜਿਹੜਾ ਟੈਕਸ ਨਹੀਂ, ਕੁਰਬਾਨੀਆਂ ਦੀ ਕਦਰ ਨਹੀਂ ਕਦਰ। ਨਿੱਕੇ ਨਿੱਕੇ ਬੱਚਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ, ਬਹੁਤ ਵੱਡਾ ਦਸ਼ਮੇਸ਼ ਪਿਤਾ ਨੇ। ਉਹ ਤਾਂ ਪਰ ਭੁੱਲ ਜਾਂਦੇ ਆ ਨਾ, ਕਿਉਂਕਿ ਜਿਹੜੀ ਕੁਰਸੀ ਹੈ, ਜਿਹੜੀ ਤਾਕਤ ਹੈ, ਬੜਾ ਮਤਲਬ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਕਰਦੇ ਕੀ ਪਏ ਹੋ। ਹਾਂ, ਇਹ ਗਲਤ ਕੀਤਾ। ਹੁਣ ਦੇਖੋ ਅੱਗੇ ਕੀ ਇਹਦਾ ਹੁੰਦਾ, ਕਿਉਂਕਿ ਮਤਲਬ ਚੰਗੇ ਭਲੇ ਬੈਠੇ ਸਾਰੇ ਲੋਕ ਸ਼ਾਂਤੀ ਨਾਲ ਇਕੱਠੇ ਖਾਣਾ ਖਾਂਦੇ, ਮਿਲ ਵਰਤਨ ਕਰਦੇ, ਤੁਹਾਨੂੰ ਚੰਗੇ ਨਹੀਂ ਲੱਗਦੇ? ਕਿ ਤੁਹਾਡੀ ਦੁਕਾਨ ਨਹੀਂ ਚੱਲਦੀ ਬਿਨਾਂ ਇਹਨਾਂ ਦੇ ਭਾਈਚਾਰੇ ਨੂੰ ਤੋੜੇ ਬਿਨਾਂ, ਤੁਹਾਡੀ ਸਿਆਸਤ ਦੀ ਦੁਕਾਨ ਨਹੀਂ ਚੱਲਦੀ, ਇਸ ਕਰਕੇ ਇਹਨਾਂ ਦਾ ਭਾਈਚਾਰਾ ਤੋੜੋ, ਜ਼ਹਿਰ ਫੈਲਾਓ। ਸਿਆਸਤ ਕਦੀ ਵੀ ਜਿਹੜੀ ਹੈ ਨਾ ਸ਼ਾਂਤੀ ਘਟ ਚਾਹੁੰਦੀ ਹੁੰਦੀ, ਮਤਲਬ ਸ਼ਰਮ ਹੋਣੀ ਚਾਹੀਦੀ ਹੈ ਕਿ ਕਰਦੇ ਕੀ ਪਏ ਆ। ਕੀ ਹੁੰਦਾ ਰਹੇ, ਡਾਂਗ ਛੋਟਾ ਹੁੰਦਾ ਰਹੇ, ਤਾਂ ਕਿ ਲੋਕ ਜਿਹੜੇ ਆ ਇੱਕਦਮ ਸਥਿਰ ਨਾ ਰਹਿਣ। ਜੇ ਸਥਿਰ ਹੋ ਗਏ ਤੇ ਸੋਚ ਚੰਗੀ ਹੋ ਜਾਣੀ, ਇਹਨਾਂ ਨੇ ਸੋਚਣਾ ਸ਼ੁਰੂ ਕਰ ਦੇਣਾ, ਫਿਰ ਇਹਨਾਂ ਸਾਡੀਆਂ ਗੱਲਾਂ ਸਮਝਣੀਆਂ ਸ਼ੁਰੂ ਕਰ ਦੇਣੀਆਂ। ਤਦੇ ਉਹ ਆਂਦੇ ਕਿ ਐਜੂਕੇਸ਼ਨ ਤੋਂ ਵੀ ਦੂਰ ਰੱਖੋ ਇਹਨਾਂ ਨੂੰ। ਬਹੁਤ ਨੇਤਾ ਇਦਾਂ ਦੇ ਵੀ ਰਹੇ ਆ ਜਿਹੜੇ ਇਦਾਂ ਦਾ ਪੜਥੂ ਪਾਉਂਦੇ ਸੀਗੇ, ਉਹ ਆਂਦੇ ਵੀ ਪੜ੍ਹਾਓ ਵੀ ਨਾ, ਤੇ ਪਿੰਡਾਂ 'ਚ ਸੜਕਾਂ ਉਹਨਾਂ ਇੰਨੀਆਂ ਬਣਾਓ ਤਾਂ ਕਿ ਲੋਕ ਜਿਹੜੇ ਆ ਸ਼ਹਿਰਾਂ ਵੱਲ ਆਉਣਗੇ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝ ਆ ਜਾਊਗੀ। ਉਹ ਜਿੱਥੇ ਵੀ ਜਿਸ ਜੰਗਲ 'ਚ ਬੈਠੇ ਰਹਿਣ ਦਿਓ, ਇਹ ਗੱਲ ਹੁੰਦੀ ਉਹਨਾਂ ਦੀ। ਗੱਲ ਇਹ ਹੈ ਨਾ ਕਿ ਜਿਹੜੀ ਅੰਗਰੇਜ਼ਾਂ ਦੀ ਨੀਤੀ ਸੀ ਨਾ, ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ, ਇਹਨਾਂ ਨੇ ਫਾਲੋ ਉਹ ਇਹਨਾਂ ਦੀ ਵੀ ਹੈ। ਤੇ ਨਾਲ ਇੱਕ ਚੀਜ਼ ਹੋਰ ਜੋੜ ਦਿੱਤੀ ਜਿਹੜੀ ਤੁਸੀਂ ਕਹਿ ਰਹੇ ਹੋ, ਐਂਡ ਕੀਪ them ignorant, keep them illiterate। ਬਸ illiterate, ਜੇ ਸੂਝਵਾਨ ਇਹਨਾਂ ਨੂੰ ਅਨਪੜ੍ਹ ਰੱਖੋ, ਸੂਝਵਾਨ ਹੋਣ ਹੀ ਨਾ ਦਿਓ। ਸਮਝ ਨਾ ਆਵੇ ਇਹਨਾਂ ਨੂੰ, ਜੇ ਗਿਆਨ ਆ ਗਿਆ ਇਹਨਾਂ ਨੂੰ ਤੇ ਇਹਨਾਂ ਨੇ ਸਾਡਾ ਗਲਮਾ ਫੜਨਾ, ਇਹਨਾਂ ਨੂੰ ਦੂਰ ਹੀ ਰਹਿਣ ਦਿੰਦੇ। ਇੱਕ ਗੱਲ ਹੈ, ਅੱਜ ਸਾਰੇ ਸਮਝਦੇ ਨੇ, ਇਹਨਾਂ ਦੀ ਇੱਕ ਇੱਕ ਚਾਲ ਸਾਰੇ ਸਮਝਦੇ ਨੇ, ਇਹਨਾਂ ਦੀ ਇੱਕ ਇੱਕ ਗੇਮ ਸਾਰੇ ਸਮਝਦੇ ਪਏ ਨੇ, ਸਭ ਕੁਝ ਐਕਸਪੋਜ਼ ਹੋ ਚੁੱਕਿਆ। ਪਰ ਇੱਕ ਤੋਂ ਕਿੰਨੀਆਂ ਸਦੀਆਂ ਹੋ ਗਈਆਂ, 75 ਸਾਲ ਤਾਂ ਹੋ ਗਏ ਹੁਣ। 15 ਅਗਸਤ ਆ ਰਿਹਾ, ਹੁਣ ਤੱਕ ਲੋਕਾਂ ਨੂੰ ਵਧਾਈਆਂ ਦੇ ਰਹੇ ਲੋਕ, ਔਰ ਜਿਹੜਾ ਅੰਮ੍ਰਿਤ ਉਤਸਵ ਮਨਾ ਰਹੇ ਆ ਬਹੁਤ ਵੱਡੇ ਤਰੀਕੇ ਨਾਲ। ਔਰ 75 ਸਾਲ ਤੱਕ ਲੋਕਾਂ ਨੂੰ ਬੜੀ ਸੂਝ ਆ ਗਈ ਹੈ, ਬੜਾ ਕੁਝ ਸਮਝ ਗਏ ਆ, ਪੜ੍ਹ ਲਿਖ ਗਏ ਆ, ਬਾਹਰਲੇ ਦੇਸ਼ਾਂ 'ਚ ਚਲੇ ਗਏ ਆ, ਗਲੋਬਲਾਈਜੇਸ਼ਨ ਹੋ ਗਈ ਹੈ, ਸਮਝ ਗਏ। ਇਹ ਨਹੀਂ ਕਿ ਹੁਣ ਪੂਰੇ ਅੰਦਰ ਪੰਜਾਬ ਦੇ ਬੈਠੇ ਆ। ਗੱਲ ਇਹ ਹੈ ਨਾ ਕਿ ਇਹਨਾਂ ਨੂੰ ਇਸ ਚੀਜ਼ ਦੀ ਸਮਝ ਆਉਣੀ ਚਾਹੀਦੀ ਹੈ, ਇਸ ਚੀਜ਼ ਦੀ ਸੋਝੀ ਆਉਣੀ ਚਾਹੀਦੀ ਹੈ ਕਿ ਸਾਡੀ ਪੋਲੀਟੀਕਲ ਪਾਰਟੀ ਰਵੇ ਨਾ ਰਵੇ, ਅਸੀਂ ਰਵੇ ਨਾ, ਅਸੀਂ ਰਹੀਏ ਨਾ ਰਹੀਏ, ਇਹ ਦੇਸ਼ ਰਹਿਣਾ ਹੈ ਤੇ ਦੇਸ਼ ਦੇ ਲੋਕ ਵੀ ਰਹਿਣੇ ਨੇ, ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੀ ਰਹਿਣੀਆਂ ਨੇ। ਤਾਂ ਇਸ ਕਰਕੇ ਅਸੀਂ ਇਦਾਂ ਦੀਆਂ ਕੋਝੀਆਂ ਚਾਲਾਂ ਨਾ ਚੱਲੀਏ ਕਿ ਅਸੀਂ ਮਾੜਾ ਜਿਹਾ ਮੁਹਾਵਰਾ ਹੈਗਾ ਹੁੰਦਾ ਵੀ ਲਾਗੇ ਨੇ ਲਾਗ ਲੈਣਾ, ਭਾਵੇਂ ਉਹ ਜਾਂਦੇ ਰੰਡੀ ਹੋ ਜੇ। ਜਿਹੜੇ ਲਾਗੀ ਉਹਨਾਂ ਨੇ ਤਾਂ ਕਹਿਣਾ ਸਾਨੂੰ ਪੈਸੇ ਦਿਓ, ਹੈ ਨਾ, ਉਹਨਾਂ ਨੇ ਪੈਸੇ ਆਪਣੀ ਜੇਬ 'ਚ ਪਾਉਣੇ ਆ, ਤਾਂ ਹੁੰਦਾ ਜਾਂਦਿਆਂ ਨੂੰ ਜੋ ਮਰਜ਼ੀ ਹੋ ਜਾਏ, ਅਸੀਂ ਦੂਜੇ ਵਿਆਹ ਚਲ ਜਾਵਾਂਗੇ। ਇਹ ਇਹਨਾਂ ਦਾ ਕੰਮ ਹੁੰਦਾ, ਇਹ ਸੋਚ ਹੈਗੀ ਆ। ਚਲੋ ਹੁਣ ਆਪਾਂ ਅੱਗੇ, ਇਹ ਸ਼ਰਮਨਾਕ ਸੋਚ ਹੈ। ਚਲੋ ਅੱਗੇ ਚੱਲਦੇ ਹਾਂ। ਜੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਦੌੜ ਚੱਲ ਰਹੀ ਹੈ, ਹੁਣ ਮੱਠੀ ਪੈ ਗਈ, ਮਿੱਠੀ ਪੈ ਗਈ ਹੈ, ਕਿਉਂਕਿ ਰਿਸ਼ੀ ਸੁਨਕ ਹੁਣ ਦੂਜੇ ਨੰਬਰ ਤੇ ਆ ਗਏ ਨੇ। ਉਹਨਾਂ ਨੂੰ ਮਿਲੀਆਂ ਨੇ ਸਿਰਫ 26 ਵੋਟਾਂ, ਤੇ ਟਰੱਸ 58 ਵੋਟਾਂ ਦੇ ਨਾਲ ਅੱਗੇ ਨੇ। ਟਰੱਸ ਤਾਂ ਅੱਗੇ ਰਹਿਣੀ, ਕਿਉਂਕਿ ਉਹ ਉੱਥੋਂ ਦੇ ਜੰਪਲ ਆ, ਉੱਥੋਂ ਦੀ ਉਹ ਫੋਰਨ ਮਿਨਿਸਟਰ ਆ, ਔਰ ਉਹਦੇ ਕੋਲ ਪਾਵਰ ਵੀ ਹੈ, ਸਾਰਾ ਕੁਝ ਹੈਗਾ। ਔਰ ਲੋਕਾਂ ਦਾ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਦੇ ਨੁਮਾਇੰਦੀ ਰਹੀ ਆ,
ਔਰ ਇਹ ਸਾਡੇ ਜਿਹੜੇ ਅਮੂਲ ਭਾਰਤੀ ਨੇ ਔਰ ਉੱਥੋਂ ਦੇ ਜਿਹੜੇ ਏਸ਼ੀਅਨ ਕੰਟਰੀ ਦੇ ਲੋਕ ਆ ਉਹੀ ਇਹਨਾਂ ਨੂੰ ਨੁਮਾਇੰਦਗੀ ਦੇਣਗੇ। ਜਿਹੜੇ ਇਹ 'ਚ ਰੈਸ਼ੀਅਲ ਜਿਹੜੀ ਹੈ ਨਾ ਤੁਹਾਡੇ 'ਚ ਉਹ ਵੀ ਆ ਜਾਂਦਾ ਕਿ ਇਹ ਕਾਲਾ ਉਹ ਗੋਰਾ, ਇਹਦਾ ਫਰਕ ਪਊਗਾ, ਇਹ 'ਚ ਟ੍ਰੇਡ ਦਾ ਫਰਕ ਪਊਗਾ, ਪੈਸੇ ਦਾ ਫਰਕ ਪਊਗਾ, ਫੈਮਿਲੀ ਦਾ ਪਊਗਾ, ਬੜਾ ਕੁਝ ਹੁੰਦਾ। ਅੰਗਰੇਜ਼ ਜਦੋਂ ਸਾਨੂੰ ਦੇਖਦੇ ਆ ਹੋਰ ਤਰੀਕੇ ਨਾਲ ਦੇਖਣਗੇ। ਉਹ ਜ਼ਮਾਨਾ ਵਿੱਚ ਸੀਗਾ ਜਦੋਂ ਤੁਸੀਂ ਰੈਸਟੋਰੈਂਟ 'ਚ ਨਹੀਂ ਸੀ ਬਹਿ ਸਕਦੇ, ਉੱਥੇ ਕੁਝ ਖਾ ਪੀ ਨਹੀਂ ਸੀ ਸਕਦੇ, ਇਹਨਾਂ ਦੇ ਵਿੱਚ ਨਾਲ ਨਹੀਂ ਸੀ ਮਿਲ ਸਕਦੇ, ਉਦੋਂ ਤੱਕ ਵੀ ਇਹ ਪਿੱਛੇ ਹਟਾ ਕੇ ਰੱਖਦੇ ਸੀ। ਅੱਜ ਵੀ ਜੇ ਅਸੀਂ ਸੋਚੀਏ ਤਾਂ ਅੱਜ ਵੀ ਇਹਨਾਂ ਦੀ ਕਲੋਨੀਆਂ 'ਚ ਜਿੱਦਾਂ ਬਣਦੇ ਆ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ। ਯੈਸ, ਇਹ ਸੀਗਾ ਜਿਹੜਾ ਹਾਂ ਤੁਸੀਂ ਉਹ ਜਿਹੜਾ ਨਹੀਂ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ ਬਾਹਰ ਲਿਖਿਆ ਹੁੰਦਾ ਸੀ, ਇਹ ਲਿਖਿਆ ਹੁੰਦਾ ਸੀ। ਤਾਂ ਹੁਣ ਜੇ ਇੱਕ ਚਰਚਾ ਤਾਂ ਹੋਈ ਹੈ, ਗੱਲ ਤਾਂ ਬੜੀ ਵੱਡੀ ਮਾਣ ਵਾਲੀ ਹੈ ਕਿਉਂਕਿ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਚੋਣ ਹੋ ਰਹੀ ਹੈ ਉਹਦੇ ਵਿੱਚ ਨੁਮਾਇੰਦਗੀ ਤੌਰ ਤੇ ਇਹ ਇਸ ਵੇਲੇ ਕੈਂਡੀਡੇਟ ਆ ਗਏ ਨੇ ਅੱਗੇ, ਸੋਨਕ ਰਿਸ਼ੀ ਜੀ, ਔਰ ਸਾਨੂੰ ਇਹ ਗੱਲ ਦਾ ਮਾਣ ਵੀ ਹੈਗਾ। ਪਰ ਇਸ ਗੱਲ ਦੀ ਚਿੰਤਾ ਵੀ ਹੈ ਔਰ ਸਿਰਫ ਇਸ ਗੱਲ ਦਾ ਥੋੜ੍ਹਾ ਜਿਹਾ ਨਿਰਾਸ਼ਾ ਵੀ ਹੈ ਕਿਉਂਕਿ ਉਹ ਮੈਡਮ ਅੱਗੇ ਨਿਕਲ ਗਈ ਹੈ ਟਰਸਟ, ਔਰ ਅੱਗੇ ਨਿਕਲਣ ਨਾਲ 58 ਦਾ ਬੜਾ ਫਰਕ ਹੈ। ਉਹਨੂੰ ਹੁਣ ਇਹਨਾਂ ਨੇ ਉੱਥੋਂ ਤੱਕ ਉਹਨੂੰ ਖੱਪਾ ਪੂਰਨਾ, ਉਹ ਗੈਪ ਨੂੰ ਉੱਥੋਂ ਤੱਕ ਪੂਰਨਾ ਆਲਮੋਸਟ ਡਬਲ ਹੈ ਉਹਨਾਂ ਤੋਂ, ਔਖਾ ਹੈ ਕਿਉਂਕਿ ਉਹਦੇ ਤੱਕ ਹੈਗਾ। ਹੁਣ ਅਗਲੀ ਸੋਚ ਅੰਦਰ ਦੀ ਉਹਨਾਂ ਦੀ ਬਹੁਤ ਹੋਰ ਹੁੰਦੀ ਹੈ। ਜੇ ਅਸੀਂ ਅੰਗਰੇਜ਼ੀ ਉਹਨਾਂ ਕੋਲ ਸੁਣਦੇ ਹਾਂ ਜਾਂ ਇੰਨੀ ਨਹੀਂ ਉਹਨਾਂ ਦੀ ਨੀਤੀ ਦਾ ਪਤਾ ਲੱਗਦਾ, ਉਹਨਾਂ ਦਾ ਇਹ ਹੁੰਦਾ ਕਿ ਬਾਹਰਲਾ ਬੰਦਾ ਆ ਕੇ ਨਾ ਸਾਡੇ ਤੇ ਰਾਜ ਕਰਦੇ। ਅਜੇ ਤੱਕ ਵੀ ਇਦਾਂ ਦੀ ਹਾਲਤ ਰਹੀ ਹੈ। ਉਹ ਤਾਂ ਹੈ, ਉਹਦਾ ਸਾਨੂੰ ਵੀ ਸੀ ਜਦੋਂ ਅਸੀਂ ਹਿਸਟਰੀ ਦੇਖੀਏ, ਜਦੋਂ ਕਾਰਨ ਬਣੇ ਸੀ ਸਾਰੇ ਮਿਸਿਸ ਸੋਨੀਆ ਗਾਂਧੀ ਪ੍ਰਾਈਮ ਮਿਨਿਸਟਰ ਬਣਨੇ ਚਾਹੀਦੇ ਨੇ ਕਿ ਨਹੀਂ ਬਣਨੇ ਚਾਹੀਦੇ, ਕਿੰਨਾ ਵਿਰੋਧ ਹੋਇਆ ਸੀ, ਫਿਰ ਡਾਕਟਰ ਮਨਮੋਹਨ ਸਿੰਘ ਆਏ, ਸਾਰੀ ਸਿਆਸਤ ਦੇ ਉਲਟ ਹੋ ਗਈ। ਬਿਲਕੁਲ ਨਹੀਂ ਉਹਨੂੰ ਨਹੀਂ ਬਣਾਵਾਂਗੇ ਸਾਰਾ ਕੁਝ। 2 ਟਰਮਸ ਉਹਨਾਂ ਦਾ ਕਿਸਮਤ ਪੂਰੀ ਖੁੱਲ ਗਈ। ਬਿਲਕੁਲ ਅਸੀਂ ਅੱਜ ਵੀ ਗੱਲ ਕਰਦੇ ਹਾਂ, 2 ਟਰਮਸ ਰਹੇ। ਜਿਹੜੀ ਪੰਜਾਬ ਦੇ ਵਿੱਚ ਵੀ ਸਾਡੀ ਐਡਵਾਈਜ਼ਰੀ ਕਮੇਟੀ ਬਣੀ ਹੈ, ਦਿੱਲੀ ਤੋਂ ਲਿਆ ਕੇ ਬੰਦੇ ਸਾਡੇ ਸਿਰ ਤੇ ਬਿਠਾਉਂਦੇ ਪਏ ਨੇ, ਲੱਗਿਆ ਬੁਰਾ ਲੱਗਾ। ਅਸੀਂ ਕਹਿੰਦੇ ਹਾਂ ਕਿ ਪੰਜਾਬੀਆਂ ਦੇ ਵਿੱਚ ਤੁਹਾਨੂੰ ਕੋਈ ਪੰਜਾਬੀ ਕਾਬਲ ਨਹੀਂ ਮਿਲਿਆ ਜੋ ਇਸ ਕਮੇਟੀ ਦਾ ਹੈੱਡ ਬਣ ਸਕੇ। ਤੁਸੀਂ ਬਾਹਰੋਂ ਬੰਦੇ ਲਿਆਂਦੇ ਹੋ, ਸਾਨੂੰ ਪੰਜਾਬ 'ਚ ਬੈਠੇ ਨੂੰ ਇਹ ਗੱਲ ਬੁਰੀ ਲੱਗਦੀ ਹੈ। ਜਦੋਂ ਕਿ ਸਾਡੇ ਜਿਹੜੇ ਆ ਇੱਥੋਂ ਦੇ ਨਿਵਾਸੀ ਜਿਹੜੇ ਹੈਗੇ ਉਹ ਬਾਹਰਲੇ ਦੇਸ਼ਾਂ 'ਚ ਬਹਿ ਸਕਦੇ ਆ। ਜਿੱਦਾਂ ਹੁਣ ਪ੍ਰੈਜ਼ੀਡੈਂਟ ਜਿਹੜੀ ਹੈ ਵਾਈਸ ਪ੍ਰੈਜ਼ੀਡੈਂਟ USA ਦੀ ਹੈ ਨਾ ਕਮਲਾ ਹੈਰਿਸ, ਉਹ ਦੇਖੋ ਉੱਧਰੋਂ ਬਣ ਗਏ ਹੈ ਨਾ, ਤੇ ਇੱਧਰ ਵੀ ਆਪਣਾ ਕੈਂਡੀਡੇਟ ਆ ਗਿਆ ਬ੍ਰਿਟੇਨ 'ਚ ਵੀ। ਤੇ ਸਾਡੇ ਪੰਜਾਬ ਲਈ ਇਹਨਾਂ ਨੂੰ ਕੋਈ ਉਹ ਬੰਦਾ ਨਹੀਂ ਮਿਲਿਆ ਕਿ ਜਿਹੜਾ ਰਾਜ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ। ਗੱਲ ਇਹ ਹੈ ਨਾ ਕਿ ਕੁਝ ਵੀ ਕਰ ਲਓ, ਕੋਈ ਪਾਲਿਸੀ, ਕੋਈ ਐਥਿਕਸ, ਕੋਈ ਸਟ੍ਰੈਟਜੀ, ਜੋ ਮਰਜ਼ੀ ਕਰ ਲਓ, ਐਂਡ 'ਚ ਆ ਕੇ ਭਾਵਨਾਵਾਂ ਦੇ ਨਾਲ ਹੀ ਗੱਲ ਹੋਣੀ ਹੈ, ਫੀਲਿੰਗਸ ਦੇ ਨਾਲ ਹੀ ਗੱਲ ਹੋਣੀ ਹੈ। ਇਹ ਭਾਵਨਾਵਾਂ ਕਿਸ ਵੇਲੇ ਕਿੱਧਰ ਮੋੜ ਲੈ ਜਾਣ ਕਿਸੇ ਨੂੰ ਕੁਝ ਨਹੀਂ ਪਤਾ। ਬੇਸਿਕ ਪਤਾ ਸਾਡੇ ਕੀ ਹੈਗਾ, ਗੱਲ ਇੱਕ ਮੰਨਣਯੋਗ ਹੋਊਗੀ ਕਿ ਜਦੋਂ ਅਸੀਂ ਕਿਤੇ ਮੈਂਬਰਸ਼ਿਪ ਲੈਂਦੇ ਹਾਂ ਜਾਂ ਕੋਈ ਇੱਥੇ ਉਪਾਧੀ ਲੈਂਦੇ ਹਾਂ ਸਿਆਸਤ ਦੀ, ਉਹਦੇ 'ਚ ਯੋਗਤਾ ਨਹੀਂ ਵੇਖੀ ਜਾਂਦੀ, ਲਿਆਕਤ ਨਹੀਂ ਵੇਖੀ ਜਾਂਦੀ। ਉਹ 'ਚ ਕਿੰਨੇ ਪ੍ਰੋਫੈਸਰ, ਕਿੰਨੇ ਵਾਈਸ ਚਾਂਸਲਰ, ਕਿੰਨੇ ਵਿਚਾਰੇ ਬੈਠੇ ਆ ਜਿਹੜੇ ਕਿਤਾਬਾਂ ਵੀ ਪੜ੍ਹਦੇ ਆ, ਜਿਨ੍ਹਾਂ ਨੂੰ ਪਤਾ ਵੀ ਹੈਗਾ ਕਿ ਪਾਲਿਸੀ ਕੀ ਬਣਦੀ ਹੈ, ਨੀਤੀ ਉਹ ਬਣਾਉਣਗੇ, ਇੰਪਲੀਮੈਂਟ ਉਹ ਕਰਨਗੇ, ਤੇ ਇਹ ਸਿਰਫ ਕੁਰਸੀ ਤੇ ਬਹਿਣ ਆਉਣਗੇ। ਉਹਨਾਂ ਨੂੰ ਕਦੀ ਵੀ ਇਸ ਉਪਾਧੀ ਦੇ ਨੇੜੇ ਨਹੀਂ ਆਉਣ ਦਿੱਤਾ ਜਾਊਗਾ ਔਰ ਨਾ ਹੀ ਆਉਣਗੇ। ਔਰ ਉਹ ਇਸੇ ਕਰਕੇ ਨਹੀਂ ਆਉਣਗੇ ਕਿ ਇਹ ਲੋਕਤੰਤਰ ਹੈ, ਲੋਕਤੰਤਰ 'ਚ ਉਹ 9 ਦੂਜੇ ਪਾਸੇ ਹੈ ਤੇ 13 ਰੌਲਾ ਪਾਉਣ ਵਾਲੇ ਦੂਜੇ ਪਾਸੇ, ਉਹ ਜਿੱਤ ਕੇ ਤੇ ਉਹ ਹਾਰ ਗਏ। ਬਸ ਇਹ ਰੌਲੇ ਦੀ ਹੈ, ਰੌਲੇ ਦੀ ਗੇਮ ਹੈ। ਔਰ ਇਹਦੇ 'ਚ ਨਾ ਮੈਨੂੰ ਇੱਕ ਐਗਜ਼ਾਮਪਲ ਯਾਦ ਆਉਂਦੀ ਹੈ, ਮੈਂ ਇਹਦੇ ਬਾਰੇ ਸੋਚਿਆ ਵੀ ਹੈ, ਮੈਂ ਕਿਹਾ ਮੈਂ ਤੁਹਾਨੂੰ ਇਹਨੂੰ ਦੱਸਣਾ ਮੈਨੂੰ ਪਸੰਦ ਆਏਗਾ। ਜ਼ਰੂਰ ਜ਼ਰੂਰ। ਕਿ ਸੁਕਰਾਤ ਜਿਹੜੇ ਬੜੇ ਫਿਲਾਸਫਰ ਹੋਏ ਨੇ, ਉਹਨਾਂ ਨੇ ਆਪਣੇ ਚੇਲੇ ਨੂੰ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਨਾ ਜਿਹੜੀ ਇਹ ਡੈਮੋਕ੍ਰੇਸੀ ਹੈ, ਇਹ ਕੋਈ ਫਾਇਦੇ ਦਾ ਸੌਦਾ ਨਜ਼ਰ ਨਹੀਂ ਆ ਰਹੀ। ਕਹਿੰਦੇ ਕਿਉਂ? ਕਹਿੰਦੇ ਸਭ ਕੁਝ ਵੋਟਾਂ ਦੇ ਉੱਤੇ ਹੈ। ਕਹਿੰਦਾ ਗੁਰੂ ਜੀ ਕਿੱਦਾਂ? ਕੋਈ ਉਦਾਹਰਨ ਦਿਓ। ਕਹਿੰਦੇ ਇੱਕ ਪਾਣੀ ਦਾ ਜਹਾਜ਼ ਹੋਵੇ ਤੇ ਉਹਦਾ ਆਪਾਂ ਕੈਪਟਨ ਚੁਣਨਾ ਹੈ ਕਿ ਕਿਹੜਾ ਜਹਾਜ਼ ਨੂੰ ਚਲਾਊਗਾ। ਹੁਣ ਕਿਹਨੂੰ ਚੁਣਾਂਗੇ? ਜਿਹੜਾ ਬੰਦੇ ਨੇ ਟ੍ਰੇਨਿੰਗ ਲਿੱਤੀ ਹੋਈ ਹੈ, ਜਿਹੜਾ ਬੰਦਾ ਉਹ ਜਾਂਚ ਆਉਂਦੀ ਹੈ, ਉਹਨੂੰ ਤਜਰਬਾ ਹੈ ਸਮੁੰਦਰਾਂ ਦਾ, ਜਹਾਜ਼ਾਂ ਦਾ, ਪੁਰਾਣੇ ਬੰਦੇ ਨੂੰ ਜਿਹਨੂੰ ਤਜਰਬਾ ਉਹਨੂੰ ਲਵਾਂਗੇ। ਤੇ ਕਹਿੰਦੇ ਉਦਾਂ ਹੀ ਦੇਸ਼ ਚਲਾਉਣਾ ਵੀ ਜਹਾਜ਼ ਚਲਾਉਣਾ ਹੈ। ਕਹਿੰਦੇ ਪਰ ਬੰਦਾ ਕਾਬਿਲ ਨਹੀਂ ਹੈ, ਜੇ ਅਨਟ੍ਰੇਨਡ ਹੈ ਤੇ ਜਹਾਜ਼ ਡੁੱਬੂ। ਅਨਟ੍ਰੇਨਡ ਨੂੰ ਤੁਸੀਂ ਲੈ ਲੋਗੇ ਵੋਟਾਂ ਦੇ ਆਧਾਰ ਦੇ ਉੱਤੇ। ਜਿਹਨੂੰ ਜਹਾਜ਼ ਚਲਾਉਣਾ ਨਹੀਂ ਆਉਂਦਾ ਉਹਨੂੰ ਵੋਟਾਂ ਜ਼ਿਆਦਾ ਪੈ ਗਈਆਂ, ਉਹਨੂੰ ਤੁਸੀਂ ਕੈਪਟਨ ਬਣਾ ਦਿੱਤਾ। ਤੇ ਜਿਹਨੂੰ ਜਹਾਜ਼ ਚਲਾਉਣਾ ਆਉਂਦਾ ਹੈ, ਜੋ ਕਾਬਿਲ ਹੈ, ਉਹਨੂੰ ਵੋਟਾਂ ਨਹੀਂ ਪਈਆਂ, ਉਹਨੂੰ ਤੁਸੀਂ ਹਟਾਤਾ। ਹੁਣ ਜਿਹਨੂੰ ਤੁਸੀਂ ਕੈਪਟਨ ਬਣਾਇਆ ਉਹਨੂੰ ਤਾਂ ਜਹਾਜ਼ ਨਹੀਂ ਚਲਾਉਣਾ ਆਉਂਦਾ, ਉਹ ਵੋਟਾਂ ਦੇ ਸਿਰ ਦੇ ਉੱਤੇ ਕੈਪਟਨ ਬਣ ਗਿਆ। ਲੋਕਤੰਤਰ ਦਾ ਇਹੀ ਗੱਲ ਹੈ। ਤੇ ਹੁਣ ਜਹਾਜ਼ ਦਾ ਕੀ ਬਣੂਗਾ? ਬਸ ਉਹ ਜਹਾਜ਼ ਡੁੱਬੂਗਾ, ਜਹਾਜ਼ ਡੁੱਬਣਾ ਹੀ ਹੈ, ਡੁੱਬ ਰਿਹਾ ਉਹੀ ਹੈਗਾ। ਸੋ ਇਹ ਸੁਕਰਾਤ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਸੀ, ਹਜ਼ਾਰਾਂ ਸਾਲ ਹੋ ਗਏ ਇਸ ਗੱਲ ਨੂੰ। ਸਕਾਲਰ ਸੀ, ਥਿੰਕਰ ਸੀ ਬਹੁਤ ਵੱਡੇ, ਪਲੇਟੋ ਔਰ ਸੁਕਰਾਤ ਔਰ ਇਹ ਸਾਰੇ ਬੜੇ ਕੁਝ ਦੂਰ ਤੱਕ ਗੱਲ ਕਰਦੇ। ਅਰਿਸਟੋਟਲ ਉਹ ਬਹੁਤ ਇੰਟੈਲੀਜੈਂਟ ਲੋਕ ਰਹੇ ਨੇ ਔਰ ਹਿਊਮਨ ਸਾਈਕੀ ਨੂੰ, ਹਿਊਮਨ ਬਿਹੇਵੀਅਰ ਨੂੰ ਸਮਝਣ ਵਾਲੇ ਲੋਕ ਨੇ। ਉਹ ਗੱਲਾਂ ਪਹਿਲਾਂ ਕਹਿ ਗਿਆ, ਬਹੁਤ ਖੂਬਸੂਰਤ ਗੱਲ ਕਹੀ ਹੈ, ਪਹਿਲਾਂ ਕਹਿ ਗਏ ਜਿਹੜੀਆਂ ਹੋਣ ਵਾਲੀਆਂ ਸੀ। ਮਾਰਕਸਿਜ਼ਮ ਦੇਖ ਲਓ ਪੜ੍ਹ ਕੇ, ਹੈ ਨਾ, ਜੇ ਤੁਸੀਂ ਮਾਰਕਸਿਜ਼ਮ ਪੜ੍ਹੋਗੇ ਤਾਂ ਜੋ ਕੁਝ ਪਹਿਲਾਂ ਹੋਣਾ ਉਹਨਾਂ ਨੇ ਹਿੰਦੁਸਤਾਨ ਲਿਖਿਆ ਤਾਂ ਕਾਰਲ ਮਾਰਕਸ ਨੇ ਕਿ ਉੱਥੇ ਕੋਈ ਕਾਰਵਾਈ ਨਹੀਂ ਵੱਡੀ ਹੋਣੀ, ਕੋਈ ਬਗਾਵਤ ਨਹੀਂ ਹੋਣੀ ਵੱਡੀ, ਕੋਈ ਕ੍ਰਾਂਤੀ ਨਹੀਂ ਹੋਣੀ ਉੱਥੇ, ਜੋ ਵੀ ਹੈਗਾ ਕਿ ਇਸ ਕਰਕੇ ਨਹੀਂ ਹੋਣਾ ਕਿ ਕਹਿੰਦੇ ਉਹ ਬਿਲਕੁਲ ਇੱਕ ਤਰ੍ਹਾਂ ਦਾ ਉਹਦੇ 'ਤੇ ਅਜਾਇਬ ਘਰ ਹੈ, ਚਿੜੀਆ ਘਰ ਹੈ। ਕਿਉਂਕਿ ਕਈ ਭਾਸ਼ਾ ਉੱਥੇ, ਕਈ ਪੁਸ਼ਾਕਾਂ ਉੱਥੇ, ਕਈ ਬੋਲੀਆਂ ਉੱਥੇ, ਕਈ ਤਰ੍ਹਾਂ ਦੀਆਂ ਸੋਚਾਂ ਉੱਥੇ। ਉਹ ਜਿਹੜੀਆਂ ਵਣ ਦੀ ਲੱਕੜੀ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ, ਅਜੇ ਤੱਕ
ਕੋਈ ਉਸ ਗੱਲ ਤੇ ਆਪਾਂ ਮੁੱਦੇ ਤੇ ਪਹੁੰਚੇ। ਮਾਰਕਸਿਜ਼ਮ ਇੱਕ ਇੱਦਾਂ ਦੀ ਨੀਤੀ ਸੀ, ਇੱਦਾਂ ਦਾ ਸੀਗਾ, ਔਰ ਉਹਨਾਂ ਨੇ ਤੇ ਤਹਿਲਕਾ ਮਚਾਤਾ ਪੂਰੀ ਦੁਨੀਆ ਤੇ ਕਿ ਲੇਬਰ ਕੀ ਹੈ, ਕੰਮ ਕਰਨ ਦੀ ਸਮਰੱਥਾ ਕੀ ਹੁੰਦੀ ਆ, ਉਹਨੂੰ ਕਿੰਨਾ ਪੈਸਾ ਚਾਹੀਦਾ। ਉਹਨਾਂ ਨੇ ਵੀ ਇੱਕ ਬ੍ਰੈਡ ਖਾ ਰਿਹਾ ਤੇ ਇੱਕ ਦੂਜੀ ਸੁੱਕੀ ਰੋਟੀ ਖਾ ਰਿਹਾ, ਉਹ ਨਹੀਂ ਹੋਊਗਾ। ਇਕੁਅਲੀ ਬਰਾਬਰਤਾ ਲਿਆਓ, ਜਿਹੜੀ ਤਾਨਾਸ਼ਾਹੀ ਨੂੰ ਕੱਢੋ, ਸਾਮਰਾਜਵਾਦ ਲਿਆਓ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ। ਹੁਣ ਹਿੰਦੁਸਤਾਨ 'ਚ ਤਾਂ ਹੋਣਾ ਹੀ ਨਹੀਂ, ਨਾ ਹੋ ਸਕਦਾ ਬਿਲਕੁਲ, ਕਿਉਂਕਿ ਕੈਪੀਟਲਿਸਟ ਥੋੜਾ ਅਜੀਬ ਟਾਈਪ ਦਾ ਹੈ, ਕ੍ਰੋਨਿਕ ਕੈਪੀਟਲਿਜ਼ਮ, ਪਤਾ ਨਹੀਂ ਕਿਹੜੇ ਕਿਹੜੇ ਕਿਸਮ ਦੇ ਕੈਪੀਟਲਿਜ਼ਮ ਸ਼ੁਰੂ ਹੋ ਗਏ ਨੇ। ਸੋ ਚਰਚਿਲ ਸਾਹਿਬ ਨੇ ਵੀ ਕਿਹਾ ਸੀ, ਜਿਹੜੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਸੀਗੇ, ਕਿ ਜੋ ਮੈਂ ਸਮਝਦਾ ਹਾਂ ਨਾ ਹਿਊਮਨ ਸਾਈਕੋਲੋਜੀ ਜੋ ਇੰਡੀਆ ਦੇ ਵਿੱਚ ਹੈ, ਮੈਨੂੰ ਲੱਗਦਾ ਕਿ ਜਦੋਂ ਇੰਡੀਆ ਆਜ਼ਾਦ ਹੋਣਾ ਹੈ ਤੇ ਇਲੈਕਸ਼ਨ ਸਿਸਟਮ ਆਉਣਾ ਤੇ ਜਿਹੜੇ ਦਿਖਾਵਾ ਕਰਕੇ ਲੋਕਾਂ ਦੀ ਸੋਚ ਨੂੰ ਆਪਣੇ ਵੱਲ ਲੈ ਜਾਣਗੇ, ਉਹੀ ਉਹ ਮਿਨਿਸਟਰ ਬਣਨਗੇ, ਉਹੀ ਉਹ ਪਾਵਰ 'ਚ ਆਉਣਗੇ। ਤੇ ਜਿਹੜੇ ਦਿਖਾਵਾ ਨਹੀਂ ਕਰ ਸਕਣਗੇ, ਉਹ ਭਾਵੇਂ ਚੰਗੇ ਬੰਦੇ ਨੇ, ਭਾਵੇਂ ਸਭ ਕੁਝ ਕਰਨਾ ਜਾਣਦੇ ਨੇ, ਦੇਸ਼ ਕਿਵੇਂ ਚਲਾਉਣਾ, ਸਟੇਟ ਕਿਵੇਂ ਚਲਾਉਣੀ ਹੈ, ਐਡਮਿਨਿਸਟ੍ਰੇਸ਼ਨ ਕਿਵੇਂ ਚਲਾਉਣੀ ਹੈ, ਪਰ ਉਹ ਪਾਵਰ 'ਚ ਨਹੀਂ ਆ ਸਕਣਗੇ ਕਿਉਂਕਿ ਉਹਨਾਂ ਨੂੰ ਦਿਖਾਵਾ ਕਰਨ ਦੀ ਕਲਾ ਨਹੀਂ ਆਉਂਦੀ। ਐਡਮਿਨਿਸਟ੍ਰੇਸ਼ਨ ਹੀ ਇੱਥੇ ਡੈਮੋਨਸਟ੍ਰੇਸ਼ਨ ਚਾਹੁੰਦੇ ਆ, ਜਿੱਥੇ ਪ੍ਰਦਰਸ਼ਨੀ ਹੋ ਜਾਏ, ਬਾਹਰੀ ਵਿਖਾਵਾ ਆ ਜਾਏ, ਵੀ ਬੱਲੇ ਬੱਲੇ ਆਹ ਦੇਖੋ ਕੀ ਕਰ ਰਹੇ ਆ। ਇਹ ਹੁੰਦਾ ਹੈ ਕਿ ਜਾਦੂਗਰ ਦੀ ਛੜੀ ਲੈ ਕੇ ਘੁੰਮਣ ਵਾਲੇ ਬੰਦੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਔਰ ਤਦੇ ਇਹਨਾਂ ਨੇ ਮੈਨੀਫੈਸਟੋ ਨੂੰ ਕਹਿੰਦਾ ਵੀ ਲੀਗਲ ਕਰੋ, ਲੀਗਲ ਡਾਕੂਮੈਂਟ, ਸ਼ੁੱਡ ਬੀ ਅ ਲੀਗਲ ਡਾਕੂਮੈਂਟ, ਉਸ ਤਰ੍ਹਾਂ ਦਾ ਲਿਆਓ। ਚੋਣ ਕਮਿਸ਼ਨਰ ਔਰ ਸੁਪਰੀਮ ਕੋਰਟ ਨੇ ਆਰਡਰਸ ਕੀਤੇ ਨੇ ਵੀ ਕਹਿਤਾ, ਔਰ ਉਹਦੇ 'ਚ ਇਹਨਾਂ ਨੇ ਕਹਿਤਾ ਕਿ ਅਗਲੀਆਂ ਜਿਹੜੀ ਸਰਕਾਰਾਂ ਆਉਣਗੀਆਂ, ਮੈਨੀਫੈਸਟੋ ਉਸ ਤਰ੍ਹਾਂ ਦਾ ਹੋਊਗਾ ਕਿ ਜਿੱਦਾਂ ਦਾ ਕਾਨੂੰਨ ਬਣ ਗਿਆ, ਇਹ ਨਹੀਂ ਕਿ ਜੋ ਮਰਜ਼ੀ ਕਹਿ ਦਿਓ, ਜਿਹਦੇ ਵਿੱਚੋਂ ਅੱਧੇ ਕੰਮ ਹੋਣਗੇ, ਅੱਧੇ ਨਹੀਂ ਹੋਣਗੇ, ਹੈ ਨਾ। ਪੰਜਾਬ ਗਵਰਨਮੈਂਟ ਦੇ ਵੀ ਕਈ ਕੰਮ ਰਹਿ ਗਏ, ਅਜੇ ਤੱਕ ਕਈ ਹੋ ਰਹੇ ਆ। ਲਾਰਿਆਂ ਨੇ ਮਾਰ ਸੁੱਟਿਆ, ਲਾਰਿਆਂ ਦੇ ਗੱਫੇ। ਸੋ ਹੁਣ ਆਪਾਂ ਅੱਗੇ ਵਧੀਏ। ਜ਼ਰੂਰ। ਦੇਖੋ, ਜਿੱਦਾਂ ਆਪਾਂ ਗੈਂਗਸਟਰਸ ਪੰਜਾਬ ਦੇ ਵਿੱਚ ਨੇ ਉਹਦੀ ਗੱਲ ਕਰਦੇ ਹਾਂ, ਠੀਕ ਉਸੇ ਤਰ੍ਹਾਂ ਵਿਦੇਸ਼ੀ ਧਰਤੀਆਂ ਤੇ ਵੀ ਗੈਂਗਸਟਰਸ ਨੇ। ਸੋ ਕੈਨੇਡਾ ਦੀ ਪੁਲਿਸ ਨੇ ਇੱਕ ਸੂਚੀ ਜਾਰੀ ਕੀਤੀ ਹੈ, ਖਤਰਨਾਕ 11 ਗੈਂਗਸਟਰਸ। ਅੱਛਾ। ਔਰ ਉਹਦੇ ਵਿੱਚੋਂ 9 ਬੰਦੇ ਪੰਜਾਬੀ ਨੇ। ਹਾਂ, ਦੇਖ ਲਓ। ਦੱਸੋ ਫਿਰ ਡੈਮੋਕ੍ਰੇਸੀ, ਫਿਰ ਇਹ ਆ ਗਏ ਬਹੁਮਤ। ਕੈਨੇਡਾ ਦੇ ਵਿੱਚ ਜਾ ਕੇ ਵੀ ਅਸੀਂ ਗੈਂਗਸਟਰਸ ਬਣਦੇ ਪਏ ਹਾਂ। ਹਾਂ, ਦੇਖੋ ਉਹਦੇ 'ਚ ਇਹਨਾਂ ਨੇ ਜਿਹੜੀ ਹੈਗੀ ਆ ਉਹ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਜੀ ਕੀਤੇ, ਜਿੱਥੇ ਮੁੰਡੇ ਬੈਠੇ ਸੀ, ਉਹਦੇ 'ਚ ਉਹਨਾਂ ਤੇ ਪਿਨ ਪੁਆਇੰਟ ਕਰਕੇ। ਔਰ ਗੋਲਡੀ ਬਰਾੜ ਔਰ ਲੰਡਾ, ਇਹ ਬਾਹਰ ਹੋ ਗਏ, ਇਹ 2 ਬਾਹਰ ਨੇ ਜਿਹੜਿਆਂ ਨੂੰ ਆਪਾਂ ਡਾਇਰੈਕਟ ਇਨਵੋਲਵ ਮੰਨਦੇ ਹਾਂ ਮੂਸੇ ਵਾਲਾ ਕੇਸ ਦੇ ਵਿੱਚ। ਔਰ ਪੰਜਾਬ ਗਵਰਨਮੈਂਟ ਨੇ ਕੈਨੇਡੀਅਨ ਗਵਰਨਮੈਂਟ ਨਾਲ ਗੱਲ ਵੀ ਕੀਤੀ ਹੈ ਕਿ 2 ਬੰਦੇ ਸਾਨੂੰ ਚਾਹੀਦੇ ਨੇ, ਪੰਜਾਬ ਵਿੱਚ ਭੇਜੋ। ਪੰਜਾਬ ਪੁਲਿਸ ਦਾ ਰਾਬਤਾ ਕਾਇਮ ਉਹਨਾਂ ਨਾਲ, ਆਪਣੇ ਡਾਇਰੈਕਟਰ ਜਨਰਲ ਪੁਲਿਸ ਉਹਨਾਂ ਨੇ ਕਹਿਤਾ ਉੱਥੋਂ ਕਿ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਫੜ ਕੇ ਲਿਆਵਾਂਗੇ, ਕਿਉਂਕਿ ਉੱਥੇ ਉਹਨਾਂ ਦੀ ਗ੍ਰਿਫਤ 'ਚ ਹੈਗੇ ਆ। ਉਹ ਕੇਸ ਨਹੀਂ ਚਲਾ ਸਕਣਗੇ, ਕੇਸ ਤਾਂ ਜਿਹੜਾ ਪੰਜਾਬ ਗਵਰਨਮੈਂਟ ਨੇ ਚਲਾਉਣਾ। ਪਰ ਹੁਣ ਇਹ ਗੱਲ ਜਿਹੜੀ 9 ਮੁੰਡੇ ਜਿਹੜੇ ਇਹਦੇ 'ਚ ਆ ਗਏ ਆ, ਗੈਂਗ ਬਣ ਕੇ ਉਸ ਗਰੁੱਪ 'ਚ ਫਸੇ ਬੈਠੇ ਉੱਥੇ। ਔਰ ਦੇਖ ਲਓ ਉਸ ਧਰਤੀ 'ਤੇ ਕਿਸ ਕਮਾਈ ਲਈ ਗਏ ਮੁੰਡੇ, ਤਾਂ ਜਾਂਦੇ ਆ ਰੋਜ਼ੀ ਰੋਟੀ ਲਈ, ਆਪਣਾ ਕੰਮ ਕਰਨ ਲਈ। ਔਰ ਉਹ ਇੱਕ ਦੇਸ਼ ਇੱਦਾਂ ਦਾ ਜਿੱਥੇ ਲੋਕ ਚੰਗੇ ਤਰੀਕੇ ਨਾਲ, ਚੰਗੀ ਸੂਝ ਨਾਲ, ਚੰਗੀ ਨੀਤੀ ਨਾਲ ਕੰਮ ਕਰਦੇ ਆ। ਫਿਰ ਉਹ ਮੁੰਡਿਆਂ ਦਾ ਕੰਮ ਉੱਥੇ ਜਾ ਕੇ ਮਾਰ ਧਾੜ ਕਰਨਾ। ਇਹਨੂੰ ਪਹਿਲਾਂ ਦੇਖੋ ਕਿੰਨੇ ਮਰਡਰ ਹੋਏ ਆ। ਰਿਪੂ ਦਮਨ ਸ਼ੈਲੀ ਮਾਰਿਆ ਗਿਆ ਉੱਥੇ, ਉਦੋਂ ਪਹਿਲਾਂ ਇੱਕ ਮੁੰਡਾ ਮਾਰਿਆ, ਉਹਦਾ ਭਰਾ ਵੀ ਮਾਰਿਆ ਸੀਗਾ, ਧਾਲੀਵਾਲ, ਹੈ ਨਾ। ਉਹ ਮੁੰਡੇ ਰੋਜ਼ ਕਤਲ ਉੱਥੇ ਹੁੰਦੇ ਆ। ਜੋ ਰੇਸ਼ੋ ਪੰਜਾਬ ਦੇ ਵਿੱਚ ਕਤਲੇ ਆਮ ਦੀ ਹੈਗੀ ਆ, ਜਾਂ ਇੱਥੇ ਜਿੰਨੇ ਮੁੰਡੇ ਮਾਰੇ ਜਾਂਦੇ ਆ, ਉਹਨੇ ਸਰੀ 'ਚ ਵੀ ਮਰ ਰਹੇ ਆ। ਪੂਰੇ ਕੈਨੇਡਾ ਜਿੱਥੇ ਵਸੇ ਆ, ਇਹ ਜਿੱਥੇ ਜਾਂਦੇ ਆ ਨਾ, ਉੱਥੇ ਇਹਨਾਂ ਨੇ ਰੌਲਾ ਰੱਪਾ, ਮਾਰ ਧਾੜ ਇਹ ਕਰਨੀ ਹੁੰਦੀ ਹੈ। ਕਿਉਂਕਿ ਹੁਣ ਉਹਨਾਂ ਦੇ ਲੋਕ ਜਿਹੜੇ ਆ ਉਹ ਚੁੱਪ ਕਰਕੇ ਬੈਠੇ ਆ। ਅਮਰੀਕਾ 'ਚ ਜ਼ਰੂਰ ਗੋਲੀ ਗਾਲੀ ਚੱਲਦੀ ਦੇਖਦੇ ਰਹੇ ਆ, ਸੁਣਦੇ ਰਹੇ ਆ। ਉੱਥੇ ਜਵਾਨ ਮੁੰਡਿਆਂ ਨੇ ਸਕੂਲਾਂ ਕਾਲਜਾਂ ਜਾ ਕੇ ਮੁੰਡੇ ਮਾਰੇ ਆ। ਕੈਨੇਡਾ ਦਾ ਏਰੀਆ ਸਰੀ ਇਸ ਗੱਲੋਂ ਬਚਿਆ ਰਿਹਾ ਕਿਉਂਕਿ ਕੈਨੇਡੀਅਨ ਆਪ ਇਸ ਪਾਸੇ ਘੱਟ ਸੀਗੇ, ਕਿਉਂਕਿ ਉਹਨਾਂ ਨੇ ਜਿਹੜਾ ਗਨ ਕਲਚਰ ਉਹਨੂੰ ਥੋੜ੍ਹੀ ਜਿਹੀ ਰੋਕ ਲਾਤੀ ਸੀ। ਜਸਟਨ ਜਦੋਂ ਦਾ ਆਇਆ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ, 18 ਤੋਂ 21 ਸਾਲ ਕਰਕੇ ਕਰ ਦਿੱਤਾ ਹੈ ਅਮਰੀਕਾ ਤੋਂ ਪਹਿਲਾਂ। ਅਤੇ ਹੁਣ ਉਹ ਜਿਹੜਾ ਇਹ ਕੰਮ ਇਸ ਵੇਲੇ ਇਹਨਾਂ ਨੇ ਕੀਤਾ ਹੈ ਵੀ ਬੜਾ ਖਤਰੇ ਤੋਂ ਖਾਲੀ ਨਹੀਂ, ਕਿਉਂਕਿ ਇਹਨਾਂ ਦੇ ਫਿਰ ਲਿੰਕ ਇੰਡੀਆ 'ਚ ਹੈ, ਇਹਨਾਂ ਦੀਆਂ ਤਾਰਾਂ ਪਾਕਿਸਤਾਨ 'ਚ, ਇਹਨਾਂ ਦਾ ਸਾਰਾ ਉੱਥੇ ਵੀ ਕੰਮ ਚੱਲ ਰਿਹਾ। ਹੁਣ ਜਿਹੜੀਆਂ ਧਮਕੀਆਂ ਮਿਲ ਰਹੀਆਂ, ਜਿਹੜੇ ਫੋਨ ਆਉਂਦੇ ਲੋਕਾਂ ਨੂੰ, ਹੈ ਨਾ, ਵੀ ਇੰਨੇ ਪੈਸੇ ਦੇ ਦਿਓ, ਉਹ ਗਰਾਈ ਹੁੰਦੀ ਹੈ। ਉਹ ਸਾਰਾ ਕੁਛ ਉੱਥੋਂ ਬੂਸਟ ਹੁੰਦਾ, ਉੱਥੋਂ ਚੱਲਦਾ, ਉੱਥੋਂ ਕਮਿਊਨੀਕੇਟ ਹੁੰਦਾ। ਇੱਥੋਂ ਉਹ ਮੁੰਡੇ ਬੋਲਦੇ ਆ, ਫਿਰ ਪਾਕਿਸਤਾਨ 'ਚੋਂ ਕਾਲ ਕਿੰਨੀਆਂ ਆਉਂਦੀਆਂ। ਦੇਖੋ ਬਲਕਾਰ ਜੀ, ਇੱਕ ਗੱਲ ਤੁਸੀਂ ਬਿਲਕੁਲ ਯਕੀਨੀ ਮੰਨੋ ਕਿ ਜੇ ਇਸ ਨੈਟਵਰਕ ਦੀ ਪੂਰੀ ਤਹਿਕੀਕਾਤ ਕੀਤੀ ਜਾਵੇ, ਜਿਨ੍ਹਾਂ ਨੂੰ ਆਪਾਂ ਗੈਂਗਸਟਰਸ ਕਹਿੰਦੇ ਆ, ਤਾਂ ਪੋਲੀਟੀਕਲ ਕਈ ਬੰਦੇ ਇਨਵੋਲਵ ਜ਼ਰੂਰ ਮਿਲਣਗੇ। ਹਾਂ, ਸਹੀ ਗੱਲ। ਉਹ ਗੈਂਗਸਟਰਸ ਦੇ ਨਾਲ ਵੀ ਇਨਵੋਲਵ ਹੋਣਗੇ, ਤੇ ਜਿਹੜਾ ਨਸ਼ਾ ਸਪਲਾਈ ਹੁੰਦਾ, ਡਰੱਗਸ ਸਪਲਾਈ ਹੁੰਦੀਆਂ ਨੇ, ਉਹਦੇ ਵਿੱਚ ਵੀ ਇਨਵੋਲਵ ਹੋਣਗੇ। ਸਹੀ ਗੱਲ। ਇਹਦਾ ਜਦੋਂ ਕਰਦੇ ਆ ਨਾ, ਇਹਨਾਂ ਦੀ ਤਬਦੀਸ਼ ਕਰਦੇ ਆ, ਇਨਕੁਆਇਰੀ ਹੁੰਦੀ ਆ, ਜਦੋਂ ਟਾਰਚਰ ਕਰਦੇ ਇਹਨਾਂ ਨੂੰ, ਜਦੋਂ ਇਹਨਾਂ ਨੂੰ ਫੜਿਆ ਜਾਂਦਾ ਤਾਂ ਪੁਲਿਸ ਵਾਲੇ ਇਹਨਾਂ ਨੂੰ ਪੁੱਛਦੇ ਆ, ਉਹਦੇ 'ਚ ਪਤਾ ਤਾਂ ਲੱਗਦਾ, ਬੋਲਦੇ ਆ ਕਿ ਆਹ ਸਾਡੇ ਨਾਲ ਸੀ, ਕਿ ਉਹਨਾਂ ਦੀ ਜਿਹੜੀ ਸਾਡੀ ਕਹਿ ਸੁਣੀ ਉਹ ਕਰਦੇ ਆ, ਉਹ ਸਾਨੂੰ ਇੰਨਾ ਪੈਸਾ ਵੀ ਦਿੰਦੇ ਰਹੇ ਆ, ਆਹ ਸਾਨੂੰ ਉਹਨਾਂ ਨੋਮੀਨੇਟ ਕੀਤਾ ਵਾ। ਪਰ ਗੱਲ ਰਹੀ ਉੱਥੇ ਉਹ ਫਿਰ ਬਹੁਤ ਵੱਡੇ ਅਸਰ ਸਲੂਕ ਵਾਲੇ ਆ, ਜਿਹੜੇ ਪੋਲੀਟੀਕਲ
ਪੋਸਟਾਂ ਨੇ ਜਿਹੜੇ ਵੱਡੇ ਆ ਉਹ ਨੇਤਾ ਵਾ ਉਹਨਾਂ ਨੂੰ ਫਿਰ ਹੱਥ ਪਾਉਣ ਤੋਂ ਪੰਜਾਬ ਪੁਲਿਸ ਵੀ ਡਰਦੀ ਹੈ, ਬਾਹਰਲੀ ਹਰਿਆਣਾ ਵਾਲੀ ਵੀ ਡਰਦੀ ਰਹੀ ਹੈ। ਕੋਈ ਪੁਲਿਸ ਉਹਨਾਂ ਨੂੰ ਹੱਥ ਨਹੀਂ ਪਾਉਂਦੀ। ਫੜਿਆ ਕੌਣ ਜਾਂਦਾ? ਫਿਰ ਉਹੀ ਆ ਕੇ ਜਦੋਂ ਕੋਈ ਕੰਮ ਹੁੰਦਾ, ਜਿੱਦਾਂ ਕਿਸੇ ਪੋਰਟਫੋਲੀਓ 'ਚ ਕੰਮ ਕੀਤਾ ਮੰਤਰੀ ਨੇ, ਮੰਤਰੀ ਤੋਂ ਕੋਈ ਗੁਨਾਹ ਹੋ ਗਿਆ, ਕੰਮ ਉਲਟਾ ਹੋ ਗਿਆ, ਸਾਰਾ ਕੁਝ ਹੋ ਗਿਆ, ਤੇ ਉਹਦੇ 'ਚ ਕੌਣ ਮਰੂਗਾ? ਕਰਮਚਾਰੀ। ਜਿੱਦਾਂ ਚਾਰਾ ਘੁਟਾਲਾ ਲਾਲੂ ਯਾਦਵ ਜੀ ਦੇ ਟਾਈਮ ਤੇ ਹੋਇਆ ਸੀਗਾ, ਉਹਦੇ ਜਿੰਨੇ ਕਰਮਚਾਰੀ ਉਹ ਸਸਪੈਂਡ, ਉਹ 'ਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ, ਬਰਖਾਸਤ ਕਰ ਦਿੱਤਾ ਗਿਆ। ਲੀਡਰਾਂ 'ਤੇ ਮੁਕੱਦਮੇ ਚੱਲਦੇ ਅਜੇ ਵੀ ਚੱਲ ਰਹੇ ਆ, ਉਹ ਵਿਚਾਰੇ ਉਦੋਂ ਤੋਂ ਬਾਅਦ ਬੁੜੇ ਹੋ ਕੇ ਮਰਨ ਤੱਕ ਚਲੇ ਗਏ। ਤੇ ਇਹ ਕੇਸ ਇਹ ਹੁੰਦੇ ਆ। ਪੋਲੀਟੀਸ਼ੀਅਨ ਹਮੇਸ਼ਾ ਬਚ ਜਾਂਦਾ। ਰਗੜਿਆ ਕੌਣ ਜਾਂਦਾ? ਉਹਦੇ 'ਚ ਮਹਿਕਮੇ ਦੇ ਇੰਚਾਰਜ ਅਧਿਕਾਰੀ, ਉਹਦੇ 'ਚ ਉਹ ਹੁੰਦਾ, ਉਹਦੇ 'ਚ ਉਹਨਾਂ ਨੂੰ ਜਿਹੜੇ ਸਮਾਨ ਵੇਚਣ ਵਾਲੇ ਅੱਗੇ ਦੁਕਾਨ ਵਾਂਗੂ ਬੈਠੇ ਆ ਉਹ ਹੁੰਦਾ। ਕਿਉਂਕਿ ਜਿਹੜਾ ਸੈਲਰੀ ਲੈ ਰਿਹਾ ਗੌਰਮੈਂਟ ਤੋਂ, ਜਿਹੜਾ ਨੌਕਰੀ ਕਰ ਰਿਹਾ, ਉਹਨਾਂ ਦੀ ਹਕੂਮਤ ਦੇ ਅੰਦਰ ਆ। ਹੁਕਮ ਕਿਹਦਾ ਚੱਲਣਾ? ਪੋਰਟਫੋਲੀਓ ਦੇ ਹੈੱਡ ਦਾ, ਉਸ ਮਹਿਕਮੇ ਦੇ ਵੱਡੇ ਦਾ, ਨੇਤਾ ਦਾ। ਉਹਦਾ ਕਿਹਾ ਜਿਹੜਾ ਹਰ ਗੱਲ ਕਾਨੂੰਨ ਆ। ਜਦੋਂ ਉਹਨੇ ਕਹਤਾ ਗੇਟ ਆਊਟ ਜਾਓ, ਦੇਖੋ ਗਿਆ। ਗੱਲ ਇਹ ਬਲਕਾਰ ਜੀ ਜੀ ਸਭ ਨੂੰ ਸਭ ਕੁਝ ਪਤਾ ਹੈ, ਸਾਰੀਆਂ ਸੱਚਾਈਆਂ ਸਭ ਨੂੰ ਪਤਾ ਨੇ, ਜ਼ਰੂਰ ਫਿਰ ਵੀ ਕੁਝ ਕਰ ਨਹੀਂ ਸਕਦੇ। ਕਹਿੰਦੇ ਨੇ ਸਾਨੂੰ ਤਹਿਕੀਕਾਤ ਕਰ ਲਓ, ਸਾਡੇ ਖਿਲਾਫ ਮੁਕੱਦਮਾ ਕਰ ਦਿਓ। ਨਾ ਗਵਾਹ ਮਿਲਨੇ ਨੇ, ਨਾ ਸਬੂਤ ਮਿਲਨੇ ਨੇ। ਕਰੋੜਾਂ ਪਹਿਲਾਂ ਹੀ ਮਾਮਲੇ ਜਿਹੜੇ ਨੇ ਪੈਂਡਿੰਗ ਪਏ ਨੇ ਅਦਾਲਤਾਂ ਦੇ ਵਿੱਚ। ਜਿਹੜੇ ਜੈਨੂਅਨ ਕੇਸ ਨੇ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ। ਜਿਹੜੇ ਜੈਨੂਅਨ ਕੇਸ ਨਹੀਂ ਹੈਗੇ, ਫੇਕ ਕੇਸ ਨੇ, ਉਹ ਸਾਰਾ ਟਾਈਮ ਖਾ ਜਾਂਦੇ ਨੇ ਕੋਰਟਾਂ ਦਾ, ਤੇ ਜੱਜਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ। ਸੋ ਅਸਲੀ ਮਾਮਲੇ ਲਟਕੇ ਰਹਿੰਦੇ ਨੇ। ਇਹ ਜਿਹੜੇ ਨਕਲੀ ਮਾਮਲੇ ਨੇ, ਇੱਕ ਦੂਜੇ ਨੂੰ ਹਰਾਸ ਕਰਨਾ, ਫਿਜ਼ੂਲ ਦੇ ਕੰਮ, ਜਿਹੜੀਆਂ ਇਹ ਫਿਜ਼ੂਲ ਦੇ ਮੁਕੱਦਮੇ, ਇਹ ਜ਼ਿਆਦਾ ਨੇ। 90% ਇਹੀ ਨੇ, 10% ਜੈਨੂਅਨ ਨੇ। ਹੁਣ ਉਹ 10% ਜੈਨੂਅਨ ਵੀ ਲਟਕ ਗਏ ਇਹਨਾਂ 90% ਫੇਕ ਕੇਸਿਸ ਕਰਕੇ, ਕਿਉਂਕਿ ਕਿਸੇ ਦੇ ਖਿਲਾਫ ਕੁਝ ਪ੍ਰੂਵ ਹੋਣਾ ਨਹੀਂ। 20 ਸਾਲ ਕੇਸ ਚੱਲਦਾ ਰਹਿੰਦਾ। ਜਦੋਂ ਮਰਡਰ ਹੁੰਦਾ, ਜਦੋਂ 302 ਲੱਗਦੀ ਆ, ਹੈ ਨਾ, ਉਦੋਂ ਬਾਅਦ ਉਹਨਾਂ 'ਤੇ ਦੂਜੀਆਂ ਧਾਰਾ ਲੱਗਦੀਆਂ, ਜਦੋਂ ਮਾਰ ਦਿੰਦੇ ਬੰਦੇ ਨੂੰ। ਜਦੋਂ ਉੱਥੇ ਜੁਡੀਸ਼ਰੀ 'ਚ ਜਾਂਦਾ, ਜਦੋਂ ਗਵਾਹੀ ਨਹੀਂ ਹੁੰਦੀ, ਡੇ ਟਾਈਮ ਮਰਡਰ ਜਿਹੜਾ ਹੈਗਾ, ਹੈ ਨਾ, ਉਹਦੇ 'ਚ ਚਿੱਟੇ ਦਿਨ ਮਾਰਿਆ ਬੰਦਾ ਨਹੀਂ। ਕਈ ਵਾਰੀ ਉਹ ਬੰਦੇ ਉੱਥੋਂ ਜਿਨ੍ਹਾਂ ਨੇ ਕਤਲ ਕੀਤਾ ਉਹ ਆ ਜਾਂਦੇ ਵਾਪਸ। ਹਾਲਾਂਕਿ ਫੋਰੈਂਸਿਕ ਸਾਇੰਸ 'ਚ ਪਤਾ ਲੱਗ ਜਾਂਦਾ ਵੀ ਆਹ ਹਥਿਆਰ ਵਰਤੇ ਗਏ ਆ, ਸਭ ਕੁਝ ਪਤਾ ਹੁੰਦਾ। ਇਹ ਸਾਡਾ ਜਿਹੜੀ ਨਿਆਂਇਕ ਜਾਂਚ ਹੁੰਦੀ ਹੈ, ਇਹਦੇ 'ਚ ਇਹ ਹੁੰਦਾ ਉਹ ਬੰਦੇ ਬਾਹਰ ਘੁੰਮਦੇ ਮੁੜ ਕੇ 20 ਸਾਲ ਦੀ ਜਿਹੜੀ ਕੈਦ ਉਦੋਂ ਬਾਅਦ ਵੀ ਆ ਜਾਂਦੀ। ਕਈ ਵਾਰ ਤਾਂ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਨਾ, ਉਹਦੀ ਸਟੋਰੀ ਬਿਲਕੁਲ ਸਹੀ ਲੱਗਦੀ ਹੈ। ਕਈ ਵਾਰ ਤਾਂ ਉਹਨਾਂ ਦੀ ਇਨਵੈਸਟੀਗੇਸ਼ਨ ਵਾਲਿਆਂ ਦੀ ਜਿਹੜੀ ਸਟੋਰੀ ਹੈ ਨਾ, ਫਿਲਮੀ ਸਟੋਰੀ ਲੱਗਦੀ ਹੈ। ਅੱਜ ਕੁਛ ਤੇ ਕੱਲ ਕੁਛ, ਪਰਸੋਂ ਕੁਛ ਤੇ ਨਰਸੋਂ ਕੁਛ, ਇਹੀ ਕੁਝ ਚੱਲਦਾ ਰਹਿੰਦਾ ਔਰ ਪਰਤਾਂ ਖੁੱਲੀ ਜਾਂਦੀਆਂ ਨੇ ਨਵੀਆਂ ਗੱਲਾਂ। ਆ ਜਿਹੜੀ ਤੁਸੀਂ ਗੱਲ ਫਿਲਮੀ ਸਟਾਈਲ ਦੀ ਕੀਤੀ ਹੈ, ਕੱਲ੍ਹ ਹੀ ਤੁਸੀਂ ਪਤਾ ਹੈ ਕਿ ਬੈਂਕ ਆ ਲੋਕਲ, ਉਸ ਬੈਂਕ ਨੂੰ ਇੰਡਸਟਰੀਅਲ ਏਰੀਆ 'ਚ ਉਹ ਬੈਂਕ ਨੂੰ ਲੁੱਟਿਆ। ਜਦੋਂ ਮੁੰਡੇ ਆਏ, ਉਹਨਾਂ ਰਿਵਾਲਵਰ ਰੱਖਿਆ, ਮੈਨੇਜਰ ਦੇ ਧੌਣ 'ਤੇ ਵੀ ਰੱਖਿਆ। ਉਹ ਲੇਡੀ ਆ, ਉਹਨਾਂ ਨੂੰ ਕਿਹਾ ਵੀ ਹਾਰ ਲਾ ਦਿਓ, ਪੈਸੇ ਕਿੰਨੇ ਆ, ਪੈਸੇ ਕੱਢੋ, ਸਾਰਾ ਕੁਝ ਕੱਢੋ, ਹੱਥ ਖੜੇ ਕਰ ਦਿਓ। ਉਹ ਜਿਹੜਾ ਕੈਸ਼ੀਅਰ ਆ ਉਹਦੇ ਕੋਲ ਵੀ ਗਏ, ਉਹਨਾਂ ਨੂੰ ਕਿਹਾ ਪੈਸਾ ਕੱਢੋ ਜਿੰਨਾ ਹੈਗਾ। ਐਕਟਿਵਾ 'ਤੇ ਆਏ ਆ। ਪੰਜਾਬ ਪੁਲਿਸ ਨੂੰ ਨਹੀਂ ਪਤਾ ਕੀ ਹੋ ਰਿਹਾ ਅੰਦਰ। ਉਹ ਸਾਰਾ ਕੁਝ ਪੈਸਾ 13 ਲੱਖ ਪੈਸਾ ਲੈ ਕੇ, ਸੋਨਾ ਲੈ ਕੇ ਉਹ ਫਰਾਰ ਹੋ ਗਿਆ। ਵਾਇਆ ਕਿੱਧਰ ਦੀ ਗਏ ਰਾਤ ਨੂੰ। ਉੱਥੇ CCTV ਕੈਮਰੇ ਵੀ ਲੱਗੇ ਆ, ਅਜੇ ਤੱਕ ਉਹ ਟ੍ਰੇਸ ਆਊਟ ਨਹੀਂ ਹੋਏ, ਪਤਾ ਹੀ ਨਹੀਂ ਉਹਨਾਂ ਦਾ। ਔਰ ਇਹ ਦੇਖੋ ਦਿਨ ਦਿਹਾੜੇ ਕੀ ਹੁੰਦਾ, ਔਰ ਇਹ ਫਿਲਮੀ ਸਟਾਈਲ 'ਚ ਹੁੰਦਾ। ਪਰ ਨਾਕੇ ਲੱਗੇ ਹਰ ਪਾਸੇ, ਉਹ ਕਿੱਧਰ ਚਲੇ ਜਾਂਦੇ ਆ। ਜਦੋਂ ਨਾਕੇ ਲੱਗੇ, ਕਿੱਧਰ ਦੀ ਜਾ ਰਹੇ ਆ, ਉਹਨਾਂ ਨੂੰ ਪਤਾ ਨਹੀਂ ਗਾ ਕੈਮਰੇ ਕੀ ਕਰ ਰਹੇ ਆ, ਫੋਨ ਕੀ ਕਰ ਰਹੇ, ਕਮਿਊਨੀਕੇਸ਼ਨ ਹੋ ਰਿਹਾ ਸਾਰਾ। ਤੁਸੀਂ ਦੇਖੋ, ਜ਼ੈਡ ਸਿਕਿਉਰਿਟੀ ਮਿਲੀ ਹੋਵੇ ਨੇਤਾ ਜੀ ਨੂੰ, ਤੇ ਨੇਤਾ ਜੀ ਅੰਡਰਗਰਾਉਂਡ ਹੋ ਗਏ। ਨੇਤਾ ਜੀ ਦਾ ਪਤਾ ਹੀ ਨਹੀਂ ਕਿਸੇ ਨੂੰ ਨੇਤਾ ਜੀ ਕਿੱਥੇ ਚਲੇ ਗਏ, ਤੇ ਉਹ ਜ਼ੈਡ ਸਿਕਿਉਰਿਟੀ ਕੀ ਕਰਦੀ ਪਈ। ਬਸ ਇਹੀ ਗੱਲ ਹੈ। ਜ਼ੈਡ ਸਿਕਿਉਰਿਟੀ ਤਾਂ ਸੁੱਤੀ ਹੁੰਦੀ ਹੈ ਨਾ। ਇੱਕ ਬੱਚਾ ਹੀ 35 ਲੱਖ ਰੁਪਈਆ ਸਟੇਟ ਬੈਂਕ ਇੰਡੀਆ ਸਰਕਾਰੀ ਬੈਂਕ ਆ, ਉਹ 'ਚੋਂ ਲੈ ਕੇ ਫਰਾਰ ਹੋ ਗਿਆ, ਲੱਭਾ ਹੀ ਨਹੀਂ ਗਾ। ਉਹਦੇ ਵਿੱਚ ਉਹ ਕੈਸ਼ੀਅਰ ਜਿਹੜਾ ਉਹ ਉੱਥੇ ਖਲੋਤਾ ਵਾ, ਜਿਹੜਾ ਗਾਰਡ ਉਹ ਇੱਥੇ ਖਲੋਤਾ ਵਾ, ਜਿਹੜਾ ਉਹ ਨਾਲ ਉੱਥੇ ਪੈਸੇ ਜਮ੍ਹਾਂ ਕਰਾ ਕੇ ਤੇ ਚਾਬੀ ਲੈਣ ਗਿਆ। ਵਿਦਨ ਟਾਈਮ ਉਹਨੇ ਬੱਚੇ ਨੇ ਐਸੀ ਚੁਟਕੀ 'ਚ ਪੈਸੇ ਚੱਕੇ, ਅਜੇ ਤੱਕ ਉਹ ਲੱਭਾ ਹੀ ਨਹੀਂ। ਪਰਸੋਂ ਦੀ ਗੱਲ ਹੈ। ਔਰ ਜੋ ਜਿਨ੍ਹਾਂ ਨੂੰ ਆਪਾਂ ਗੈਂਗਸਟਰਸ ਕਹਿੰਦੇ ਆ, ਉਹਨਾਂ ਵੱਲੋਂ ਵੀ ਇੱਕ ਸਟੇਟਮੈਂਟ ਹੈ। ਯੈਸ, ਕਹਿੰਦੇ ਇਹ ਜੋ ਸਾਨੂੰ ਗੈਂਗਸਟਰਸ ਕਹਿੰਦੇ ਨੇ, ਸਾਡੇ ਖਿਲਾਫ ਕਦਮ ਚੁੱਕਣ ਦੀ, ਕਾਰਵਾਈ ਕਰਨ ਦੀ ਗੱਲ ਕਰਦੇ ਨੇ, ਇਹਨਾਂ ਨੂੰ ਪੁੱਛੋ ਗੈਂਗਸਟਰਸ ਸਾਨੂੰ ਬਣਾਇਆ ਕਿਨੇ ਹੈ। ਬਿਲਕੁਲ, ਪੈਦਾਵਾਰ ਕਿਹਨਾਂ ਦੀ, ਇਹਦਾ ਜਵਾਬ ਮਿਲੇਗਾ ਤਾਂ ਅਸੀਂ ਅਗਲੀ ਗੱਲ ਕਰਾਂਗੇ। ਬਿਲਕੁਲ, ਇਹਦੇ ਪਿੱਛੇ ਸਾਰੇ ਵੱਡੀ ਸਿਆਸਤ ਹੁੰਦੀ ਹੈ, ਸਿਆਸਤ ਨਾਲ ਬਣਦਾ ਸਾਰਾ ਕੁਝ, ਇਦਾਂ ਨਹੀਂ ਗੱਲ। ਸੋ ਚੱਲਿਆ ਜਾਵੇ ਜ਼ਰੂਰ, ਬਿਲਕੁਲ ਸਮਾਪਤ ਕਰੀਏ ਪ੍ਰੋਗਰਾਮ। ਤੀਆਂ ਦਾ ਤਿਉਹਾਰ ਵੀ ਆਉਣ ਵਾਲਾ ਹੈ, ਤੀਆਂ ਦਾ ਮਾਹੌਲ ਵੀ ਬਣਦਾ ਪਿਆ, ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ। ਸਭ ਨੂੰ ਵਧਾਈਆਂ, ਖੀਰਾਂ ਖਾਣ ਦਾ, ਪੂੜੇ ਖਾਣ ਦਾ, ਤੀਆਂ 'ਚ ਨੱਚਣ ਦਾ ਮਾਹੌਲ ਹੈ, ਸਾਰਿਆਂ ਕੁੜੀਆਂ ਦਾ, ਮਠਿਆਰਾਂ ਦਾ। ਤੇ ਜ਼ਿੰਮੇਵਾਰੀ ਅਸੀਂ ਬਲਕਾਰ ਜੀ ਦੀ ਲਾਈ ਹੋਈ ਹੈ ਕਿ ਤੁਸੀਂ ਪੂੜੇ ਵੀ ਖਵਾਣੇ ਨੇ ਤੇ ਖੀਰ ਵੀ ਖਵਾਣੀ। ਬਿਲਕੁਲ ਵੈਲਕਮ ਜੀ। ਠੰਡੀ ਖੀਰ ਔਰ ਪੂੜੇ ਸਾਰੇ ਅਸੀਂ ਖਾਵਾਂਗੇ ਰਲ ਕੇ। ਔਰ ਸਾਡੇ ਦਰਸ਼ਕਾਂ ਨੂੰ ਇਸ ਸਾਵਣ ਦੇ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ। ਔਰ ਤੀਆਂ 'ਚ ਖੇਡੋ, ਮੱਲੋ, ਨੱਚੋ, ਕੁੱਦੋ। ਬਹੁਤ-ਬਹੁਤ ਵਧਾਈ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।